वाहिगुरु जी का खालसा वाहिगुरु जी की फतेह। ਸਾਰੇ ਵੀਰਾਂ ਔਰ ਸਾਰੀਆਂ ਭੈਣਾਂ ਨੂੰ ਗੁਰਮਤਿ ਕਲਾਸ ਦੇ ਵਿੱਚ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ ਜੀ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਹੀ ਭੈਣ ਭਰਾ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸਾਂ 14 ਪੌੜੀਆਂ ਦੀ ਵਿਚਾਰ ਸਾਂਝੀ ਕਰ ਲਈ ਹੈ। ਕੱਲ ਦੀ ਵਿਚਾਰ ਵਿੱਚ ਅਸੀਂ ਵਿਚਾਰਿਆ ਸੀ ਕਿ ਇੱਕ ਤਾਂ ਸਿਮਲ ਰੁੱਖ, ਉਹ ਲੋਕ ਜਿਨ੍ਹਾਂ ਦੇ ਕੋਲ ਧਨ ਆਦਿਕ ਦੀ ਬਹੁਤਾਤ ਹੈ, ਜਾਂ ਜਿਨ੍ਹਾਂ ਦੇ ਰਾਜਨੀਤਿਕ ਕੱਦ ਬੜੇ ਲੰਬੇ ਨੇ, ਜਾਂ ਜਿਨ੍ਹਾਂ ਦੇ ਕੋਲ ਸਮਰੱਥਾ ਹੈ, ਪਰ ਜੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਉਹ ਮਨੁੱਖ ਸਿਮਲ ਰੁੱਖ ਵਰਗਾ ਹੀ ਹੁੰਦਾ ਹੈ। ਦੂਜੀ ਗੱਲ ਸੀ ਕਿ ਨਿਮਰਤਾ ਦੇ ਅੰਦਰ ਗੁਣ, ਚੰਗਿਆਈਆਂ ਔਰ ਤੱਤ ਹੁੰਦੇ ਨੇ। ਨਿਮਰਤਾ ਇੱਕ ਮਹਾਨ ਗੁਣ ਹੈ, ਪਰ ਕਈ ਵਾਰ ਨਿਮਰਤਾ ਵਿਖਾਵੇ ਦੀ ਵੀ ਹੁੰਦੀ ਹੈ। ਜਿਵੇਂ ਮਿਰਗ ਨੂੰ ਮਾਰਨ ਵਾਲਾ ਸ਼ਿਕਾਰੀ ਹੈ, ਤਾਂ ਇਸ ਤਰ੍ਹਾਂ ਜਿਹੜੀ ਨਿਮਰਤਾ ਹੈ ਉਹ ਦਿਲੋਂ ਹੋਣੀ ਚਾਹੀਦੀ ਹੈ, ਅੰਦਰੋਂ ਬਾਹਰੋਂ ਇੱਕ ਹੋਵੇ, ਉਹ ਧੋਖੇ ਵਾਸਤੇ ਨਾ ਹੋਵੇ। ਤੇ ਜੇ ਨਿਮਰਤਾ ਵਿਖਾਵੇ ਦੀ ਹੈ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਸੀਸ ਨਿਵਾਏ ਕਿਆ ਥੀਏ, ਨਾਰੀ ਦੇ ਕਸੁੱਦੇ ਜਾਹੇ। ਦੂਜੀ ਗੱਲ ਸੀ ਧਾਰਮਿਕ ਗ੍ਰੰਥਾਂ ਦਾ ਪਠਨ ਪਾਠਨ ਔਰ ਨਾਲ ਕੁਝ ਧਾਰਮਿਕ ਪਾਠ ਪੂਜਾ ਅਤੇ ਧਾਰਮਿਕ ਪਹਿਨਾਵਾ। ਪਰ ਜੇਕਰ ਕੇਵਲ ਪਠਨ ਪਾਠਨ ਹੈ ਔਰ ਧਾਰਮਿਕ ਪਹਿਨਾਵਾ ਹੀ ਹੈ, ਲੇਕਿਨ ਅੰਦਰ ਉੱਚਾ ਸੁੱਚਾ ਆਚਰਨ ਨਹੀਂ ਹੈ, ਤਾਂ ਫਿਰ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਹ ਧਰਮ ਨਹੀਂ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਕਿਹਾ ਸੀ, ਜੇ ਜਾਣਸ ਬ੍ਰਹਮੰ ਕਰਮੰ ਸਫ ਬਹੁ ਫੂਕਟ ਨਿਸ਼ਚੋ ਕਰਮੰ, ਤੇ ਨਾਲ ਕਿਹਾ ਸੀ ਸੰਸਾਰ ਨਾਸ਼ਮਾਨ ਹੈ। ਜਦੋਂ ਮਨੁੱਖ ਵਿਕਾਰਾਂ ਦੇ ਅੰਦਰ ਖਚਤ ਹੁੰਦਾ ਹੈ, ਉਹਦਾ ਜੀਵਨ ਨਰਕ ਬਣ ਜਾਂਦਾ ਹੈ, ਔਰ ਐਸੇ ਮਨੁੱਖ ਬੜੇ ਭੈਭੀਤ ਕਰਨ ਵਾਲੇ ਹੁੰਦੇ ਨੇ। ਅਖੀਰ ਔਗਣ ਕਰਕੇ ਸਾਡੀ ਜ਼ਿੰਦਗੀ ਵਿੱਚ ਪਛਤਾਵਾ ਹੁੰਦਾ ਹੈ। ਅੱਜ ਅਸੀਂ 15ਵੀਂ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ 2 ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। 3 ਸ਼ਲੋਕ ਨੇ ਨਾਲ, ਤਿੰਨੇ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ। ਤਾਂ ਆਓ ਵਿਚਾਰ ਕਰਨ ਦਾ ਯਤਨ ਕਰੀਏ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਇੱਥੇ ਗੱਲ ਚੱਲ ਰਹੀ ਹੈ ਜਨੇਊ ਦੀ ਔਰ ਧਾਰਮਿਕ ਚਿੰਨ੍ਹਾਂ ਦੀ, ਧਾਰਮਿਕ ਪਹਿਨਾਵੇ ਦੀ। ਸਾਖੀਕਾਰ, ਇਤਿਹਾਸਕਾਰ ਸਾਨੂੰ ਦੱਸਦੇ ਹਨ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਦੀ ਰਸਮ ਕੀਤੀ ਜਾਣ ਲੱਗੀ, ਤਾਂ ਉਸ ਵਕਤ ਜੋ ਬ੍ਰਾਹਮਣ ਨੂੰ ਉਪਦੇਸ਼ ਕੀਤਾ ਬਾਣੀ ਰਾਹੀਂ, ਉਹ ਇੱਥੇ ਅੰਕਿਤ ਕੀਤਾ ਗਿਆ ਹੈ। ਤਾਂ ਇਹ ਵਿਚਾਰਨ ਵਾਲੀ ਗੱਲ ਹੈ। ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਨਾ ਨਹੀਂ ਕੀਤੀ, ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਦੇ ਦਿੱਤਾ ਗਿਆ। ਜਿਨ੍ਹਾਂ ਸੱਜਣਾ ਮਿੱਤਰਾਂ ਨੇ ਆਉਣਾ ਸੀ, ਨਗਰ ਨਿਵਾਸੀਆਂ ਨੇ, ਸਾਰੇ ਲੋਕ ਆ ਗਏ। ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਕਿ ਇਸ਼ਨਾਨ ਪਾਨ ਜੋ ਵੀ ਰਸਮ ਸੀ ਕਰ ਲਈ। ਸਾਰੇ ਲੋਕ ਇਕੱਠੇ ਹੋ ਗਏ, ਖਾਣਾ ਪੀਣਾ ਬਣ ਗਿਆ। ਹੁਣ ਜਨੇਊ ਪਾਉਣਾ ਹੈ। ਗੁਰੂ ਨਾਨਕ ਦੇਵ ਜੀ ਸਾਰੇ ਇਹਨਾਂ ਲੋਕਾਂ ਦੇ ਵਿੱਚ, ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਵਿੱਚ ਆਣ ਕੇ ਬਹਿ ਗਏ। ਬ੍ਰਾਹਮਣ ਪੁਜਾਰੀ ਉਸ ਵਕਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਲੱਗਾ। ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਪ੍ਰਚਾਰ ਦਾ ਢੰਗ ਹੈ, ਉਹ ਪਹਿਲਾਂ ਇਕੱਠਿਆਂ ਕਰਦੇ ਨੇ ਔਰ ਪ੍ਰੈਕਟੀਕਲੀ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਉਹ ਸੱਚਾਈ ਪੇਸ਼ ਕਰਦੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੂੰ ਜਦੋਂ ਬ੍ਰਾਹਮਣ ਜਨੇਊ ਪਾਉਣ ਲੱਗਾ, ਤਾਂ ਗੁਰੂ ਜੀ ਕਹਿਣ ਲੱਗੇ ਕਿ ਬ੍ਰਾਹਮਣ ਦੇਵਤਾ ਇਹ ਜਨੇਊ ਕਿਉਂ ਪਾਉਂਦੇ ਨੇ, ਇਹਦਾ ਰੀਜ਼ਨ ਕੀ ਹੈ, ਮੈਨੂੰ ਜਨੇਊ ਕਿਉਂ ਪਾਇਆ ਜਾ ਰਿਹਾ। ਅੱਗੇ ਕਦੇ ਕਿਸੇ ਨੇ ਸਵਾਲ ਨਹੀਂ ਸੀ ਪੁੱਛਿਆ, ਲੇਕਿਨ ਇਸ ਬੱਚੇ ਨੇ ਸਵਾਲ ਪੁੱਛਿਆ ਹੈ। ਤਾਂ ਬ੍ਰਾਹਮਣ ਨੂੰ ਵੀ ਖੁਸ਼ੀ ਹੋਈ ਕਿ ਸਾਰੇ ਲੋਕਾਂ ਦੇ ਵਿੱਚ ਉੱਤਰ ਦਿੱਤਾ ਜਾਏਗਾ, ਹੋਰ ਲੋਕਾਂ ਨੂੰ ਵੀ ਪਤਾ ਲੱਗੇਗਾ। ਤਾਂ ਬ੍ਰਾਹਮਣ ਕਹਿਣ ਲੱਗਾ ਕਿ ਇਹ ਨਾਨਕ, ਜਨੇਊ ਪਾਉਣ ਦੇ ਨਾਲ ਖੱਤਰੀ ਦਾ ਧਰਮ ਰਹਿੰਦਾ ਹੈ, ਕਿਉਂਕਿ ਹਿੰਦੂ ਧਰਮ ਵਿੱਚ ਜਨੇਊ ਪਾਉਣ ਦੀ ਮਰਿਆਦਾ ਹੈ। ਤੇ ਬ੍ਰਾਹਮਣ ਨੇ ਜਨੇਊ ਵੀ ਅਲੱਗ-ਅਲੱਗ ਨਿਸ਼ਚਿਤ ਕੀਤੇ ਹੋਏ ਨੇ। ਬ੍ਰਾਹਮਣ ਵਾਸਤੇ ਜਨੇਊ ਅਲੱਗ ਹੈ, ਛਤਰੀ ਵਾਸਤੇ ਵੱਖਰਾ, ਵੈਸ਼ੇ ਲਈ ਵੱਖਰਾ, ਤੇ ਸ਼ੂਦਰ ਨੂੰ ਔਰ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ।
क्या कि तेरा धर्म रहेगा, खੱਤਰੀ ਦਾ ਧਰਮ ਰਹਿੰਦਾ ਹੈ, ਜਨੇਊ ਤੋਂ ਬਿਨਾਂ ਧਰਮ ਨਹੀਂ ਰਹਿੰਦਾ। ਗੁਰੂ ਨਾਨਕ ਦੇਵ ਜੀ ਨੇ ਧੰਨਵਾਦ ਕੀਤਾ ਕਿ हे ਬ੍ਰਾਹਮਣ, ਆਪ ਦਾ ਧੰਨਵਾਦ, ਤੁਸੀਂ ਮੈਨੂੰ ਜਨੇਊ ਪਾ ਕੇ ਧਾਰਮਿਕ ਬਣਾ ਦਿਓਗੇ, ਮੇਰੇ ਧਰਮ ਦੀ ਰੱਖਿਆ ਹੋਵੇਗੀ ਤੁਹਾਡਾ। ਲੇਕਿਨ ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹਨਾ ਕਿ ਹੱਕ ਪਹਿਲਾਂ ਵੱਡਿਆਂ ਦਾ ਹੁੰਦਾ ਹੈ ਜਾਂ ਛੋਟਿਆਂ ਦਾ? ਤਾਂ ਬ੍ਰਾਹਮਣ ਨੇ ਕਿਹਾ ਕਿ ਹੱਕ ਤੇ ਪਹਿਲਾਂ ਵੱਡਿਆਂ ਦਾ ਹੁੰਦਾ ਹੈ, ਵੱਡਿਆਂ ਦਾ ਸਤਿਕਾਰ ਹੋਣਾ ਚਾਹੀਦਾ ਹੈ, ਹੱਕ ਪਹਿਲਾਂ ਵੱਡੇ ਦਾ ਹੁੰਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਫਿਰ ਮੇਰੀ ਵੱਡੀ ਭੈਣ ਨਾਨਕੀ ਮੇਰੇ ਤੋਂ ਕਿੰਨੇ ਸਾਲ ਵੱਡੀ ਹੈ ਤੇ ਹਾਲੇ ਉਹਨੂੰ ਜਨੇਊ ਨਹੀਂ ਪਾਇਆ, ਪਹਿਲਾਂ ਮੇਰੀ ਭੈਣ ਨੂੰ ਜਨੇਊ ਪਾਓ, ਮੈਂ ਫਿਰ ਪਾਵਾਂਗਾ, ਕਿਉਂਕਿ ਵੱਡਿਆਂ ਦਾ ਹੱਕ ਹੁੰਦਾ ਹੈ, ਇਸ ਲਈ ਉਹਦਾ ਹੱਕ ਬਣਦਾ ਤੇ ਮੇਰਾ ਹੱਕ ਬਣਦਾ ਕਿ ਮੈਂ ਆਪਣੀ ਭੈਣ ਦਾ ਸਤਿਕਾਰ ਕਰਾਂ, ਉਹਦਾ ਹੱਕ ਉਹਨੂੰ ਮਿਲੇ, ਪਹਿਲਾਂ ਮੇਰੀ ਵੱਡੀ ਭੈਣ ਨੂੰ ਜਨੇਊ ਪਾਓ। ਜਦੋਂ ਇਹ ਗੱਲ ਕਹੀ ਤੇ ਬ੍ਰਾਹਮਣ ਦੇ ਹੱਥ ਕੰਬ ਗਏ, ਰੰਗ ਪੀਲਾ ਜਿਹਾ ਹੋ ਗਿਆ, ਪੈਰਾਂ ਥੱਲੋਂ ਜ਼ਮੀਨ ਖਿਸਕਦੀ ਨਜ਼ਰ ਪਈ ਔਰ ਜਨੇਊ ਹੱਥ ਚੋਂ ਡਿੱਗ ਪਿਆ। ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਕਿ ਕੀ ਗੱਲ? ਤਾਂ ਬ੍ਰਾਹਮਣ ਕਹਿਣ ਲੱਗਾ, ਨਾਨਕ ਤੂੰ ਅਣਜਾਣ ਹੈ, ਬੱਚਾ ਹੈ, ਬੇਸਮਝ ਹੈ। ਜਨੇਊ ਪਾਉਣ ਦਾ ਔਰਤ ਨੂੰ ਅਧਿਕਾਰ ਨਹੀਂ ਹੈ, ਇਸਤਰੀ ਨੂੰ ਅਧਿਕਾਰ ਨਹੀਂ ਜਨੇਊ ਪਾਉਣ ਦਾ, ਸ਼ੂਦਰ ਨੂੰ ਅਧਿਕਾਰ ਨਹੀਂ, ਨਾ ਔਰਤ ਨੂੰ ਹੈ। ਹੁਣ ਇੱਥੇ ਮੈਂ ਥੋੜੀ ਜਿਹੀ ਬੇਨਤੀ ਜ਼ਰੂਰ ਕਰਾਂਗਾ ਕਿ ਔਰਤ ਦੇ ਨਾਲ ਕਿਤਨੀ ਬਦਸਲੂਕੀ ਕੀਤੀ ਗਈ ਹੈ, ਕਿਤਨੀ ਬੇਨਿਆਈ ਕੀਤੀ ਗਈ ਹੈ। ਪਿਛਲੇ ਇਤਿਹਾਸ ਨੂੰ ਵਾਚ ਕੇ ਵੇਖੋ ਕਿ ਜੇ ਔਰਤ ਦਾ ਪਤੀ ਮਰ ਜਾਏ ਤਾਂ ਉਹ ਪੁਨਰ ਵਿਆਹ ਨਹੀਂ ਸੀ ਕਰ ਸਕਦੀ, ਪਤੀ ਦੇ ਨਾਲ ਉਹਨੂੰ ਜਿੰਦਾ ਜਲਾਇਆ ਜਾਂਦਾ ਸੀ, ਜਿਸ ਨੂੰ ਸਤੀ ਦਾ ਨਾਮ ਦਿੱਤਾ ਜਾਂਦਾ ਸੀ। ਔਰਤ ਦੇ ਨਾਮ ਦੇ ਉੱਤੇ ਕੋਈ ਪ੍ਰੋਪਰਟੀ ਨਹੀਂ ਸੀ ਹੁੰਦੀ। ਔਰਤ ਜੋ ਕੰਮ ਆਦਿ ਕਰੇ ਤੇ ਉਹ ਸਾਰੀ ਇਨਕਮ ਵਗੈਰਾ ਸਭ ਕੁਝ ਮਨੁੱਖ ਦੀ ਸੀ। ਇਸ ਤੋਂ ਇਲਾਵਾ ਔਰਤ ਨੂੰ ਇੱਥੋਂ ਤੱਕ ਵੀ ਲਿਖ ਦਿੱਤਾ ਗਿਆ ਕਿ ਪੈਰ ਦੀ ਜੁੱਤੀ ਹੈ, ਕਿਸੇ ਨੇ ਇਸ ਨੂੰ ਬਘਿਆੜਨ ਔਰ ਕਿਸੇ ਨੇ ਇਸ ਨੂੰ ਨਰਕ ਦੁਆਰ ਤੇ ਕਿਸੇ ਨੇ ਇਸ ਨੂੰ ਚੈਤਨ ਮਾਇਆ ਕਿਹਾ। ਮਹਾਕਵੀ ਤੁਲਸੀਦਾਸ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ, ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ। ਕਿ ਢੋਲ ਵੀ, ਗਵਾਰ ਦਾ ਮਤਲਬ ਮੂਰਖ ਮਨੁੱਖ, ਪਾਗਲ ਵੀ, ਪਸ਼ੂ ਵੀ, ਅਖੌਤੀ ਸ਼ੂਦਰ ਵੀ ਔਰ ਔਰਤ ਵੀ, ਇਹਨਾਂ ਦੀ ਤਾੜਨਾ ਹੁੰਦੀ ਰਹਿਣੀ ਚਾਹੀਦੀ ਹੈ, ਇਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ ਹੈ, ਤਾੜਨਾ ਹੁੰਦੀ ਰਹਿਣੀ ਚਾਹੀਦੀ। ਢੋਲ ਗਵਾਰ ਸ਼ੂਦਰ ਨੂੰ ਜੇ ਡਗਾ ਵੱਜਦਾ ਰਵੇ ਤਾਂ ਠੀਕ। ਇੱਥੋਂ ਤੱਕ ਲਿਖ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬ੍ਰਾਹਮਣ ਨੇ ਕਿਹਾ ਕਿ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, हे ਬ੍ਰਾਹਮਣ ਦੇਵਤਾ, ਜੋ ਰਸਮ ਭੈਣ ਔਰ ਭਰਾ ਦੇ ਅੰਦਰ ਵਿਤਕਰਾ ਪਾਏ, ਇੱਕ ਨੂੰ ਪਵਿੱਤਰ ਤੇ ਦੂਜੇ ਨੂੰ ਅਪਵਿੱਤਰ ਦੱਸੇ, ਇੱਕ ਨੂੰ ਪੈਰ ਦੀ ਜੁੱਤੀ ਤੇ ਦੂਜੇ ਨੂੰ ਸਿਰ ਦੀ ਪੱਗ ਦੱਸੇ, ਜੋ ਵਿਤਕਰੇ ਪਾਏ, ਮੈਂ ਉਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ। ਤੇ ਗੁਰੂ ਜੀ ਨੇ ਪਾਵਨ ਬਚਨ ਵੀ ਕੀਤਾ ਹੈ ਨਾ, ਭੰਡ ਨਿੰਮੀਆਂ ਭੰਡ ਜੰਮੀਆਂ, ਭੰਡ ਮੰਗਣ ਵਿਆਹ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਕਿ ਇਸ ਔਰਤ ਦੇ ਅੰਦਰ ਹੀ ਬੰਦਾ ਨਿਮਦਾ ਹੈ, ਔਰਤ ਦੇ ਪੇਟ ਵਿੱਚ ਹੀ ਵੱਡਾ ਹੁੰਦਾ ਹੈ, ਜਨਮ ਲੈਂਦਾ ਹੈ ਔਰਤ ਤੋਂ, ਔਰਤ ਦਾ ਦੁੱਧ ਪੀ ਕੇ ਪਲਦਾ ਹੈ, ਔਰਤ ਦੇ ਨਾਲ ਹੀ ਮੰਗਣੀ ਹੁੰਦੀ ਹੈ, ਔਰਤ ਦੇ ਨਾਲ ਹੀ ਵਿਆਹ ਹੁੰਦਾ ਹੈ। ਜੇ ਔਰਤ ਮਰ ਜਾਏ ਫਿਰ ਦੂਜੀ ਔਰਤ ਨਾਲ ਸ਼ਾਦੀ ਕਰਾਉਂਦਾ ਹੈ। ਔਰਤ ਦੇ ਨਾਲ ਹੀ ਇਹ ਸਾਰੇ ਰਿਸ਼ਤੇ ਨਾਤੇ ਚੱਲਦੇ ਨੇ, ਔਰਤ ਦੇ ਨਾਲ ਹੀ ਕੁੱਲਾਂ ਚੱਲਦੀਆਂ ਨੇ, ਔਰਤ ਦੇ ਨਾਲ ਇਹ ਸ੍ਰਿਸ਼ਟੀ ਚੱਲ ਰਹੀ ਹੈ। ਫਿਰ ਉਸ ਔਰਤ ਨੂੰ ਕਿਉਂ ਮਾੜਾ ਕਿਹਾ ਜਾਏ ਜਿਸ ਔਰਤ ਨੇ ਮਹਾਨ ਵੱਡੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ ਹੈ। ਜੇ ਔਰਤ ਨਾ ਹੋਵੇ ਤੇ ਸ੍ਰਿਸ਼ਟੀ ਚੱਲ ਨਹੀਂ ਸਕਦੀ। ਇਸ ਲਈ ਔਰਤ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ, ਇਸ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਆਪ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਧਰਮ ਗ੍ਰੰਥ ਦੇਖੋਗੇ ਜਿਸ ਦੇ ਅੰਦਰ ਔਰਤ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ ਔਰ ਔਰਤ ਨੂੰ ਰੱਬ ਦਾ ਰੂਪ ਕਿਹਾ ਹੈ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ, ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ।
और नाल उपदेश दिता कि मैनू ऐसे जनेऊ की जरूरत है जो एक ते इन्हां वितकरियां नू खत्म करे, संसार दे अंदर एक सुरता पैदा करे और जो मनुख दे नाल हर वक्त रहे, आत्मक जिंदगी दे सके, इंसान दे अंदर इंसानियत पैदा कर सके, जो सानू रब तक पहुंचा देवे, जो आत्मक जीवन बख्शिश करे, वो जनेऊ चाहिए। गुरुदेव पातशाह हुण बचन करदे ने कि केड़ा जनेऊ है, दया कपा संतोख सूत जत गंढी सतवट। जिवें कपाह तो सूत्र कत के धागा बना के जनेऊ बनाया जाता है, तो गुरु जी कहते ने दया की कपाह चाहिए है, जिंदगी दे अंदर दया चाहिए ते सूत चाहिए है संतोख दा। देखो जिथे दया होएगी उथे धर्म पैदा होएगा, धौल धर्म दया का पूत। जिथे दया है उथे धर्म का जन्म होएगा, जिथे दया नहीं उथे धर्म भी पैदा नहीं होगा। इसलिए गुरु जी कहते ने दया कपा, दया होनी चाहिए बंदे दे मन विच, संतोख दा सूत्र होना चाहिए। जे मनुख दे मन विच संतोख नहीं तो कदे भी शांत नहीं रहेगा। ए ब्राह्मण तेरे मन विच ते दया ही नहीं है, तू ते औरत नूं पैर दी जुत्ती कह रहा है, तू शूदर नूं दुरकार रहा है। इस संसार दे अंदर उदों भी दया की लोड़ सी ते अज भी दया की लोड़ है। किवें अज एक निक्की जी होर मैं आपदे नाल गल सांझी करा कि दो मजदूर जा रहे ने पति पत्नी अपने पिंड नूं, अपना समान चुक्या होया है, नाल औरत ने बच्चा चुक्या होया है, भुखे ने। रास्ते दे विच पुलिस ने रोकया है, रुको किधर जा रहे हो? ते वो बंदा बड़े प्यार दे नाल अपना समान थल्ले रख दिंदा है ते कहंदा है महाराज असीं रुक जावांगे, सानू मारियो ना, असीं रुक जावांगे, ਅਸੀਂ ਇੱਥੇ ਹੀ रुक जांगे। वो समान रख लेंदा, कहंदे ਅਸੀਂ ਇੱਥੇ ही रुक जांगे, ਇੱਥੇ कहोगे ਤੇ ਇੱਥੇ ही रुके रवांगे, सानू कोई प्रॉब्लम नहीं है। ਤੇ ਉਹ ਕਹਿਣ ਲੱਗੇ ਤੁਸੀਂ ਭੁੱਖੇ ਹੋ, ਤੁਹਾਡਾ ਬੱਚਾ ਭੁੱਖਾ ਹੈ। ਕਹਿਣ ਲੱਗੇ ਅਸੀਂ ਆਪਣੇ ਪਿੰਡ ਜਾ ਰਹੇ ਹਾਂ, ਕਿੰਨੀ ਦੂਰ ਜਾਣਾ ਹੈ? ਕਹਿਣ ਲੱਗੇ ਅਸੀਂ 100 ਕਿਲੋਮੀਟਰ ਤੁਰ ਕੇ ਆ ਗਏ ਹਾਂ ਤੇ 70 ਕਿਲੋਮੀਟਰ ਹੋਰ ਜਾਣਾ ਹੈ। ਕਹਿਣ ਲੱਗੇ ਤੁਹਾਡਾ ਬੱਚਾ, ਅਸੀਂ ਇਸ ਬੱਚੇ ਨੂੰ ਪਿੰਡ ਤੱਕ ਪਹੁੰਚਾਣਾ ਹੈ, ਬੱਚਾ ਭੁੱਖਾ ਹੈ। ਉਹ ਕਹਿਣ ਲੱਗੇ ਨਹੀਂ ਨਹੀਂ ਸਾਡਾ ਬੱਚਾ ਭੁੱਖਾ ਨਹੀਂ, ਬਿਲकुल भी भुखा नहीं, ये बच्चा तो जी मर चुका है, इस मरे बच्चे की लाश चुक के जा रहे हैं। और किवें वो औरत लैके बह जाती ते बच्चा तिलक जाता है। यानी अज आ करोना वायरस करके सरकारां नूं की कुछ करना चाहिए सी, है ना दया की लोड़। कल मैं आप नाल सांझी कीती सी विचार कि एक बंदा मरा होया कुत्ता सड़क दे उत्तों खाण लई मजबूर है। ये दया मन दे अंदर चाहिए है, जे दया नहीं तो समझ लेना इंसानियत उस दिन खत्म हो जाती है जो बंदे दे अंदरों दया मुक जाए। जो किसी नीवा, किसी औरत नूं पैर की जुत्ती कहन लग जाए तो अंदरों समझ लो दया मुक गई। किन्ने लोग ने जो फुटपाथां ते बैठे ने, किन्ने लोग ने जिन्हां दे कोल पान लई वस्त्र, खाण लई भोजन नहीं। दया चाहिए है ना, संतोख सूत, जिंदगी अंदर संतोख चाहिए। संतोखी मनुख ही किसी नूं कुछ दे पाएगा ते जिसका अपना ही पेट नहीं भरिया वो ते लोकां दे हक खा जाएगा। और कई लोग इन्ने भुखे हुंदे ने, इन्ने भुखे हुंदे ने, दूजियां दी इज्जत भी खा जांदे ने, दूजियां दीयां भावनावां भी खा जांदे। संतोख चाहिए जिंदगी च। जत गंढी, जो जनेऊ नूं गंढां दित्तियां ने ना, जत दी गंढ होनी चाहिए है। इंद्रियां दे उत्ते कंट्रोल होना चाहिए है, जबान ते कंट्रोल। जे 70-80 किलो शरीर संभालन दी बजाए बंदा अपनी 50 ग्राम की जबान दे उत्ते कंट्रोल कर लवे, इहदियां बहुत समस्यावां हल हो जाण। जे बंदा अपनियां नज़रां दे उत्ते कंट्रोल कर लवे, हर धी भैन नूं धी भैन दी तरह वेखे, अपने हत्थां दे उत्ते कंट्रोल कर लवे, बेगाने हक ना खाए, नशे आदिक ना वरते, ये गंढ होनी चाहिए है। 7 वट, 7 दे वट चाड़े हुए ने, उच्चा आचरण, जिंदगी दे अंदर सच्चाई होवे, उच्चा आचरण होवे। यह जनेऊ जी का है तां पांडे घत, ये जिंद दा जनेऊ है।
ਆਤਮਕ ਜੀਵਨ ਦਾ ਜਨੇਊ ਹੈ। ਜੇ ਤੇਰੇ ਕੋਲ ਇਹ ਹੈ ਤੇ ਮੈਨੂੰ ਪਾ ਦੇ, ਮੈਂ ਪਾਣ ਲਈ ਤਿਆਰ। ਜੇ ਇਹ ਹੈ ਤਾਂ ਪਾ ਦੇ, ਮੈਂ ਪਾਣ ਲਈ ਤਿਆਰ ਹਾਂ। ਇਹਨਾਂ ਗੁਣਾਂ ਦੇ ਜਨੇਊ ਦੇ ਨਾਲ ਜ਼ਿੰਦਗੀ ਦੇ ਅੰਦਰ ਆਤਮਕ ਜੀਵਨ ਪੈਦਾ ਹੋਏਗਾ। ਤੇ ਜੇ ਇਹ ਗੁਣ ਨਹੀਂ ਤਾਂ ਬਾਹਰ ਦੇ ਜੋ ਧਾਰਮਿਕ ਚਿੰਨ੍ਹ ਨੇ ਉਹ ਵਿਅਰਥ ਨੇ, ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਦੇ ਨੇ। ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਗੱਲ ਇੱਕ ਦੇ ਨਾਲ ਕੀਤੀ ਜਾ ਰਹੀ ਹੈ ਤੇ ਗੁਰਬਾਣੀ ਸਰਬ ਸਾਂਝੀ ਹੈ। ਸਾਖੀ ਮਹਾਂਪੁਰਖ ਬੋਲਦੇ ਪਰਥਾਏ ਸਾਂਝੀ ਸਗਲ ਜਹਾਨ ਹੈ। ਕਿ ਧਾਰਮਿਕ ਚਿੰਨ੍ਹ ਪਾਏ ਹੋਏ ਫਿਰ ਵਿਅਰਥ ਹੋ ਜਾਣਗੇ ਜੇਕਰ ਇਹ ਗੁਣ ਨਹੀਂ ਹਨ। ਅਗਲਾ ਬਚਨ ਕਰਦੇ ਨੇ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਇਹ ਜਿਹੜਾ ਗੁਣਾਂ ਦਾ ਜਨੇਊ ਹੈ ਨਾ, ਉੱਚਾ ਆਚਰਣ, ਦਇਆ, ਸੰਤੋਖ, ਸੱਚਾਈ, ਨਾ ਤੇ ਇਹ ਜਨੇਊ ਟੁੱਟਦਾ, ਨਾ ਹੀ ਇਹਨਾਂ ਗੁਣਾਂ ਨੂੰ ਅੱਗ ਸਾੜ ਸਕਦੀ ਹੈ, ਨਾ ਇਹਨਾਂ ਗੁਣਾਂ ਨੂੰ ਚੁਰਾਇਆ ਜਾ ਸਕਦਾ ਹੈ, ਖਤਮ ਨਹੀਂ ਹੁੰਦਾ, ਇਹ ਸदैव। ਔਰ ਇਹਨਾਂ ਗੁਣਾਂ ਰਾਹੀਂ ਜ਼ਿੰਦਗੀ ਦੇ ਅੰਦਰ ਸदैव ਖੁਸ਼ੀ ਪੈਦਾ ਹੋਏਗੀ। ਜੇ ਤੇਰੇ ਕੋਲ ਹੈ ਤੇ ਮੈਂ ਪਾਣ ਲਈ ਤਿਆਰ ਹਾਂ। ਇਹ ਜਿੰਦ ਦਾ ਜਨੇਊ ਹੈ। ਇਹਨਾਂ ਗੁਣਾਂ ਨੂੰ ਅੰਤਰ ਆਤਮੇ ਧਾਰਨ ਕਰਨਾ ਹੈ, ਆਪਣੀ ਮਾਨਸਿਕਤਾ ਦੇ ਵਿੱਚ ਵਸਾਣਾ ਹੈ, ਚਿੱਤ ਦੇ ਅੰਦਰ ਵਸਾਣਾ ਹੈ, ਸੁਰਤ ਦੇ ਅੰਦਰ ਵਸਾਣਾ ਹੈ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਗੁਰੂ ਨਾਨਕ ਦੇਵ ਕਹਿੰਦੇ ਨੇ, ਪਿਆਰਿਓ, ਸਾਰਿਆਂ ਨੂੰ ਸੁਣਾ ਕੇ ਕਹਿ ਰਹੇ ਨੇ ਕਿ ਉਹ ਬੰਦੇ ਧੰਤਾ ਯੋਗ ਨੇ ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ ਵਿੱਚ ਪਾਇਆ ਹੋਇਆ ਹੈ, ਜਿਨ੍ਹਾਂ ਨੇ ਇਹ ਗੁਣ ਧਾਰਨ ਕੀਤੇ ਹੋਏ ਨੇ। ਉਹ ਲੋਕ ਇਸਤਰੀਆਂ ਪੁਰਸ਼ ਧੰਤਾ ਯੋਗ। ਤੇ ਇਹ ਜਿਹੜੇ ਗੁਣ ਨੇ ਇਹ ਸਾਂਝੇ ਨੇ। ਇਹਨਾਂ ਨੂੰ ਬ੍ਰਾਹਮਣ ਵੀ ਧਾਰਨ ਕਰ ਸਕਦਾ ਹੈ, ਖੱਤਰੀ ਵੀ ਧਾਰਨ ਕਰ ਸਕਦਾ ਹੈ, ਸ਼ੂਦਰ ਵੀ ਧਾਰਨ ਕਰ ਸਕਦਾ ਹੈ, ਵੈਸ਼ੇ ਵੀ ਧਾਰਨ ਕਰ ਸਕਦਾ ਹੈ, ਇਸਤਰੀ ਵੀ ਧਾਰਨ ਕਰ ਸਕਦੀ ਹੈ, ਬੱਚੀ ਬੱਚਾ ਕੋਈ ਵੀ ਹੈ। ਇਹ ਸਰਬ ਸਾਂਝੇ ਗੁਣ ਨੇ। ਇਹ ਹਰ ਥਾਂ ਦੇ ਉੱਤੇ, ਹਰ ਦੇਸ਼ ਦੇ ਵਿੱਚ ਧਾਰਨ ਕੀਤੇ ਜਾ ਸਕਦੇ ਨੇ। ਹਰ ਰੰਗ, ਹਰ ਆਕਾਰ, ਹਰ ਉਮਰ ਦਾ ਵਿਅਕਤੀ ਇਹਨਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਆਤਮਕ ਜ਼ਿੰਦਗੀ ਜੀ ਸਕਦਾ ਹੈ, ਅੰਦਰ ਜ਼ਮੀਰ ਪੈਦਾ ਹੋ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਚੌਕੜ ਮੁੱਲ ਅਣਾਇਆ। ਚੌਕੜ ਦਾ ਮਤਲਬ 4 ਕੌਡੀਆਂ ਦਾ। 4 ਕੌਡੀਆਂ ਦਾ ਧਾਗਾ ਮੁੱਲ ਲਿਆਂਦਾ। ਅਣਾਇਆ ਦਾ ਮਤਲਬ ਉਹਨੂੰ ਮੰਗਵਾਇਆ, ਅਣਾਇਆ ਦਾ ਮਤਲਬ ਮੰਗਵਾਇਆ। ਬਹਿ ਚੌਕੇ ਪਾਇਆ, ਔਰ ਚੌਕੇ ਦੇ ਅੰਦਰ ਬਹਿ ਕੇ ਤੇ ਗਲ ਦੇ ਵਿੱਚ ਪਾ ਦਿੱਤਾ। 4 ਕੌਡੀਆਂ ਦਾ ਧਾਗਾ ਮੰਗਾ ਕੇ ਚੌਕੇ ਦੇ ਅੰਦਰ ਬਹਿ ਕੇ ਸਾਰਿਆਂ ਦੇ ਸਾਹਮਣੇ ਤੇ ਬ੍ਰਾਹਮਣ ਨੇ ਜਨੇਊ ਗਲ ਦੇ ਵਿੱਚ ਪਾ ਦਿੱਤਾ। ਅਗਲਾ ਬਚਨ ਕਰਦੇ ਨੇ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਇਹਨੂੰ ਸਿੱਖਾ ਨਹੀਂ ਪੜਨਾ, ਸਿੱਖਾ ਬਿੰਦੀ ਤੋਂ ਬਿਨਾ। ਸਿੱਖਾ ਦਾ ਮਤਲਬ ਸਿੱਖਿਆ। ਕੰਨ ਚੜਾਈਆ, ਕੰਨ ਦੇ ਨਨ ਨਾਲ ਸਿਹਾਰੀ, ਕੰਨ ਵਿੱਚ ਚੜਾਈਆ ਦਾ ਮਤਲਬ ਚੜਾ ਦਿੱਤੀ, ਬੋਲ ਦਿੱਤੀ। ਬ੍ਰਾਹਮਣ ਨੇ ਸਾਰਿਆਂ ਦੇ ਸਾਹਮਣੇ ਗਲੇ ਵਿੱਚ ਜਨੇਊ ਪਾ ਦਿੱਤਾ, ਕੰਨ ਦੇ ਵਿੱਚ ਸਿੱਖਿਆ ਬੋਲ ਦਿੱਤੀ, ਗੁਰ ਬ੍ਰਾਹਮਣ ਥੀਆ, ਤੇ ਨਾਲ ਅੱਜ ਤੋਂ ਤੇਰਾ ਗੁਰੂ ਜਿਹੜਾ ਹੈ ਉਹ ਬ੍ਰਾਹਮਣ ਬਣ ਗਿਆ। ਹਰ ਕਾਰਜ ਹੁਣ ਉਸ ਪੁਜਾਰੀ ਤੋਂ ਪੁੱਛ ਕੇ ਕਰਨਾ। ਸਿੱਖਿਆ ਦੇ ਦਿੱਤੀ ਕੰਨ ਦੇ ਵਿੱਚ ਕਿ ਤੂੰ ਇਹ ਕਰਮ ਕਰਨੇ ਨੇ, ਔਰ ਤੇਰਾ ਗੁਰੂ ਜਿਹੜਾ ਹੈ ਅੱਜ ਤੋਂ ਲੈ ਕੇ ਪੁਜਾਰੀ ਹੈ। ਹੁਣ ਗੁਰੂ ਜੀ ਕਹਿੰਦੇ ਨੇ, ਉਹ ਮੂਆ, ਉਹ ਝੜ ਪਿਆ, ਵੀ ਤੱਗਾ ਗਿਆ। ਇਹ ਬ੍ਰਾਹਮਣ ਦੀ ਵਿਚਾਰਧਾਰਾ ਹੁਣ ਦੱਸਦੇ ਨੇ ਕਿ ਤੂੰ ਕਹਿੰਦਾ ਕਿ ਇਹ ਜਨੇਊ ਤੇਰਾ ਧਰਮ ਰੱਖੇਗਾ, ਤੈਨੂੰ ਅੱਗੇ ਦਰਗਾਹ ਦੇ ਅੰਦਰ ਥਾਂ ਮਿਲੇਗੀ, ਦਰਗਾਹ ਵਿੱਚ ਥਾਂ ਮਿਲੇਗੀ, ਸਵਰਗ ਵਿੱਚ ਜਾਏਗਾ। ਤੇ ਗੁਰੂ ਜੀ ਕਹਿੰਦੇ ਨੇ, ਉਹ ਜਨੇਊ ਜਿਸ ਨੇ ਪਾਇਆ ਉਹ ਮਰ ਗਿਆ, ਉਹ ਮੂਆ, ਉਹ ਝੜ ਪਿਆ, ਤੇ ਉਹ ਜਿਹੜਾ ਜਨੇਊ ਸੀ ਉਹ ਝੜ ਗਿਆ, ਅੱਗ ਦੇ ਨਾਲ ਸੜ ਗਿਆ। ਵੇ ਤੱਗਾ ਗਿਆ। ਤੇ ਜਿਹੜੀ ਜਿੰਦ ਸੀ ਜਿਹਨੂੰ ਤੂੰ ਕਹਿੰਦਾ ਆਤਮਾ ਕਿ ਅੱਗੇ ਜਿਹਨੂੰ ਸਵਰਗ ਦੇ ਵਿੱਚ ਜਾਣਾ ਹੈ, ਉਹ ਤੇ ਬੇਤੱਗ ਹੀ ਗਿਆ, ਉਹ ਤੇ ਜਨੇਊ ਤੋਂ ਬਿਨਾਂ ਹੀ ਗਿਆ। ਜਨੇਊ ਨੇ ਧਰਮ ਰੱਖਣਾ ਸੀ, ਜਨੇਊ ਨੇ ਸਵਰਗ ਵਿੱਚ ਪਹੁੰਚਾਣਾ ਸੀ। ਬ੍ਰਾਹਮਣ ਕਹਿੰਦਾ ਨਾ ਕਿ ਅੱਗੇ ਨਰਕ ਹੈ, ਸਵਰਗ ਹੈ, ਪੁਜਾਰੀ ਕਹਿੰਦੇ ਨੇ। ਹੁਣ ਪੁਜਾਰੀ ਦੇ ਮੁਤਾਬਕ ਜਨੇਊ ਨੇ ਪਹੁੰਚਾਣਾ ਸੀ ਸਵਰਗ ਵਿੱਚ,
ਤੇ ਜਨੇਊ ਇੱਥੇ ਹੀ ਸੜ ਗਿਆ, ਤੇ ਜਿੰਦ ਤੇ ਬਿਨਾਂ ਜਨੇਊ ਤੋਂ ਗਈ ਨਾ, ਫਿਰ ਉਹਦਾ ਕੀ ਹਾਲ ਹੋਏਗਾ? ਸਵਰਗ ਵਿੱਚ ਕਿਵੇਂ ਵੜੇਗਾ ਬਿਨਾਂ ਉਤੋਂ ਜਨੇਊ? ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਤੁਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਓ ਨਾ, ਫਿਰ ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਮਰਨ ਤੋਂ ਬਾਅਦ ਸਵਰਗ ਵਿੱਚ ਜਾਵਾਂਗਾ। ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ, ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ। ਤੇ ਜੇ ਤੁਸੀਂ ਗੁਣਾਂ ਦੇ ਧਾਰਨੀ ਨਹੀਂ, ਫਿਰ ਜਿੰਨੇ ਮਰਜ਼ੀ ਧਾਰਮਿਕ ਪਹਿਨਾਵੇ ਪਹਿਨ ਲਓ, ਧਾਰਮਿਕ ਚਿੰਨ੍ਹ ਧਾਰਨ ਕਰ ਲਓ, ਜੇ ਗੁਣਾਂ ਦੇ ਧਾਰਨੀ ਨਹੀਂ ਤਾਂ ਇਹ ਜ਼ਿੰਦਗੀ ਨਰਕ ਬਣ ਜਾਏਗੀ। ਔਰ ਦੇਖੋ, ਇੱਕ ਸੱਚਾਈ ਹੈ, ਧਾਰਮਿਕ ਦੁਨੀਆ ਵੱਲ ਇੱਕ ਝਾਤ ਮਾਰ ਕੇ ਵੇਖੋ। ਮੈਂ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ, ਟੋਟਲ ਜਿੰਨੇ ਵੀ ਧਰਮ ਮਜ਼ਹਬ ਨੇ, ਇੱਕ ਝਾਤ ਮਾਰ ਕੇ ਵੇਖੋ। ਕਰੀਬ 17% ਜਾਂ 27% ਲੋਕ ਕਹਿੰਦੇ ਨੇ ਨਾਸਤਕ ਨੇ, ਜਿਹੜੇ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜੋ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ। 17 ਮੰਨ ਲਓ, 27 ਮੰਨ ਲਓ, ਜਿੰਨੇ ਮਰਜ਼ੀ। ਇਹਦਾ ਮਤਲਬ 80-85% ਲੋਕ ਧਾਰਮਿਕ ਨੇ, ਜੋ ਰੱਬ ਵਿੱਚ ਔਰ ਧਰਮ ਵਿੱਚ ਵਿਸ਼ਵਾਸ ਰੱਖਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਫਿਰ ਦੁਨੀਆ ਦੇ ਵਿੱਚ 80-85% ਚੰਗਿਆਈਆਂ ਚਾਹੀਦੀਆਂ ਨੇ। 80-85% ਲੋਕਾਂ ਵਿੱਚ ਦਇਆ ਚਾਹੀਦੀ ਹੈ, ਸੰਤੋਖ ਚਾਹੀਦੀ ਹੈ। 80-85% ਲੋਕ ਰੱਬ ਵਰਗੇ ਹੋਣੇ ਚਾਹੀਦੇ ਨੇ। ਤੇ ਕੀ ਖਿਆਲ ਹੈ ਮੇਰੀ ਉਹ ਭੈਣੋ ਤੇ ਵੀਰੋ, 85% ਕਿਵੇਂ ਦੇ ਨੇ ਲੋਕ? ਮੰਦਰਾਂ ਵਿੱਚ ਹਿੰਦੂ ਵੀਰ ਲੜ ਰਹੇ ਨੇ, ਮਸੀਤਾਂ ਵਿੱਚ ਮੁਸਲਮਾਨ ਲੜ ਰਹੇ ਨੇ, ਸਿੱਖ ਗੁਰਦੁਆਰਿਆਂ ਵਿੱਚ ਲੜ ਰਹੇ ਨੇ, ਈਸਾਈ ਗਿਰਜਿਆਂ ਵਿੱਚ ਲੜ ਰਹੇ ਨੇ। ਇੱਕ ਧਰਮ ਦੂਜੇ ਧਰਮ ਨਾਲ ਲੜ ਰਿਹਾ ਹੈ। ਇੱਕ ਹੀ ਧਰਮ ਦੇ ਮੰਨਣ ਹਾਰੇ ਆਪਣੇ ਹੀ ਧਰਮ ਨੂੰ ਮੰਨਣ ਵਾਲਿਆਂ ਦੇ ਨਾਲ ਲੜ ਰਹੇ ਨੇ। ਤੇ ਫਿਰ ਧਰਮ ਕਿੱਧਰ ਗਿਆ? ਇਹ ਜ਼ਿੰਦਗੀ ਨਰਕ ਬਣ ਗਈ ਨਾ। ਧਰਮੀ ਅਖਵਾਨ ਵਾਲਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ, ਔਰ ਕੱਲੀ ਉਹਨਾਂ ਦੀ ਆਪਣੀ ਨਹੀਂ ਬਣੀ ਹੋਈ, ਉਹਨਾਂ ਲੋਕਾਂ ਨੇ ਦੂਜਿਆਂ ਦੀ ਜ਼ਿੰਦਗੀ ਵੀ ਨਰਕ ਬਣਾਈ ਹੋਈ ਹੈ। ਆ ਨਰਕ ਸਵਰਗ ਦੇ ਝਮੇਲੇ, ਭੂਤਾਂ ਪ੍ਰੇਤਾਂ ਦੇ ਝਮੇਲੇ, ਟੂਣੇ ਤਵੀਤਾਂ ਦੇ ਝਮੇਲੇ, ਮੰਤਰਾਂ ਜੰਤਰਾਂ ਦੇ ਝਮੇਲੇ ਅਖੌਤੀ ਧਾਰਮਿਕ ਲੋਕਾਂ ਨੇ ਪਾਏ ਨੇ ਨਾ ਬਹੁਤਿਆਂ ਨੂੰ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜੇ ਤੁਸੀਂ ਗੁਣਾਂ ਦੇ ਧਾਰਨੀ ਹੋ ਕੇ ਜੀਂਦੇ ਹੋ, ਚਾਹੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ ਕੋਈ ਵੀ ਹੈ, ਇਹ ਜ਼ਿੰਦਗੀ ਹੀ ਸਵਰਗ ਬਣ ਜਾਏਗੀ। ਅਗਲਾ ਵਚਨ ਕਰਦੇ ਕਿ ਧਾਰਮਿਕ ਚਿੰਨ੍ਹ ਵੀ ਪਾਏ ਹੋਏ ਨੇ, ਜਨੇਊ ਵੀ ਪਾਇਆ। ਹੋਰ ਧਰਮ ਦੇ ਲੋਕਾਂ ਨੇ ਆਪਣੇ ਆਪਣੇ ਧਰਮ ਦੇ ਚਿੰਨ੍ਹ ਪਾਏ ਨੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ। ਬੰਦਾ ਲੱਖਾਂ ਚੋਰੀਆਂ ਕਰਦਾ, ਲੱਖਾਂ ਚੋਰੀਆਂ ਕਰਦਾ। ਦੇਖੋ, ਤੁਸੀਂ YouTube ਦੇ ਉੱਤੇ ਪਾਓ ਗੋਲਕ ਚੋਰ, ਗੋਲਕ ਚੋਰ, ਤੁਹਾਨੂੰ ਗੁਰਦੁਆਰਿਆਂ ਦੇ ਵਿੱਚ ਗੋਲਕ ਦੇ ਵਿੱਚੋਂ ਪੈਸੇ ਕੱਢਦੇ ਹੋਏ ਬੰਦਾ ਦੀਆਂ ਵੀਡੀਓ ਦਿਸ ਜਾਣਗੀਆਂ। YouTube ਤੇ ਪਾ ਕੇ ਦੇਖ ਲਿਓ ਗੋਲਕ ਚੋਰ। ਪੈਸੇ ਗਿਣਦੇ ਹੋਏ ਲੋਕ ਚੋਰੀ ਕਰਦੇ ਹੋਏ ਦਿਸ ਜਾਣਗੇ। ਆਮ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਉਦੋਂ ਸ਼੍ਰੋਮਣੀ ਕਮੇਟੀ ਦੇ ਵੀ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਇੱਕ ਪਾਰਟੀ ਦੂਜੀ ਦੇ ਉੱਤੇ ਇਲਜ਼ਾਮ ਲਾਉਂਦੀ ਹੈ ਨਾ, ਇਹ ਗੋਲਕ ਚੋਰ ਨੇ, ਪੈਸਾ ਗੁਰੂ ਘਰਾਂ ਦਾ ਖਾ ਗਏ। ਦੂਜੇ ਉਹ ਕਹਿੰਦੇ ਨੇ ਤੁਸੀਂ ਖਾ ਗਏ। ਇਹਦਾ ਮਤਲਬ ਪ੍ਰੋਬਲਮ ਹੈ ਨਾ ਧਾਰਮਿਕ ਦੁਨੀਆ ਵਿੱਚ। ਇਟ ਮੀਨਸ ਕਿ ਜੋ ਧਰਮ ਅਸਥਾਨ ਨੇ ਉੱਥੇ ਵੀ ਚੋਰੀ ਦਾ ਖਤਰਾ ਬਣਿਆ ਹੋਇਆ ਹੈ। ਉੱਥੇ ਵੀ ਖਾਤਿਆਂ ਦੇ ਅੰਦਰ ਘਪਲਾ ਵੇਖਿਆ ਜਾ ਸਕਦਾ ਹੈ, ਕਿਉਂਕਿ ਸਾਰੇ ਲੋਕ ਇਮਾਨਦਾਰ ਨਹੀਂ ਨਾ ਹੁੰਦੇ। ਬਹੁ ਗਿਣਤੀ ਦੀ ਗੱਲ ਹੈ, ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਬਹੁ ਗਿਣਤੀ ਦੀ ਗੱਲ ਹੈ। ਲੱਖ ਚੋਰੀਆਂ, ਲੱਖਾਂ ਚੋਰੀਆਂ ਹੋ ਰਹੀਆਂ ਨੇ। ਲੱਖ ਜਾਰੀਆਂ, ਜਾਰੀਆਂ ਦਾ ਮਤਲਬ ਹੁੰਦਾ ਹੈ ਕਰੈਕਟਰਲੈਸ ਹੋਣਾ, ਆਚਰਨਹੀਨ ਹੋਣਾ। ਧਾਰਮਿਕ ਪਹਿਨਾਵੇ ਪਹਿਨਣ ਵਾਲੇ ਲੋਕ ਧਰਮ ਦੀ ਦੁਨੀਆ ਦੇ ਵਿੱਚ ਬੜੀਆਂ ਵੱਡੀਆਂ ਹਸਤੀਆਂ ਕਹਿਵਾਨ ਵਾਲੇ ਲੋਕ, ਉਹਨਾਂ ਦੇ ਪਰ ਇਸਤਰੀਆਂ ਦੇ ਨਾਲ ਸੰਬੰਧ ਅਖਬਾਰਾਂ ਦੇ ਵਿੱਚ ਛਪ ਜਾਂਦੇ ਨੇ। ਆ ਦੇਖ ਲਓ, ਜੇਲ੍ਹ ਦੇ ਵਿੱਚ ਬੈਠੇ ਨੇ। ਪਿੱਛੇ ਇੱਕ ਗੱਲ ਵੀ ਹੋਈ ਸੀ, ਕਹਿਣ ਲੱਗੇ ਉਸ ਦੇਸ਼ ਨੂੰ ਕੋਈ ਵਿਸ਼ਵ ਗੁਰੂ ਹੋਣ ਤੋਂ ਨਹੀਂ ਰੋਕ ਸਕਦਾ ਜਿਸ ਦੀਆਂ ਜੇਲ੍ਹਾਂ ਦੇ ਵਿੱਚ ਵੀ ਸੰਤ ਮਹਾਂਪੁਰਸ਼ ਨੇ, ਤੇ ਉਹ ਵੀ ਔਰਤਾਂ ਦੇ ਨਾਲ ਨਜਾਇਜ਼ ਸੰਬੰਧ ਵਿੱਚ। ਲੱਖ ਚੋਰੀਆਂ, ਲੱਖ ਜਾਰੀਆਂ। ਹੁਣ ਦੇਖੋ, 85% ਜਾਂ 80% ਲੋਕ ਧਾਰਮਿਕ ਨੇ, ਤੇ ਸਾਡੇ ਦੇਸ਼ ਵਿੱਚ ਅਖਬਾਰਾਂ ਜਦੋਂ ਪੜ੍ਹਦੇ ਹਾਂ,
ਸ਼ਰਮ ਦੇ ਨਾਲ ਬੰਦਾ ਪਾਣੀ ਪਾਣੀ ਹੋ ਜਾਂਦਾ ਹੈ ਕਿ 2 ਜਾਂ 2.5 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ, ਜਿਸ ਨੂੰ ਆਪਣੀ ਜ਼ਿੰਦਗੀ ਦਾ ਵੀ ਨਹੀਂ ਪਤਾ, ਜਿਹਨੂੰ ਇਹ ਵੀ ਨਹੀਂ ਪਤਾ ਕਿ ਬੰਦਾ ਕੌਣ ਹੁੰਦਾ ਹੈ ਤੇ ਔਰਤ ਕੌਣ ਹੁੰਦੀ, ਔਰ ਕਿਸ ਕਦਰ ਨੌਜਵਾਨ ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕਿੰਨੀ ਬੇਦਰਦ ਮੌਤ ਦਿੱਤੀ ਜਾਂਦੀ ਹੈ। ਨਿਰਭਇਆ ਕਾਂਡ ਤੇ ਹੋਰ ਕਈ ਕੁਛ ਹੋਇਆ ਹੈ ਨਾ, ਲੇਕਿਨ ਉਹ ਲੋਕ ਧਰਮ ਵਿੱਚ ਵਿਸ਼ਵਾਸ ਰੱਖਦੇ ਨੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਕੂੜੀਆਂ ਦਾ ਮਤਲਬ ਝੂਠ, ਲੱਖਾਂ ਲੋਕ ਝੂਠ ਬੋਲਦੇ ਨੇ, ਲੱਖਾਂ ਝੂਠ ਬੋਲ ਰਹੇ ਨੇ, ਲੱਖ ਗਾਲ, ਗਾਲ ਦਾ ਮਤਲਬ ਗਾਲਾਂ, ਲੱਖਾਂ ਗਾਲਾਂ ਕੱਢ ਰਹੇ ਨੇ। ਆ ਵੇਖੋ ਜਦੋਂ ਕਿਤੇ ਲੜਾਈ ਹੁੰਦੀ ਆ ਆਪਣਿਆਂ ਬੰਦਿਆਂ ਦੀ, ਕਿੰਨੀ ਵੱਡੀ ਤੋਂ ਵੱਡੀ ਗਾਲ ਵਾਈ ਜਾਂਦੀ ਹੈ, ਲੇਕਿਨ ਧਾਰਮਿਕ ਅਖਬਾਰ ਨੇ। ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਹੇ ਬ੍ਰਾਹਮਣ ਦੇਵਤਾ, ਬੰਦੇ ਨੇ ਧਾਰਮਿਕ ਚਿੰਨ੍ਹ ਵੀ ਧਾਰਨ ਕੀਤੇ ਹੋਏ ਨੇ, ਜਨੇਊ ਆਦਿਕ ਪਾਇਆ ਹੋਇਆ ਹੈ, ਫਿਰ ਵੀ ਬੰਦਾ ਲੱਖਾਂ ਚੋਰੀਆਂ ਕਰ ਰਿਹਾ ਹੈ, ਕਰੈਕਟਰ ਤੋਂ ਗਿਰਿਆ ਹੋਇਆ ਹੈ, ਲੱਖਾਂ ਝੂਠ ਬੋਲਦਾ ਹੈ, ਲੱਖਾਂ ਗਾਲਾਂ ਕੱਢਦਾ ਹੈ, ਮੰਦਾ ਬੋਲਦਾ ਜ਼ਬਾਨ ਤੋਂ, ਲੱਖ ਠੱਗੀਆਂ, ਲੱਖਾਂ ਠੱਗੀਆਂ ਮਾਰਦਾ, ਲੱਖਾਂ। ਔਰ ਹਕੀਕਤ ਹੈ, ਜਦੋਂ ਤੁਸੀਂ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਇਸ ਚੀਜ਼ ਦੀ ਮੇਰੇ ਖਿਆਲ ਚ ਵਿਆਖਿਆ ਬਹੁਤੀ ਕਰਨ ਦੀ ਜ਼ਰੂਰਤ ਨਹੀਂ ਹੈ। ਧਰਮ ਦੇ ਨਾਮ ਤੇ ਕਿੰਨੀਆਂ ਠੱਗੀਆਂ ਲੋਕ ਮਾਰਦੇ ਨੇ। ਕਈ ਵਾਰ ਐਸੇ ਲੋਕ ਫੜੇ ਜਾਂਦੇ ਨੇ ਜਿਹੜੇ ਧਰਮ ਦੇ ਨਾਮ ਦੇ ਉੱਤੇ ਰਸੀਦਾਂ ਲੈ ਕੇ ਫਿਰਦੇ ਨੇ, ਲੇਕਿਨ ਉਹ ਸਭ ਕੁਝ ਡੁਪਲੀਕੇਟ ਹੁੰਦਾ ਹੈ। ਡਬਲ ਰਸੀਦ ਬੁੱਕਾਂ ਛਪਾਈਆਂ ਹੁੰਦੀਆਂ ਨੇ, ਜਾਂ ਹੋਰ ਕਿਸੇ ਢੰਗ ਦੇ ਨਾਲ ਠੱਗੀਆਂ ਲੋਕ ਮਾਰਦੇ ਨੇ। ਇਹ ਉਹਨਾਂ ਦੀ ਗੱਲ ਹੈ ਜਿਹੜੇ ਬਹੁਤੇ ਲੋਕ ਧਾਰਮਿਕ ਵੀ ਅਖਬਾਰੇ ਨੇ, ਧਾਰਮਿਕ ਚਿੰਨ੍ਹ ਵੀ ਪਾਏ ਨੇ, ਠੱਗੀਆਂ ਮਾਰਦੇ ਨੇ ਪਏ, ਲੱਖ ਠੱਗੀਆਂ। ਪਹਿਨਾਮੀਆਂ, ਪਹਿਨਾਮੀਆਂ ਦਾ ਮਤਲਬ ਹੁੰਦਾ ਹੈ ਅਮਾਨਤ ਵਿੱਚ ਖਿਆਨਤ ਕਰਨੀ। ਕੋਈ ਬੰਦਾ ਦੇ ਗਿਆ ਕੁਛ ਸ਼ੈ ਕਿ ਮੇਰੀ ਆ ਸ਼ੈ ਹੈ ਰੱਖ ਲੈ, ਤੇ ਉਹਨੂੰ ਫਿਰ ਬੰਦੇ ਨੂੰ ਵਾਪਸ ਹੀ ਨਾ ਦੇਣੀ, ਜਾਂ ਉਸ ਦੇ ਵਿੱਚੋਂ ਕੁਛ ਖਾ ਜਾਣਾ, ਜਾਂ ਅਮਾਨਤ ਵਿੱਚ ਖਿਆਨਤ ਕਰਨੀ। ਲੋਕ ਕਰ ਰਹੇ ਨੇ, ਹੋ ਰਿਹਾ ਹੈ। ਕਿੰਨੇ ਐਸੇ ਵੀਰ ਭਰਾ ਨੇ ਜਿਹੜੇ ਧਰਮੀ ਨੇ, ਲੇਕਿਨ ਆਪਣੇ ਹੀ ਭਰਾਵਾਂ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰ ਗਏ ਨੇ। ਤੇ ਤੁਸੀਂ ਜਿਹੜੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ, ਉਹ ਤੁਹਾਡੇ ਨਾਲ ਤੇ ਆਮ ਵਰਤਦਾ ਨਾ, ਵਰਤਾਰਾ ਐਸਾ ਆਮ ਹੁੰਦਾ ਹੈ ਬਹੁਤੀ ਥਾਈਂ, ਸਾਰਿਆਂ ਨਾਲ ਨਹੀਂ, ਸਾਰੇ ਭਰਾ ਐਸੇ ਨਹੀਂ ਹੁੰਦੇ, ਬਹੁਤੀ ਥਾਈਂ ਹੁੰਦਾ ਹੈ। ਛੋਟੀ ਛੋਟੀ ਪ੍ਰੋਪਰਟੀ ਤੋਂ ਲੋਕ ਲੜ ਪੈਂਦੇ ਨੇ, ਥੋੜੀ ਥੋੜੀ ਵੱਟ ਵੱਢਣ ਤੋਂ ਲੋਕ ਲੜ ਪੈਂਦੇ ਨੇ, ਕਤਲ ਹੋ ਜਾਂਦੇ ਨੇ। ਇਸੇ ਨੂੰ ਕਹਿੰਦੇ ਨੇ ਜਿਹੜੀ ਹੈ ਅਮਾਨਤ ਵਿੱਚ ਖਿਆਨਤ। ਰਾਤ ਦਿਨਸ ਜੀ ਨਾਲ, ਦਿਨ ਰਾਤ ਜਿੰਦ ਦੇ ਨਾਲ ਇਹ ਬੁਰਾਈਆਂ ਨੇ, ਤੇ ਧਾਰਮਿਕ ਚਿੰਨ੍ਹ ਵੀ ਧਾਰਨ ਕੀਤੇ, ਦਿਨ ਰਾਤ ਇਹ ਬੁਰਾਈਆਂ ਨੇ। ਅਗਲਾ ਬਚਨ ਕਰਦੇ ਨੇ, ਕੋਹ ਬੱਕਰਾ ਰਿਨ ਖਾਇਆ, ਐ ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ। ਵੀ ਇਹ ਦੇਖੋ, ਠੱਗੀਆਂ ਵੀ ਨੇ, ਚੋਰੀਆਂ ਵੀ ਨੇ, ਯਾਰੀਆਂ ਵੀ ਨੇ, ਕੂੜ ਵੀ ਹੈ, ਗਾਲਾਂ ਵੀ ਨੇ, ਪਹਿਨਾਮੀਆਂ ਵੀ ਨੇ, ਰਾਤ ਦਿਨ ਇਹ ਸਾਰੇ ਕਰਮ ਕਰ ਰਹੇ ਨੇ। ਤੇ ਫਿਰ ਬੰਦਾ ਕਰਦਾ ਕੀ ਹੈ? ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ। ਕਪਾਹ ਤੋਂ ਧਾਗਾ ਕੱਤਿਆ ਜਾਂਦਾ, ਬ੍ਰਾਹਮਣ ਆਣ ਕੇ ਧਾਗਾ ਵੱਟਦਾ, ਔਰ ਫਿਰ ਕੀ ਕਰਦਾ? ਕੋਹ ਬੱਕਰਾ ਰਿਨ ਖਾਇਆ। ਕੋਹ ਦਾ ਮਤਲਬ ਕੋਹ ਕੇ, ਵੱਢ ਕੇ। ਬੱਕਰਾ ਰਿੰਨਦੇ ਨੇ, ਔਰ ਸਾਰਿਆਂ ਨੂੰ ਬੱਕਰੇ ਦਾ ਮੀਟ ਵਰਤਾ ਦਿੱਤਾ ਜਾਂਦਾ ਹੈ। ਸਭ ਕੋ ਆਖੇ ਪਾਏ, ਤੇ ਫਿਰ ਸਾਰੇ ਕਹਿੰਦੇ ਨੇ ਲੈ ਵੀ ਜਨੇਊ ਪੈ ਗਿਆ, ਬਈ ਧੰਨ ਧੰਨ ਹੋ ਗਈ, ਜਨੇਊ ਪੈ ਗਿਆ, ਬੰਦਾ ਧਾਰਮਿਕ ਹੋ ਗਿਆ। ਕਿਉਂਕਿ ਉਦੋਂ ਲੋਕ ਬੱਕਰੇ ਵੱਢ ਕੇ ਖਾਂਦੇ ਨੇ, ਤਾਂ ਹੀ ਇਹ ਅੰਕਤ ਹੈ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਮਝਾਉਂਦੇ ਨੇ ਵੀ ਬ੍ਰਾਹਮਣ ਨੇ ਸੂਤਰ ਕੱਢਿਆ ਧਾਗੇ ਦੇ ਚੋਂ, ਕਪਾਹ ਚੋਂ, ਬ੍ਰਾਹਮਣ ਨੇ ਵੱਟਿਆ, ਬੱਕਰਾ ਵੱਢਿਆ, ਬੱਕਰਾ ਖਾਧਾ, ਔਰ ਸਾਰਿਆਂ ਨੇ ਕਿਹਾ ਵੀ ਜਨੇਊ ਪੈ ਗਿਆ, ਵੀ ਪਾ ਦਿੱਤਾ ਜਨੇਊ। ਫਲਾਣੇ ਦੇ ਘਰ ਗਏ ਸਾਂ, ਵੀ ਕਿਆ ਬਾਤ, ਮੀਟ ਬੜਾ ਸਵਾਦ ਬਣਿਆ, ਪਨੀਰ ਬੜਾ ਸਵਾਦ ਸੀ, ਪੂੜੀਆਂ ਬੜੀਆਂ ਸਨ, ਛੋਲੇ ਪੂੜੀਆਂ ਤਾਂ ਕਿਆ ਬਾਤਾਂ ਸਨ ਮਹਾਰਾਜ, ਦਹੀਂ ਪੱਲੇ, ਗੱਲ ਸੀ ਕੋਈ, ਜਨੇਊ ਪਿਆ ਹੈ, ਧੰਨ ਧੰਨ ਹੋ ਗਈ ਹੈ। ਲੇਕਿਨ ਸਿਰਫ ਧਾਰਮਿਕ ਚਿੰਨ੍ਹ ਧਾਰਨ ਕਰਾਇਆ ਹੈ। ਜਿਹੜਾ ਧਾਰਮਿਕ ਚਿੰਨ੍ਹ ਪਵਾਉਣ ਵਾਲਾ ਹੈ, ਉਹਦੀ ਜ਼ਿੰਦਗੀ ਵੀ ਨਹੀਂ ਠੀਕ। ਤੁਸੀਂ ਆ ਦੇਖ ਲਓ ਧਾਰਮਿਕ ਪੁਜਾਰੀਆਂ ਨੂੰ,
ਕੀ ਕੁਛ ਹੁੰਦਾ ਹੈ ਸਾਰਾ ਸਾਡੇ ਸਾਹਮਣੇ ਹੈ। ਉਦੋਂ ਵੀ ਸੀ, ਅੱਜ ਵੀ ਹੈ, ਅੱਜ ਸਗੋਂ ਹੋਰ ਜ਼ਿਆਦਾ ਹੋ ਗਿਆ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਗੁਰਦੇਵ ਕਹਿੰਦੇ ਨੇ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਫਿਰ ਹੋਰ ਪਾ ਲਿਆ ਜਾਂਦਾ ਹੈ। ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਗੁਰੂ ਜੀ ਕਹਿੰਦੇ ਨੇ ਜੇ ਧਾਗੇ ਵਿੱਚ ਜਨੇਊ ਵਿੱਚ ਜ਼ੋਰ ਹੋਵੇ ਤੇ ਉਹ ਟੁੱਟਣਾ ਨਹੀਂ ਚਾਹੀਦਾ। ਯਾਨੀ ਜਿਹੜੇ ਗੁਣ ਨੇ ਨਾ ਤੁਹਾਡੇ ਅੰਦਰ, ਜੇ ਉਹ ਅੰਦਰ ਵਸ ਜਾਣ ਫਿਰ ਉਹ ਟੁੱਟਣਗੇ ਨਹੀਂ। ਹਕੀਕਤ, ਜਿਨ੍ਹਾਂ ਨੇ ਉਹ ਗੁਣਾਂ ਦਾ ਜਨੇਊ ਧਾਰਨ ਕੀਤਾ ਉਹਨੂੰ ਤੋੜਨ ਦਾ ਯਤਨ ਕੀਤਾ ਪਰ ਟੁੱਟਿਆ ਨਹੀਂ। ਭਾਈ ਮਤੀ ਦਾਸ ਦਾ ਅੰਦਰਲਾ ਜੋ ਸ਼ੁਭ ਗੁਣ ਨੇ, ਉੱਚਾ ਆਚਰਨ ਹੈ, ਇਨਸਾਨੀਅਤ ਨਾਲ ਪਿਆਰ ਹੈ, ਸੱਚਾਈ ਦੇ ਨਾਲ ਪਿਆਰ ਹੈ, ਗੁਰੂ ਦੇ ਸਿਧਾਂਤਾਂ ਨਾਲ ਪਿਆਰ ਹੈ, ਜਿਸ ਦੇ ਅੰਦਰ ਉਹ ਸੱਚਾਈ ਪ੍ਰਵੇਸ਼ ਕਰ ਗਈ ਹੈ। ਉਹਨੂੰ ਆਰੇ ਦੇ ਨਾਲ ਤੇ ਚੀਰ ਦਿੱਤਾ ਗਿਆ, ਲੇਕਿਨ ਉਹਨੂੰ ਕੋਈ ਸੱਚ ਦੇ ਨਾਲ ਤੋੜ ਨਹੀਂ ਸਕਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਨੋਚ ਲਿਆ ਗਿਆ ਹੈ, ਇੱਕ ਹੱਥ ਵੱਢ ਦਿੱਤਾ ਹੈ, ਪੈਰ ਵੱਢ ਦਿੱਤਾ ਹੈ, ਅੱਖ ਕੱਢ ਦਿੱਤੀ ਹੈ, ਬੱਚੇ ਦਾ ਕਲੇਜਾ ਕੱਢ ਕੇ ਮੂੰਹ ਚ ਪਾ ਦਿੱਤਾ ਹੈ, ਲੇਕਿਨ ਉਹਨੂੰ ਸੱਚ ਦੇ ਨਾਲੋਂ ਕੋਈ ਮਾਈ ਕਾ ਲਾਲ ਦੂਰ ਨਹੀਂ ਕਰ ਪਾਇਆ। ਉਹ ਤੱਗ ਟੁੱਟਦਾ ਨਹੀਂ। ਉੱਚਾ ਆਚਰਨ ਘੜਿਆ ਹੋਏ ਉਹ ਆਚਰਨ ਟੁੱਟਦਾ ਨਹੀਂ, ਉਹ ਆਚਰਨ ਤੋਂ ਬੰਦਾ ਡਿੱਗਦਾ ਨਹੀਂ। ਐਸੇ ਲੋਕ ਇਸ ਸੰਸਾਰ ਦਾ ਭਲਾ ਕਰ ਸਕਦੇ ਨੇ। ਜੋ ਵਿਖਾਵੇ ਦਾ ਧਰਮ ਹੈ ਉਹ ਬੰਦੇ ਦਾ ਕੁਝ ਵੀ ਸਵਾਰੇਗਾ ਨਹੀਂ। ਹੁਣ ਅਗਲਾ ਬਚਨ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਅਸਲ ਦੇ ਅੰਦਰ ਜਿਹੜੇ ਸ਼ੁਭ ਗੁਣ ਨੇ, ਰੱਬੀ ਰਜ਼ਾ ਦੇ ਵਿੱਚ ਜੋ ਤੁਰਨਾ ਹੈ, ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖ ਕੇ ਹਰ ਇੱਕ ਦੇ ਨਾਲ ਪਿਆਰ ਔਰ ਵਿਹਾਰ ਕਰਨਾ ਹੈ। ਰੱਬੀ ਰਜ਼ਾ ਜੋ ਲਾ ਆਫ ਨੇਚਰ ਹੈ ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ। ਦਇਆ, ਸੰਤੋਖ, ਪਿਆਰ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦੇ ਧਾਰਨੀ ਹੋਣਾ ਹੈ। ਜਦੋਂ ਇਹਨਾਂ ਗੁਣਾਂ ਦੇ ਧਾਰਨੀ ਹੋਵਾਂਗੇ ਨਾ ਤਾਂ ਫਿਰ ਕੀ ਹੋਏਗਾ, ਸਾਨੂੰ ਇੱਜ਼ਤ ਮਿਲੇਗੀ। ਗੁਰੂ ਜੀ ਕਹਿੰਦੇ ਨੇ ਨਾਏ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂਤ। ਸੂਤ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ ਜਨੇਊ। ਨਾਏ ਮੰਨਿਆ ਪਤ ਉਪਜੈ, ਜੇ ਨਾਮ ਦਾ ਮਨਨ ਕੀਤਾ ਜਾਏ, ਨਾਮ ਦਾ ਮਤਲਬ ਰੱਬ ਦੇ ਜੋ ਗੁਣ ਨੇ, ਜੇ ਮਨ, ਬਚਨ ਔਰ ਕਰਮ ਕਰਕੇ ਸੱਚਾਈ ਨੂੰ ਮੰਨ ਲਿਆ ਜਾਏ, ਜੇ ਮਨ, ਬਚਨ, ਕਰਮ ਕਰਕੇ ਨਿਰਭੈਤਾ ਦਾ ਗੁਣ ਧਾਰਨ ਕਰ ਲਿਆ ਜਾਏ, ਮਨ, ਬਚਨ, ਕਰਮ ਕਰਕੇ ਨਿਰਵੈਰਤਾ ਦਾ ਗੁਣ ਧਾਰਨ ਕਰ ਲਿਆ ਜਾਏ, ਜੇ ਬੰਦਾ ਪ੍ਰੇਮ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਵੇ, ਦਇਆ ਨੂੰ ਅੰਗ ਬਣਾ ਲਵੇ, ਸੰਤੋਖ ਨੂੰ ਅੰਗ ਬਣਾ ਲਏ, ਇਹਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏ ਤਾਂ ਨਾਏ ਮੰਨੇ ਪਤ ਉਪਜੇ, ਤਾਂ ਇੱਜ਼ਤ ਮਿਲਦੀ ਹੈ। ਨਿਰਾ ਧਾਰਮਿਕ ਚਿੰਨ੍ਹ ਪਹਿਨਣ ਦੇ ਨਾਲ ਰੱਬੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲੇਗੀ। ਨਿਰਾ ਧਾਰਮਿਕ ਚਿੰਨ੍ਹ ਧਾਰਨ ਕਰਨ ਦੇ ਨਾਲ ਸੰਸਾਰ ਵਿੱਚ ਇੱਜ਼ਤ ਨਹੀਂ ਮਿਲੇਗੀ। ਨਾਏ ਮੰਨੇ ਪਤ ਉਪਜੈ, ਜੇ ਇਹਨਾਂ ਗੁਣਾਂ ਨੂੰ ਮੰਨਿਆ ਜਾਏ, ਇੰਪਲੀਮੈਂਟ ਕੀਤਾ ਜਾਏ, ਤਾਂ ਪਤ ਉਪਜੈ, ਜ਼ਿੰਦਗੀ ਦੇ ਅੰਦਰ ਇੱਜ਼ਤ ਮਿਲੇਗੀ, ਸ਼ਾਂਤੀ ਮਿਲੇਗੀ, ਸੰਤੋਖ ਮਿਲੇਗਾ, ਖੁਸ਼ੀ ਮਿਲੇਗੀ, ਦੁਨੀਆ ਚੋਂ ਪਿਆਰ ਮਿਲੇਗਾ, ਮਾਣ ਮਿਲੇਗਾ, ਆਤਮਕ ਆਨੰਦ ਪੈਦਾ ਹੋਏਗਾ, ਖੇੜਾ ਪੈਦਾ ਹੋਏਗਾ, ਅੰਦਰ ਬਸੰਤ ਬਾਹਰ ਪੈਦਾ ਹੋ ਜਾਏਗੀ, ਰੋਮ ਰੋਮ ਖਿੜ ਉੱਠੇਗਾ, ਛਾਤੀ ਸ਼ੀਤਲ ਹੋ ਜਾਏਗੀ, ਤਨ ਮਨ ਠੰਡਾ ਹੋ ਜਾਏਗਾ, ਸੀਨੇ ਅੰਦਰ ਸ਼ਾਂਤੀ ਵਰਤ ਜਾਏਗੀ, ਅੰਦਰਲੇ ਬੁੱਧ ਬਲ ਦੇ ਵਿਕਾਰਾਂ ਦੇ ਔਗਣਾਂ ਦਾ ਭਾਂਬੜ ਖਤਮ ਹੋ ਜਾਏਗਾ। ਨਾਏ ਮੰਨੇ ਪਤ ਉਪਜੈ ਸਾਲਾ ਹੀ ਸੱਚ ਸੂਤ। ਸਾਲਾਹੀ ਦਾ ਮਤਲਬ ਸਿਫਤ ਸਲਾਹ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ। ਇਹ ਸੱਚਾ ਸੂਤ ਹੈ, ਇਹ ਸੱਚਾ ਜਨੇਊ ਹੈ ਜਿਹੜਾ ਹਰ ਇੱਕ ਨੂੰ ਪਾਣਾ ਚਾਹੀਦਾ ਹੈ। ਮੈਨੂੰ ਵੀ ਪਾਣਾ ਚਾਹੀਦਾ ਹੈ, ਤੁਹਾਨੂੰ ਵੀ ਪਾਣਾ ਚਾਹੀਦਾ ਹੈ। ਸਾਲਾਹੀ, ਸਿਫਤ ਸਲਾਹ, ਸੱਚ ਸੂਤ। ਸੱਚ ਸੂਤ ਦਾ ਮਤਲਬ ਸੱਚਾ ਜਨੇਊ ਜੋ ਕਦੇ ਖਤਮ ਨਹੀਂ ਹੁੰਦਾ। ਹੁਣ ਦੇਖੋ ਕਿੰਨੀ ਸਿੰਪਲ ਗੱਲ ਹੈ। ਸਕਾਰਾਤਮਕ ਸੋਚ, ਪੋਜ਼ਿਟਿਵ ਥਿੰਕਿੰਗ ਜੇ ਪੈਦਾ ਹੋ ਜਾਏ ਔਰ ਇਹਨਾਂ ਗੁਣਾਂ ਦਾ ਬੰਦਾ ਧਾਰਨੀ ਹੋ ਜਾਏ ਤਾਂ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਹੈ ਹੀ ਨਹੀਂ। ਤੇ ਜੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਚਾਹੇ ਉਹ ਹਿੰਦੂ ਇਜ਼ਮ ਦੇ ਨੇ, ਸਿੱਖ ਇਜ਼ਮ ਦੇ ਨੇ, ਮੁਸਲਮਾਨ ਇਜ਼ਮ ਦੇ ਨੇ ਜਾਂ ਕਿਸੇ ਵੀ ਇਜ਼ਮ ਦੇ ਨੇ,
ਕਿ ਜੇ ਬੰਦੇ ਦੇ ਅੰਦਰ ਗੁਣ ਨਹੀਂ ਹਨ, ਦਇਆ ਨਹੀਂ, ਪ੍ਰੇਮ ਨਹੀਂ, ਸੰਤੋਖ ਨਹੀਂ, ਸੱਚਾਈ ਨਹੀਂ, ਉੱਚਾ ਆਚਰਨ ਨਹੀਂ, ਸਕਾਰਾਤਮਕ ਸੋਚ ਨਹੀਂ, ਤਾਂ ਫਿਰ ਉਹ ਤਾਂ ਬਨਾਵਟ ਰਹਿ ਜਾਏਗੀ ਨਾ, ਵਿਖਾਵਾ ਰਹਿ ਜਾਏਗਾ। ਇਸ ਲਈ ਸਾਲਾ ਹੀ ਸੱਚ ਸੂਤ ਤੇ ਸੱਚਾ ਸੂਤਰ ਹੈ, ਸੱਚਾ ਧਾਗਾ ਹੈ, ਸੱਚਾ ਜਨੇਊ ਹੈ। ਸਿਫਤ ਸਲਾਹ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਨਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਟਰਾਈ ਕਰੀਏ ਗੁਣਾਂ ਨੂੰ ਵੇਖਣ। ਦੇਖੋ ਏਡਾ ਵੱਡਾ ਸੰਸਾਰ ਜਿੱਥੇ ਕਰੋੜਾਂ ਲੋਕ ਨੇ, ਤੇ ਸਾਰੇ ਲੋਕ ਤੇ ਬੁਰੇ ਨਹੀਂ। ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਹੈ, ਕੋਈ ਨਾ ਕੋਈ ਗੁਣ ਹੈ, ਹਰ ਇੱਕ ਦੇ ਅੰਦਰ ਹੈ। ਇਹ ਦੁਨੀਆ ਵਿੱਚ ਕੋਈ ਨਿਕੰਮੀ ਚੀਜ਼ ਨਹੀਂ ਹੁੰਦੀ। ਜਿਹੜੀ ਖਰਾਬ ਘੜੀ ਹੈ ਨਾ, ਜਿਹਦਾ ਸੈੱਲ ਮੁੱਕਿਆ ਹੋਇਆ ਹੈ, ਉਹ ਵੀ 24 ਘੰਟਿਆਂ ਦੇ ਵਿੱਚ 2 ਵਾਰੀ ਸਹੀ ਟਾਈਮ ਦਿੰਦੀ ਹੈ। 24 ਘੰਟਿਆਂ ਵਿੱਚ 2 ਵਾਰੀ ਉਹ ਵੀ ਸਹੀ ਟਾਈਮ ਦਿੰਦੀ। ਇਸ ਦੁਨੀਆ ਦੇ ਅੰਦਰ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੈ, ਵੱਖਰਾ ਗੁਣ ਹਰ ਇੱਕ ਦੇ ਅੰਦਰ ਹੈ। ਤੇ ਤੁਸੀਂ 3 ਬੰਦਿਆਂ ਦੀ ਰੋਜ਼ ਕਿਸੇ ਗੁਣ ਦੀ ਸਿਫਤ ਕਰੋ ਕਿ ਮੇਰੀ ਛੋਟੀ ਭੈਣ ਵਿੱਚ ਇਹ ਗੁਣ ਹੈ, ਮੇਰੀ ਮਾਸੀ ਦਾ ਮੁੰਡਾ ਹੈ ਉਹਦੇ ਵਿੱਚ ਇਹ ਗੁਣ ਹੈ, ਮੇਰਾ ਮਿੱਤਰ ਹੈਗਾ ਉਹ ਕੰਪਿਊਟਰ ਦਾ ਬੜਾ ਮਾਸਟਰ ਹੈ। ਅਗਲੇ ਦਿਨ ਫਿਰ ਤੁਸੀਂ 3 ਵੱਖਰੇ ਬੰਦਿਆਂ ਦਾ ਸਿਫਤ ਕਰੋ ਕਿ ਮੇਰਾ ਕਲਾਸ ਫੈਲੋ ਹੁੰਦਾ ਸੀ, ਉਹਦੀ ਹੈਂਡ ਰਾਈਟਿੰਗ ਬਹੁਤ ਵਧੀਆ ਹੁੰਦੀ ਸੀ। ਸਾਡੇ ਨਾਲ ਇੱਕ ਪੀਟੀ ਮਾਸਟਰ ਹੁੰਦਾ ਸੀ, ਕਿਆ ਬਾਤ, ਬੜੀ ਵਧੀਆ ਟ੍ਰੇਨਿੰਗ ਦਿੰਦਾ ਸੀ। ਅਗਲੇ ਦਿਨ ਹੋਰ 3 ਦੇ ਯਾਨੀ ਗੁਣ ਵੇਖੋ, ਸਿਰਫ ਗੁਣ। ਅੱਜ ਮੈਂ ਗੁਰਦੁਆਰਾ ਸਾਹਿਬ ਗਿਆ ਸਾਂ ਤਾਂ ਉੱਥੇ ਬਹੁਤ ਵਧੀਆ ਪ੍ਰਬੰਧ ਸੀ। ਇਹ ਨਾ ਵੇਖੋ ਵੀ ਲੂਣ ਸਬਜ਼ੀ ਚ ਘੱਟ ਸੀ, ਜਿਹੜੀ ਚੰਗੀ ਚੀਜ਼ ਹੈ ਉਹ ਵੇਖੋ। 2-3 ਮਹੀਨੇ ਐਵੇਂ ਕਰਕੇ ਵੇਖੋ, 2-3 ਮਹੀਨੇ ਬਾਅਦ ਜ਼ਿੰਦਗੀ ਬਦਲ ਜਾਏਗੀ, ਜੀਵਨ ਬਦਲ ਜਾਏਗਾ। ਹਰ ਥਾਂ ਤੇ ਸ਼ੁਭ ਗੁਣ ਦਿਸਣਗੇ। ਅਸੀਂ ਕਈ ਵਾਰ ਹਰ ਚੀਜ਼ ਨੂੰ ਨੈਗੇਟਿਵ ਦੇਖਦੇ ਹਾਂ। ਹਰ ਚੀਜ਼ ਨੂੰ ਨੈਗੇਟਿਵ ਨਾ ਦੇਖੋ, ਪੋਜ਼ਿਟਿਵ ਦੇਖੋ। ਔਰ ਪੋਜ਼ਿਟਿਵਿਟੀ ਕਿਹਨੂੰ ਕਹਿੰਦੇ ਨੇ? ਮਾੜੀ ਤੋਂ ਮਾੜੀ ਦਸ਼ਾ ਦੇ ਵਿੱਚ, ਮਾੜੀ ਤੋਂ ਮਾੜੀ ਸਿਚੁਏਸ਼ਨ ਵਿੱਚ ਅਸੀਂ ਚੰਗੇ ਤੋਂ ਚੰਗਾ ਕੀ ਸੋਚ ਸਕਦੇ ਹਾਂ, ਕੀ ਕਰ ਸਕਦੇ ਹਾਂ, ਇਹਨੂੰ ਪੋਜ਼ਿਟਿਵ ਥਿੰਕਿੰਗ ਕਹਿੰਦੇ ਨੇ। ਤੇ ਇਹ ਹੈ ਸਾਲਾ ਹੀ ਸੱਚ ਸੂਤ। ਜੋ ਸਿਫਤ ਸਲਾਹ ਪੋਜ਼ਿਟਿਵ ਥਿੰਕਿੰਗ ਹੈ, ਇਹ ਸੱਚਾ ਜਨੇਊ ਹੈ। ਦਰਗਾਹ ਅੰਦਰ ਪਾਈ ਹੈ। ਤੇ ਜੇ ਇਹ ਗੁਣਾਂ ਦਾ ਜਨੇਊ ਪਾਇਆ ਹੋਵੇ ਨਾ, ਚਾਹੇ ਇਸਤਰੀ ਨੇ, ਪੁਰਸ਼ ਨੇ, ਕਿਸੇ ਨੇ ਵੀ, ਉਹਨੂੰ ਦਰਗਾਹ ਦੇ ਅੰਦਰ ਥਾਂ ਮਿਲਦੀ ਹੈ। ਉਹ ਰੱਬੀ ਚਰਨਾਂ ਵਿੱਚ ਟਿਕ ਜਾਂਦਾ ਹੈ। ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਤਗ ਨਾ ਟੂਟਸ ਪੂਤ, ਇੱਥੇ ਪੂਤ ਦਾ ਮਤਲਬ ਹੈ ਪਵਿੱਤਰ। ਇਹ ਪਵਿੱਤਰ ਤਗ, ਇਹ ਪਵਿੱਤਰ ਜਨੇਊ ਫਿਰ ਕਦੇ ਨਹੀਂ ਟੁੱਟਦਾ, ਇਹ ਹਰ ਥਾਂ ਨਾਲ ਨਿਭਦਾ। ਰੱਬੀ ਦਰਗਾਹ ਵਿੱਚ ਮਾਨ ਮਿਲਦਾ ਹੈ, ਜਿਹ ਜਾਈਏ ਤਹਾਂ ਸੁਹੇਲੇ, ਊਠਤ ਸੁਖੀਆ ਬੈਠਤ ਸੁਖੀਆ। ਗੁਰੂ ਜੀ ਕਹਿੰਦੇ ਨੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਵੀ ਸੁਖੀ, ਬਾਹਰ ਵੀ ਸੁਖੀ, ਮਾਨਸਿਕ ਤੌਰ ਤੇ ਵੀ ਸ਼ਾਂਤ, ਔਰ ਆਤਮਿਕ ਤੌਰ ਤੇ ਸ਼ਾਂਤ, ਬੌਧਿਕ ਤੌਰ ਤੇ ਸ਼ਾਂਤ, ਸਰੀਰਕ ਤੌਰ ਤੇ ਖੁਸ਼ੀ। ਜੇ ਸ਼ੁਭ ਗੁਣਾਂ ਨੂੰ ਮਨ, ਬਚਨ ਔਰ ਕਰਮ ਕਰਕੇ ਅਪਣਾ ਲਿਆ ਜਾਏ। ਫਿਰ ਜੇ ਕੋਈ ਜਨੇਊ ਪਾਉਂਦਾ ਤੇ ਪਾ ਲਓ, ਨਹੀਂ ਪਾਉਂਦਾ ਤੇ ਨਾ ਪਾ। ਗੱਲ ਤਾਂ ਹੈ ਸ਼ੁਭ ਗੁਣਾਂ ਦੀ। ਇਹ ਹੈ ਸੱਚਾ ਜਨੇਊ। ਹੁਣ ਅਗਲੀ ਗੱਲ ਕਰਦੇ ਨੇ ਕਿ ਦੇਖੋ ਜਨੇਊ ਤੇ ਪਾਇਆ ਹੋਇਆ, ਧਾਰਮਿਕ ਚਿੰਨ੍ਹ ਤੇ ਧਾਰਨ ਕੀਤੇ ਹੋਏ ਨੇ, ਲੇਕਿਨ ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਵਿੱਚ ਦਾੜੀ। ਗਲੇ ਵਿੱਚ ਜਨੇਊ ਪਾਇਆ, ਗਲੇ ਦੇ ਅੰਦਰ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਸਰੀਰ ਤੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਲੇਕਿਨ ਤਗ ਨਾ ਇੰਦਰੀ। ਇੰਦਰੀ ਦਾ ਮਤਲਬ ਸਾਡੀਆਂ ਗਿਆਨ ਇੰਦਰੀਆਂ। ਇਹਨਾਂ ਨੂੰ ਕੋਈ ਤਗ ਨਹੀਂ ਪਾਈ, ਇਹਨਾਂ ਨੂੰ ਕੋਈ ਰੱਸੀ ਨਹੀਂ, ਇਹਨਾਂ ਨੂੰ ਕੋਈ ਜਨੇਊ ਨਹੀਂ। ਜਦੋਂ ਕੋਈ ਔਰਤ ਆਉਂਦੀ ਤੇ ਸਾਡੀਆਂ ਨਜ਼ਰਾਂ ਮੈਲੀਆਂ ਹੋ ਜਾਂਦੀਆਂ ਨੇ। ਜਦੋਂ ਅਸੀਂ ਜ਼ਬਾਨ ਦੇ ਨਾਲ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਸਾਡੀ ਨੂੰਹ ਮਾੜੀ ਪਾਸੇ ਹੋਵੇ ਤੇ ਨਾਲ ਦੇ ਨਾਲ ਅਸੀਂ ਚੁਗਲੀਆਂ ਸ਼ੁਰੂ ਕਰ ਦਿੰਦੇ ਹਾਂ। ਸੱਸ ਮਾੜੀ ਜੀ ਪਾਸੇ ਹੋਵੇ ਤੇ ਨੂੰਹ ਨਾਲ ਦੇ ਨਾਲ ਮਿੱਟੀ ਕੁੱਟਣੀ ਸ਼ੁਰੂ ਕਰ ਦਿੰਦੀ ਹੈ। ਭਰਾ ਸਾਡਾ ਪਾਸੇ ਜਾਏ, ਨਾਲ ਦੇ ਨਾਲ ਭਰਾ ਦੇ ਖਿਲਾਫ, ਤੇ ਪਤਨੀ ਪਾਸੇ ਜਾਏ ਪਤਨੀ ਦੇ। ਕਹਿਣ ਤੋਂ ਭਾਵ ਕਿ ਸਾਡੀ ਕੰਡੀਸ਼ਨ ਹੈ। ਜ਼ਬਾਨ ਨੂੰ ਕੰਟਰੋਲ ਕੋਈ ਨਹੀਂ। ਜਨੇਊ ਪਾਇਆ ਪਰ ਕੰਨਾਂ ਨੂੰ ਜਨੇਊ ਨਹੀਂ ਪਾਇਆ। ਨਿੰਦਿਆ ਅਸੀਂ ਬੜੀ ਸੁਣਦੇ ਹਾਂ। ਜੇ ਸਾਡੇ ਰਿਸ਼ਤੇਦਾਰ ਦੇ ਖਿਲਾਫ ਕੋਈ ਬੋਲੇ ਨਾ, ਬੜੀ ਚਾਅ ਚੜ੍ਹਦਾ, ਕੱਛਾਂ ਚੋਂ ਹਾਸਾ ਵਗਦਾ। ਸਭ
ਤੇ ਜੇ ਉੱਠ ਕੇ ਜਾਣ ਲੱਗੇ ਸੀ ਬਾਹੋਂ ਫੜ ਕੇ ਫਿਰ ਬਾਨਿਆ ਉਹ ਬਹਿ ਜਾ ਯਾਰ ਚਾਹ ਪੀ ਕੇ ਤੁਰਦੀ ਬਣਾ ਨਹੀਂ ਆ ਬਿੰਦੋ ਕੁੜੀਏ ਚਾਚੇ ਵਾਸਤੇ ਚਾਹ ਲਿਆ ਬਿਸਕੁਟ ਨਾਲੇ। ਅਸੀਂ ਉਹਨੂੰ ਚਾਹ ਤੇ ਬਿਸਕੁਟ ਖਵਾ ਕੇ ਤੇ ਰਿਸ਼ਤੇਦਾਰਾਂ ਦੀ ਮਿੱਟੀ ਹੋਰ ਕਟਵਾਉਣਾ ਚਾਹੁੰਦੇ ਆ। ਕੰਨਾਂ ਨੂੰ ਕੋਈ ਤੇ ਤੱਗ ਨਹੀਂ, ਅਸੀਂ ਝੂਠੇ ਸੁਣਦੇ ਆ, ਬੋਲ ਨੈਗੇਟਿਵ ਬੋਲ ਸੁਣਦੇ ਆ। ਹੱਥਾਂ ਨੂੰ ਕੋਈ ਤੱਗ ਨਹੀਂ, ਸ਼ਰਾਬ ਪੀ ਰਹੇ ਆ, ਨਸ਼ੇ ਕਰ ਰਹੇ ਆ, ਬੇਗਾਨੇ ਹੱਕ ਖਾ ਰਹੇ ਆ। ਪੈਰਾਂ ਨੂੰ ਕੋਈ ਜਨੇਊ ਨਹੀਂ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਭਲਕੇ ਦਾ ਮਤਲਬ ਹਰ ਰੋਜ਼ ਹਰ ਦਿਨ ਦਾੜੀ 'ਚ ਥੁੱਕ ਪੈਂਦਾ ਹੈ। ਹੁਣ ਦਾੜੀ 'ਚ ਥੁੱਕ ਪੈਂਦਾ ਇਹ ਨਹੀਂ ਕਿ ਉਹ ਦਾੜੀ ਥੁੱਕ ਜਿਹੜਾ ਪਈ ਜਾਂਦਾ, ਇੱਥੇ ਦਾੜੀ 'ਚ ਥੁੱਕ ਪੈਣ ਦਾ ਮਤਲਬ ਬੇਇੱਜ਼ਤੀ ਹੋਣੀ, ਨਮੋਸ਼ੀ ਹੋਣੀ। ਲੋਕ ਫਿਰ ਹੱਸਦੇ ਨੇ ਨਾ ਜਦੋਂ ਕੋਈ ਧਾਰਮਿਕ ਬੰਦਾ ਮਾੜਾ ਕੰਮ ਕਰੇ। ਮੰਨ ਲਓ ਕਿਸੇ ਨੇ ਅੰਮ੍ਰਿਤ ਹੀ ਛਕਿਆ ਹੈ ਤੇ ਅੰਮ੍ਰਿਤ ਛਕ ਕੇ ਉਹ ਠੱਗੀਆਂ ਮਾਰੇ ਤੇ ਫਿਰ ਲੋਕ ਆਂਦੇ ਨਾ ਉਹ ਵੇਖ ਬਈ ਆਇਆ ਸੀ ਜਥੇਦਾਰ, ਆ ਵੇਖ ਲੈ ਜਥੇਦਾਰਾਂ ਦੀਆਂ ਕਰਤੂਤਾਂ। ਅਸੀਂ ਕਹਿੰਦੇ ਆ ਨਾ ਜਨੇਊ ਵਾਲੇ ਦਾ ਵੀ ਹਾਲ ਹੋਵੇ ਤੁਹਾਨੂੰ ਵੀ ਕਵਾਂਗੇ। ਭਲਕੇ ਥੁੱਕ ਪਵੇ ਨਿਤ ਦਾੜੀ, ਐਸੇ ਜੋ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਲੇ ਮਾੜੇ ਕਰਮ ਕਰਦੇ ਨੇ ਉਦੋਂ ਉਹਨਾਂ ਦੀ ਨਮੋਸ਼ੀ ਹੁੰਦੀ ਹੈ। ਕਿਉਂਕਿ ਅਸੀਂ ਨਾਰੀ ਦਾ ਮਤਲਬ ਨਾੜੀਆਂ, ਇਹਨਾਂ ਗਿਆਨ ਇੰਦਰੀਆਂ ਨੂੰ ਔਰ ਕਰਮ ਇੰਦਰੀਆਂ ਨੂੰ ਕੋਈ ਜਨੇਊ ਨਹੀਂ ਪਾਇਆ। ਤੱਗ ਨਾ ਪੈਰੀ ਤੱਗ ਨਾ ਹੱਥੀ, ਪੈਰਾਂ ਨੂੰ ਕੋਈ ਤੱਗ ਨਹੀਂ, ਕੋਈ ਬੰਧਨ ਨਹੀਂ। ਜਾ ਰਹੇ ਆ ਵਿਚਾਰ ਕਮਾਉਣ ਲਈ, ਜਾ ਰਹੇ ਆ ਜੂਆ ਖੇਲਣ ਲਈ, ਜਾ ਰਿਹਾ ਬੰਦਾ ਚੋਰੀਆਂ ਕਰਨ ਵਾਸਤੇ, ਜਾ ਰਿਹਾ ਹੈ ਕਿਸੇ ਨੂੰ ਕਤਲ ਕਰਨ ਲਈ, ਜਾ ਰਿਹਾ ਹੈ ਬੰਦਾ ਕਿਤੇ ਨਜਾਇਜ਼ ਬੰਬ ਧਮਾਕਾ ਕਰਕੇ ਲੋਕਾਂ ਦੀ ਹੱਤਿਆ ਕਰਨ ਵਾਸਤੇ। ਪੈਰਾਂ ਨੂੰ ਕੋਈ ਜਨੇਊ ਨਹੀਂ, ਤੱਗ ਨਾ ਹੱਥੀ, ਇਹਨਾਂ ਹੱਥਾਂ ਨੂੰ ਕੋਈ ਡੋਰੀ ਨਹੀਂ, ਕੋਈ ਬੰਦਿਸ਼ ਨਹੀਂ। ਤੱਗ ਨਾ ਜਿਹਵਾ ਤੱਗ ਨਾ ਅੱਖੀ, ਜ਼ਬਾਨ ਨੂੰ ਕੋਈ ਜਨੇਊ ਨਹੀਂ, ਜ਼ਬਾਨ ਬੋਲੀ ਜਾ ਰਹੀ ਹੈ ਬਿਨਾਂ ਕੰਟਰੋਲ ਤੋਂ। ਬੰਦਾ 2-2.5 ਸਾਲ ਦਾ ਹੁੰਦਾ ਤੇ ਬੋਲਣਾ ਸਿੱਖ ਜਾਂਦਾ, ਪਰ ਕਿੱਥੇ ਕੀ ਔਰ ਕਦੋਂ ਕੀ ਬੋਲਣਾ ਸਾਰੀ ਜ਼ਿੰਦਗੀ ਨਹੀਂ ਸਿੱਖਦਾ, ਜੋ ਮਰਜ਼ੀ ਬਕ ਕਰੀ ਜਾ ਰਿਹਾ ਹੈ। ਚਾਹੀਦਾ ਸੀ ਇਸ ਜ਼ਬਾਨ ਦੇ ਨਾਲ ਐਸੇ ਬੋਲ ਬੋਲਦੇ ਕਿ ਇਹ ਸੰਸਾਰ ਦਾ ਵਿਕਾਸ ਹੁੰਦਾ, ਸਾਡੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਹੁੰਦੀ, ਸਮਾਜ ਵਿੱਚ ਸੁੱਖ ਸ਼ਾਂਤੀ ਹੁੰਦੀ, ਸਾਡੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਹੁੰਦੀ। ਪਰ ਅਸੀਂ ਜ਼ਬਾਨ ਦੇ ਨਾਲ ਐਸੇ ਬੋਲ ਹੀ ਨਹੀਂ ਬੋਲੇ, ਅਸੀਂ ਬੋਲ ਹੀ ਨਹੀਂ ਬੋਲੇ। ਤਾਂ ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਦੇਖੋ ਕੀ ਪ੍ਰੋਬਲਮ ਹੁੰਦੀ ਬੋਲਾਂ ਦੀ ਨਾ, ਮੈਂ ਨਿੱਕੀ ਜੀ ਤੁਹਾਨੂੰ ਬੇਨਤੀ ਕਰਾਂਗਾ। ਆਪਣੇ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਕਰਨ ਲੱਗਿਆਂ ਕੀ ਗਲਤੀਆਂ ਕਰ ਜਾਂਦੇ ਆ। ਮੇਰੀ ਪੋਤਰੀ ਸੀ ਨਿੱਕੀ ਨਾ, ਹੁਣ ਥੋੜੀ ਵੱਡੀ ਹੋ ਗਈ ਹੈ, ਤੇ ਮੈਨੂੰ ਇੱਕ ਦਿਨ ਕਹਿੰਦੀ ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ, ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ। ਹੁਣ ਦੇਖੋ ਕੀ ਇਸ ਵਰਡਿੰਗ ਦੇ ਅੰਦਰ ਕੋਈ ਪ੍ਰੋਬਲਮ ਹੈ? ਆਪ ਸਿਰ ਹਿਲਾ ਕੇ ਦੱਸੋ ਕੋਈ ਪ੍ਰੋਬਲਮ ਹੈ ਕੋਈ? ਦਾਦਾ ਜੀ ਖਿਡੌਣਾ ਲੈ ਦਿਓਗੇ, ਪ੍ਰੋਬਲਮ ਹੈ ਕੋਈ? ਨਹੀਂ ਨਾ। ਪਰ ਬਹੁਤ ਵੱਡੀ ਪ੍ਰੋਬਲਮ ਹੈ। ਇਹ ਵਰਡਿੰਗ ਮੇਰੀ ਪੋਤਰੀ ਨੂੰ ਮੇਰੇ ਤੋਂ ਦੂਰ ਲੈ ਜਾਏਗੀ। ਇਸ ਵਰਡਿੰਗ ਵਿੱਚ ਕੀ ਪ੍ਰੋਬਲਮ ਹੈ ਕਿ ਦਾਦਾ ਜੀ ਮੈਨੂੰ ਖਿਡੌਣਾ ਲੈ ਦਿਓਗੇ, ਇਹਦੇ ਵਿੱਚ ਉਹਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਕਿ ਦਾਦਾ ਲੈ ਕੇ ਦੇਵੇਗਾ ਕਿ ਨਹੀਂ। ਇਹਦੇ ਵਿੱਚ ਉਹ ਮੈਨੂੰ 2 ਆਪਸ਼ਨ ਦੇ ਰਹੀ ਹੈ ਕਿ ਲੈ ਦਿਓਗੇ, ਮੈਂ ਹਾਂ ਵੀ ਕਰ ਸਕਣਾ, ਨਾ ਵੀ ਕਰ ਸਕਣਾ। ਤੀਜੀ ਪ੍ਰੋਬਲਮ ਇਹ ਹੈ ਕਿ ਉਸ ਬੱਚੀ ਦੇ ਅੰਦਰ ਹੀਨ ਭਾਵਨਾ ਹੈ ਕਿ ਉਹਨੂੰ ਮੰਗਣਾ ਪੈ ਰਿਹਾ ਹੈ, ਨੈਗੇਟਿਵਿਟੀ ਹੈ। ਤੇ ਮੈਂ ਉਸ ਨੂੰ ਕਿਹਾ ਬੇਟਾ ਹੁਣ ਦੇਖੋ ਜੇ 18 ਸਾਲ ਦੀ ਉਮਰ ਤੱਕ ਉਹ ਬੱਚੀ ਜਾਂ ਤੁਹਾਡਾ ਕੋਈ ਬੱਚਾ ਜਾਂ ਮੇਰੀ ਬੱਚੀ ਕੋਈ ਵੀ 18 ਸਾਲ ਤੱਕ ਉਹਨੂੰ ਆਪਣੇ ਮਾਪਿਆਂ ਤੇ ਵਿਸ਼ਵਾਸ ਨਾ ਹੋਵੇ ਕਿ ਪਿਤਾ ਜੀ ਮੈਨੂੰ ਸਾਈਕਲ ਲੈ ਦਿਓਗੇ, ਮੰਮਾ ਮੈਨੂੰ ਕਿਤਾਬ ਲੈ ਦਿਓਗੇ। 18 ਸਾਲ ਤੱਕ ਉਹਦੇ ਮਨ 'ਚ ਵਿਸ਼ਵਾਸ ਨਾ ਹੋਵੇ, ਤੇ ਜੇ 18 ਸਾਲ ਦੀ ਉਮਰ ਤੋਂ ਬਾਅਦ ਉਹ ਬੱਚਾ ਜਾਂ ਬੱਚੀ ਦੂਰ ਚਲਾ ਜਾਏ ਮਾਪਿਆਂ ਤੋਂ, ਤੇ ਗੁਨਾਹ ਕਿਹਦਾ ਹੈ, ਦੋਸ਼ ਕਿਹਦਾ ਹੈ? ਕਿਉਂਕਿ ਜੇ ਉਹ ਬੱਚੀ ਜਾਂ ਬੱਚਾ ਮੇਰੇ ਤੋਂ ਦੂਰ ਜਾਂਦਾ ਹੈ, ਮੇਰੀ ਸੈਲਫ ਰੈਸਪੌਂਸਿਬਿਲਿਟੀ ਨੂੰ ਮੈਂ ਨਹੀਂ ਪਛਾਣਿਆ। ਮੈਂ ਆਪਣੀ ਬੇਟੀ ਨੂੰ ਕਿਹਾ, ਪੋਤਰੀ ਨੂੰ, ਮੈਂ ਕਿਹਾ ਜਗਨੀਤ ਬੇਟੇ ਐਵੇਂ ਨਹੀਂ, ਤੂੰ ਰਿਕੁਐਸਟ ਨਹੀਂ ਕਰਨੀ, ਤੂੰ ਮੈਨੂੰ ਆਰਡਰ ਦੇਣਾ ਹੈ ਕਿ ਦਾਦਾ ਜੀ ਖਿਡੌਣਾ ਲੈ ਕੇ ਦਿਓ। ਤੇ ਬੇਟੀ ਕਹਿੰਦੀ ਦਾਦਾ ਜੀ ਤੁਸੀਂ ਵੱਡੇ ਹੋ, ਮੈਂ ਛੋਟੀ ਹਾਂ, ਮੈਂ ਆਰਡਰ ਨਹੀਂ ਨਾ ਦੇ ਸਕਦੀ। ਮੈਂ ਕਿਹਾ ਬੇਟੀ ਆਈ ਲਵ ਯੂ। ਕਹਿੰਦੀ ਲਵ ਯੂ ਟੂ। ਤੇ ਮੈਂ ਕਿਹਾ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ, ਮੇਰਾ ਫਰਜ਼ ਬਣਦਾ ਵੀ ਤੈਨੂੰ ਲੈ ਕੇ ਦੇਵਾਂ। ਕਹਿੰਦੀ ਹਾਂ। ਤੇ ਮੈਂ ਕਿਹਾ ਫਿਰ ਆਰਡਰ। ਕਹਿੰਦੀ ਉਹ ਗੁੱਡ ਆਈਡੀਆ। ਕਹਿੰਦੀ ਦਾਦਾ ਜੀ ਖਿਡੌਣਾ ਲੈ ਕੇ ਦਿਓ। ਮੈਂ ਕਿਹਾ ਬੇਟੀ ਇੱਕ ਗੱਲ ਹੋਰ ਸੁਣ, ਜਿਹੜੀ ਚੀਜ਼ ਤੇਰੇ ਲਾਭ ਦੀ ਨਹੀਂ ਨਾ ਹੋਏਗੀ, ਨੁਕਸਾਨ ਕਰੇਗੀ, ਉਹ ਅਸੀਂ ਨਾ ਕਰ ਦਿਆਂਗੇ, ਤੂੰ ਹੀ ਵਿਸ਼ਵਾਸ ਕਰਨਾ ਹੈ।
ਜਿਹੜੀ ਚੀਜ਼ ਤੇਰੇ ਫਾਇਦੇ ਵਿੱਚ ਹੋਏਗੀ ਉਹ ਤੈਨੂੰ ਅਸੀਂ ਲੈ ਕੇ ਦੇਵਾਂਗੇ। ਕਹਿੰਦੀ ਬਿਲਕੁਲ ਠੀਕ ਹੈ। ਹੁਣ 18 ਸਾਲ ਤੱਕ ਉਹ ਮੈਨੂੰ ਕਹੇਗੀ ਦਾਦਾ ਖਿਡੌਣਾ ਲੈ ਕੇ ਦਿਓ, ਮੰਮਾ ਕਿਤਾਬ ਲੈ ਕੇ ਦਿਓ, ਪਾਪਾ ਸੂਟ ਲੈ ਕੇ ਦਿਓ। ਉਹਨੂੰ ਪਤਾ ਹੈ ਕਿ ਜੋ ਮੈਂ ਕਹਿ ਰਹੀ ਹਾਂ ਲੈ ਕੇ ਦੇਣਗੇ। ਤੇ ਜਦੋਂ ਮੈਂ ਕਹਾਂਗਾ ਨਾ ਬੇਟਾ ਇਹ ਖਿਡੌਣਾ ਨਹੀਂ, ਤਾਂ ਉਹ ਕਹੇਗੀ ਠੀਕ ਹੈ, ਕਿਉਂਕਿ ਉਹਦੇ ਮਨ 'ਚ ਵਿਸ਼ਵਾਸ ਹੈ ਕਿ ਮੇਰੇ ਵਾਸਤੇ ਠੀਕ ਨਹੀਂ ਹੈ। ਜੇ 18 ਸਾਲ ਤੱਕ ਇਸ ਵਿਸ਼ਵਾਸ ਦੇ ਨਾਲ ਉਹ ਬੱਚੀ ਜੀਂਦੀ ਹੈ ਤਾਂ 18 ਸਾਲ ਬਾਅਦ ਬੇਵਿਸ਼ਵਾਸੀ ਨਹੀਂ ਕਰੇਗੀ। ਤਾਂ ਇੱਕ ਨਿੱਕੀ ਜਿਹੀ ਵਰਡਿੰਗ, ਜੇ ਮੈਂ ਉੱਥੇ ਆਪਣੀ ਸੈਲਫ ਰਿਸਪੌਂਸਿਬਿਲਿਟੀ ਨਹੀਂ ਪਛਾਣਦਾ ਤਾਂ ਮੇਰੀ ਨਿੱਕੀ ਜਿਹੀ ਗਲਤੀ ਕਰਕੇ ਜੇ ਬੱਚਾ ਦੂਰ ਚਲਾ ਜਾਂਦਾ ਹੈ ਤਾਂ ਮੈਨੂੰ ਤੇ ਉਹ ਗੱਲ ਵੀ ਭੁੱਲ ਜਾਣੀ ਹੈ। ਬੇਸ਼ੱਕ ਉਹ ਅਣਜਾਣੇ ਵਿੱਚ ਹੀ ਗਲਤੀ ਹੋ ਜਾਏ। ਇਸ ਲਈ ਜ਼ਬਾਨ ਦੇ ਨਾਲ ਬੋਲਣ ਤੋਂ ਪਹਿਲਾਂ 1000 ਵਾਰ ਸੋਚੋ ਕਿ ਕੋਈ ਵੀ ਨੈਗੇਟਿਵ ਬੋਲਿਆ ਹੋਇਆ ਬੋਲ ਪੂਰੀ ਜ਼ਿੰਦਗੀ ਤਬਾਹ ਕਰ ਦੇਵੇਗਾ। ਤੇ ਗੁਰੂ ਜੀ ਕਹਿੰਦੇ ਨੇ ਇਹ ਜ਼ਬਾਨ ਨੂੰ ਤੇ ਤੱਗ ਹੈ ਹੀ ਨਹੀਂ, ਜੋ ਮਰਜ਼ੀ ਬੰਦਾ ਬੋਲੀ ਜਾਂਦਾ। ਤੱਗ ਨਾ ਜਿਹਵਾ, ਤੱਗ ਨਾ ਅੱਖੀਂ, ਜਿੱਧਰ ਮਰਜ਼ੀ ਇਹ ਭੈੜੀਆਂ ਨਜ਼ਰਾਂ ਦੇ ਨਾਲ ਵੇਖੀ ਜਾਂਦਾ ਹੈ। ਵੇ ਤੱਗਾ ਆਪੇ ਵੱਤੈ, ਵੱਤੇ ਦਾ ਮਤਲਬ ਘੁੰਮ ਰਿਹਾ ਹੈ। ਆਪ ਬੰਦਾ ਜਨੇਊ ਤੋਂ ਬਿਨਾਂ ਹੀ ਘੁੰਮ ਰਿਹਾ ਹੈ। ਆਪਣੇ ਅੰਦਰ ਨੈਗੇਟਿਵ ਥਿੰਕਿੰਗ, ਆਪਣੀ ਜ਼ਬਾਨ ਤੇ ਕੰਟਰੋਲ ਨਹੀਂ। ਆਪ ਪਤਾ ਨਹੀਂ ਕਿ ਕਿਵੇਂ ਮੈਂ ਲੋਕਾਂ ਨੂੰ ਧਾਰਮਿਕ ਤੌਰ ਤੇ ਇਮੋਸ਼ਨਲ ਬਲੈਕਮੇਲ ਕਰੀ ਜਾ ਰਿਹਾ। ਵੱਟ ਧਾਗੇ ਅਵਰਾਂ ਕੱਤੇ ਤੇ ਜਨੇਊ ਵੱਟ ਕੇ ਦੂਜਿਆਂ ਨੂੰ ਪਾ ਰਿਹਾ। ਆਪ ਦਾ ਜੀਵਨ ਨਹੀਂ ਤੇ ਦੂਜਿਆਂ ਨੂੰ ਧਰਮ ਬਾਰੇ ਦੱਸ ਰਿਹਾ ਹੈ। ਹੁਣ ਦੇਖੋ, ਤੁਹਾਡੇ ਘਰ ਕੋਈ ਪ੍ਰੋਬਲਮ ਆਏ ਨਾ, ਤੁਸੀਂ ਮੇਰੀ ਤੋਂ ਸਲਾਹ ਲਓ ਤੇ ਮੈਂ ਤੁਹਾਨੂੰ ਸਹੀ ਸਲਾਹ ਦੇ ਸਕਣਾ। ਸੰਭਾਵਨਾ ਹੈ, ਕਿਉਂਕਿ ਮੈਂ ਘਰੋਂ ਬੇਟੀ ਤੋਰੀ ਹੈ, ਘਰ ਨੂੰ ਲਿਆਂਦੀ ਹੈ। ਸਾਡੇ ਘਰ ਵਿੱਚ ਕੋਈ ਪ੍ਰੋਬਲਮ ਹੋਏ, ਮੈਂ ਤੁਹਾਡੇ ਤੋਂ ਸਲਾਹ ਲਵਾਂ, ਤੁਸੀਂ ਸਹੀ ਸਲਾਹ ਦੇ ਸਕਦੇ ਹੋ, ਕਿਉਂਕਿ ਤੁਸੀਂ ਘਰੋਂ ਧੀਆਂ ਤੋਰੀਆਂ ਨੇ, ਨੂੰਹਾਂ ਲਿਆਂਦੀਆਂ ਨੇ। ਤੇ ਜਿਸ ਬੰਦੇ ਨੇ ਘਰੋਂ ਧੀ ਤੋਰੀ ਨਹੀਂ, ਨੂੰਹ ਲਿਆਂਦੀ ਨਹੀਂ, ਉਹਨੂੰ ਕੀ ਪਤਾ ਧੀਆਂ ਔਰ ਪੁੱਤਰਾਂ ਦਾ ਦੁੱਖ ਕੀ ਹੁੰਦਾ ਹੈ। ਤੇ ਅਸੀਂ ਸਲਾਹ ਲੈਣ ਜਾਂਦੇ ਹਾਂ ਬਾਬਿਆਂ ਤੋਂ, ਜਿਨ੍ਹਾਂ ਨੇ ਨਾ ਧੀਆਂ ਤੋਰੀਆਂ ਨਾ ਨੂੰਹਾਂ ਲਿਆਂਦੀਆਂ, ਮਾਂ ਪਿਓ ਨੂੰ ਵੀ ਛੱਡ ਗਏ, ਉਹਨਾਂ ਤੋਂ ਅਸੀਂ ਲੈ ਰਹੇ ਹਾਂ ਸਲਾਹ। ਤੇ ਉਹ ਸਾਨੂੰ ਗ੍ਰਸਤੀ ਜੀਵਨ ਦੀ ਜਾਂਚ ਦੱਸ ਰਹੇ ਨੇ। ਵੇ ਤੱਗਾ ਆਪੇ ਵੱਤੈ, ਵੱਟ ਧਾਗੇ ਅਵਰਾਂ ਕੱਤੈ। ਤੇ ਅਗਲਾ ਵਚਨ ਕਰਦੇ ਨੇ, ਲੈ ਪਹਾੜ ਕਰੇ ਵਿਆਹ। ਪਹਾੜ ਦਾ ਮਤਲਬ ਪਹਾੜਾ। ਪਹਾੜਾ ਲੈ ਕੇ, ਪੈਸੇ ਲੈ ਕੇ, ਭੇਟਾ ਲੈ ਕੇ ਤੂੰ ਵਿਆਹ ਕਰਨਾ ਹੈ। ਤੇ ਨਾਲ ਬ੍ਰਾਹਮਣ ਕਹਿੰਦਾ ਵੀ ਧੀ ਦਾ ਧਨ ਖਾਣਾ ਮਾੜਾ ਹੈ। ਪਹਿਲਾਂ ਲੋਕ ਧੀਆਂ ਦੇ ਘਰੋਂ ਰੋਟੀ ਤੱਕ ਵੀ ਨਹੀਂ ਸਨ ਖਾਂਦੇ। ਧੀ ਦਾ ਧਨ ਖਾਣਾ ਮਾੜਾ ਹੈ। ਜਿਹੜਾ ਧੀ ਦਾ ਪੈਸਾ ਖਾਏਗਾ, ਧੀ ਦਾ ਧਨ ਖਾਏਗਾ, ਉਹ ਨਰਕਾਂ ਵਿੱਚ ਜਾਏਗਾ। ਇਹ ਬ੍ਰਾਹਮਣ ਦੀ ਵਿਚਾਰਧਾਰਾ ਹੈ। ਤੇ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਪਿਆਰਿਆ, ਸਾਨੂੰ ਤੂੰ ਦੱਸਦਾ ਹੈ ਵੀ ਧੀ ਦਾ ਧਨ ਖਾਣਾ ਪਾਪ ਹੈ, ਤੇ ਜਦੋਂ ਸਾਡੀਆਂ ਧੀਆਂ ਭੈਣਾਂ ਦੇ ਫੇਰੇ ਕਰਾਨਾ ਉਦੋਂ ਤੂੰ ਲੈਣਾ ਭੇਟਾ। ਤੇ ਸਾਡੀ ਧੀ ਵੀ ਤੇਰੀ ਧੀ ਹੈ ਨਾ, ਤੇਰੀ ਧੀ ਮੇਰੀ ਧੀ, ਮੇਰੀ ਧੀ ਤੇਰੀ ਧੀ। ਸਾਈ ਪੁੱਤਰੀ ਜਜਮਾਨ ਕੀ, ਬਾਣੀ ਦੀ ਪੰਕਤੀ ਹੈ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ। ਕਿ ਜਿਹੜੀ ਜਜਮਾਨ ਦੀ ਬੇਟੀ ਉਹ ਤੇਰੀ ਵੀ ਤੇ ਬੇਟੀ ਹੈ। ਏਤ ਧਾਨ ਖਾਧ ਹੈ ਤੇਰਾ ਜਨਮ ਗਿਆ। ਜੇ ਤੂੰ ਇਹ ਪੈਸਾ ਖਾਏਗਾ ਤੇ ਤੇਰਾ ਜਨਮ ਭ੍ਰਿਸ਼ਟ ਹੋ ਜਾਣਾ। ਤੂੰ ਤੇ ਬੇਟੀ ਦੇ ਵਿਆਹ ਦੇ ਪੈਸੇ ਲੈ ਰਿਹਾ, ਭੇਟਾ ਰੱਖੀ ਹੈ ਨਾ। ਹੁਣ ਬ੍ਰਾਹਮਣ ਦੀ ਗੱਲ ਕਰਕੇ ਤਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਨਾ। ਤੇ ਆਨੰਦ ਕਾਰਜ ਦੇ ਟਾਈਮ ਭੇਟਾ ਤੇ ਅਸੀਂ ਵੀ ਰੱਖੀ ਹੈ। ਭੇਟਾ ਤੇ ਰਾਗੀ ਸਿੰਘਾਂ ਦੀ ਵੀ ਗੁਰਦੁਆਰਿਆਂ ਵਿੱਚ ਹੀ ਭੇਟਾ ਹੈ ਵੀ ਇੰਨੇ ਇੰਨੇ ਪੈਸੇ, ਭੇਟਾ ਤੇ ਰੱਖੀ ਹੈ। ਹੁਣ ਜਦੋਂ ਇਧਰ ਗੱਲ ਕਰਾਂਗੇ ਫਿਰ ਪ੍ਰੋਬਲਮ ਆਏਗੀ। ਗੱਲ ਸਾਰਿਆਂ ਦੀ ਸਾਂਝੀ ਹੈ। ਲੈ ਪਹਾੜ ਕਰੇ ਵਿਆਹ, ਤੂੰ ਭੇਟਾ ਲੈ ਕੇ ਵਿਆਹ ਕਰ ਰਿਹਾ ਬੱਚੀਆਂ ਦੇ, ਲੋਕਾਂ ਨੂੰ ਤੂੰ ਜਨੇਊ ਪਾ ਰਿਹਾ। ਕੱਢ ਕਾਗਲ ਦੱਸੇ ਰਾਹ। ਕਾਗਲ ਦਾ ਮਤਲਬ ਕਾਗਜ਼, ਪੱਤਰੀ। ਪੱਤਰੀ ਕੱਢ ਕੇ ਰਾਹ ਦੱਸਣਾ ਵੀ ਇਸ ਦਿਨ ਵਿਆਹ ਹੋਏਗਾ, ਇਸ ਦਿਨ ਇਹ ਹੋਏਗਾ, ਗ੍ਰਹਿ ਆਉਣਗੇ, ਨਕਸ਼ਤਰ ਆਉਣਗੇ, ਇਹ ਬੰਦਾ ਜਿਹੜਾ ਹੈ ਮੰਗਲੀਕ ਹੈ, ਦੂਜਾ ਤੀਜਾ ਹੈ। ਤੇ ਤੈਨੂੰ ਪਤਾ ਹੈ ਕਿ ਤੇਰੀ ਜੋਤਿਸ਼ ਸਰੇਆਮ ਝੂਠ ਹੈ। ਆ ਜਿਹੜੀਆਂ ਰੇਖਾ ਨੇ ਇਹ ਕਿਸਮਤ ਵਾਸਤੇ ਨਹੀਂ ਹਨ, ਇਹ ਮੁੜਨ ਵਾਸਤੇ ਨੇ। ਜਿੱਥੋਂ ਹੱਥ ਮੁੜਦਾ ਉੱਥੇ ਰੇਖਾ ਹੈ, ਪਿਛਲੇ ਪਾਸੇ ਹੱਥ ਨਹੀਂ ਮੁੜਦਾ, ਪਿਛਲੇ ਪਾਸੇ ਕੋਈ ਰੇਖਾ ਨਹੀਂ। ਪਰ ਤੂੰ ਲੋਕਾਂ ਨੂੰ ਰਾਹ ਦੱਸਣਾ ਪਿਆ ਤੇ ਆਪ ਭੇਟਾ ਲੈ ਲੈ ਕੇ ਧੀਆਂ ਦੇ ਵਿਆਹ ਕਰਨਾ ਪਿਆ। ਇਸ ਲਈ ਇਹ ਤੇਰਾ ਜੀਵਨ ਬੇਕਾਰ ਔਰ ਵਿਅਰਥ ਹੈ। ਹੁਣ ਸਮੱਸਿਆ ਦਾ ਸਮਾਧਾਨ ਦੱਸ ਰਹੇ ਨੇ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਪੌੜੀ ਵਿੱਚ ਕਹਿੰਦੇ ਨੇ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ।
ਜੇ ਕਿਸੇ ਦੇ ਉੱਤੇ ਸਾਹਿਬ ਰਹਿਮਤਵਾਨ ਹੋ ਜਾਏ, ਦਇਆਵਾਨ ਹੋ ਜਾਏ, ਤੇ ਫਿਰ ਰੱਬ ਉਹ ਕੰਮ ਕਰਾਂਦਾ ਹੈ ਜਿਹੜਾ ਕੰਮ ਉਹਨੂੰ ਪਸੰਦ ਹੈ, ਯਾਨੀ ਰਜ਼ਾ ਦੇ ਵਿੱਚ ਤੋਰਦਾ ਹੈ। ਭਾਵ ਕਿ ਜੋ ਰਜ਼ਾ ਦੇ ਅੰਦਰ ਤੁਰੇਗਾ, ਲਾ ਆਫ ਨੇਚਰ ਵਿੱਚ ਤੁਰੇਗਾ, ਉਹ ਰੱਬ ਨੂੰ ਪ੍ਰਵਾਨ ਹੋਏਗਾ। ਇਹ ਤਾਂ ਆਮ ਜ਼ਿੰਦਗੀ ਦੀ ਗੱਲ ਵੀ ਹੈ। ਸਾਡੇ ਆਪਣੇ ਬੱਚੇ ਨੇ ਨਾ, ਜੋ ਬੱਚੇ ਮਾਂ-ਬਾਪ ਦੇ ਨਾਲ ਸਹਿਮਤ ਨੇ, ਹੁਕਮ ਵਿੱਚ ਰਹਿੰਦੇ ਨੇ, ਮਾਂ-ਬਾਪ ਉਹਨਾਂ ਬੱਚਿਆਂ ਨੂੰ ਪਿਆਰ ਕਰਦੇ ਨੇ, ਤੇ ਉਹ ਹੀ ਬੱਚੇ ਜੇ ਮਾਂ-ਬਾਪ ਦੇ ਹੁਕਮ ਤੋਂ ਆਕੀ ਹੋ ਜਾਣ ਤਾਂ ਅਖਬਾਰਾਂ ਦੇ ਵਿੱਚ ਮੈਂ ਕਈ ਵਾਰ ਇਸ਼ਤਿਹਾਰ ਪੜ੍ਹਨਾ, ਜਿੱਥੇ ਇਸ਼ਤਿਹਾਰ ਦਿੱਤਾ ਹੁੰਦਾ ਹੈ ਕਿ ਮੈਂ ਫਲਾਂ ਸਿੰਘ ਜਾਂ ਦਾਸ ਆਪਣੇ ਅਮਕੇ ਬੇਟੇ ਨੂੰ ਆਪਣੀ ਚਲ ਔਰ ਅਚਲ ਸੰਪत्ति ਤੋਂ ਬੇਦਖਲ ਕਰਦਾ ਹਾਂ, ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਉਹਦੇ ਨਾਲ ਵਿਹਾਰ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਏਗਾ। ਤੇ ਜੇ ਸਾਨੂੰ ਆਪਣੇ ਹੀ ਬੱਚੇ ਮਨਜ਼ੂਰ ਨਹੀਂ ਤਾਂ ਰੱਬ ਜਿਹੜਾ ਹੈ ਕੁਦਰਤ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਪਸੰਦ ਕਰੇਗਾ। ਜੋ ਸਾਡੇ ਬੱਚਿਆਂ ਦੀ ਕੁੱਟਮਾਰ ਕਰੇ, ਸਾਨੂੰ ਉਹ ਬੰਦਾ ਪਸੰਦ ਨਹੀਂ। ਤੇ ਆ ਜੋ ਤੁਸੀਂ ਬੈਠੇ ਹੋ, ਆ ਖਲਕਤ ਰੱਬ ਦੇ ਬੱਚੇ ਨੇ, ਇਹਨਾਂ ਦੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਰੱਬ ਪਿਆਰ ਕਰੇਗਾ ਨਹੀਂ। ਅਗਲਾ ਵਚਨ ਕਰਦੇ ਨੇ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਅਸਲ ਦੇ ਅੰਦਰ ਜੋ ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹ ਹੀ ਸੇਵਾ ਕਰ ਰਿਹਾ ਹੈ। ਅਸਲੀ ਸੇਵਾ ਕੀ ਹੈ? ਰੱਬੀ ਰਜ਼ਾ ਦੇ ਅੰਦਰ ਤੁਰਨਾ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਣਾ, ਯੂਨੀਵਰਸਲ ਟਰੂਥ ਨੂੰ ਅਪਣਾਣਾ, ਸ਼ੁਭ ਗੁਣਾਂ ਨੂੰ ਅਪਣਾਣਾ। ਤੇ ਇਹ ਸਾਰਿਆਂ ਵਾਸਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਸਤਰੀ, ਪੁਰਸ਼, ਬੱਚੀ, ਬੱਚੇ, ਜਵਾਨ, ਰਾਜਾ, ਪ੍ਰਜਾ, ਸਭ ਵਾਸਤੇ ਇੱਕੋ ਹੀ ਚੀਜ਼ ਹੈ। ਇਹਨਾਂ ਗੁਣਾਂ ਦੇ ਧਾਰਨੀ ਸਭ ਨੂੰ ਹੋਣਾ ਚਾਹੀਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕੇਵਲ ਧਾਰਮਿਕ ਚਿੰਨ੍ਹ ਜਨੇਊ ਆਦਿਕ ਧਾਰਨ ਕਰਨ ਦੇ ਨਾਲ ਰੱਬ ਦੇ ਦਰ ਤੇ ਪ੍ਰਵਾਨਗੀ ਨਹੀਂ ਮਿਲਦੀ। ਹੁਕਮ ਮੰਨਿਆ, ਜੋ ਰੱਬ ਦੇ ਹੁਕਮ ਨੂੰ ਮੰਨੇਗਾ, ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ, ਲਾ ਆਫ ਨੇਚਰ ਦੇ ਪਾਲਨ ਕਰੇਗਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੇਗਾ, ਗੁਰੂ ਜੀ ਕਹਿੰਦੇ ਨੇ ਉਹ ਪ੍ਰਵਾਨ ਹੋਏਗਾ। ਤਾਂ ਖਸਮੇ ਕਾ ਮਹਿਲ ਪਾਏ ਸੀ, ਤਾਂ ਰੱਬ ਦਾ ਟਿਕਾਣਾ ਮਿਲੇਗਾ। ਤੇ ਉਹ ਅੰਦਰ ਹੀ ਤਾਂ ਮਿਲੇਗਾ ਟਿਕਾਣਾ ਜੇ ਰਜ਼ਾ ਵਿੱਚ ਤੁਰਾਂਗੇ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਰੱਬ ਨੂੰ ਪਾਉਂਦਾ ਉਹ ਕਰਮ ਕਰੇ ਤਾਂ ਫਿਰ ਬੰਦਾ ਮਨ ਚਿੰਤਿਤ ਫਲ ਪਾ ਲਵੇਗਾ। ਮਨ ਚਿੰਤਿਤ ਫਲ ਕੀ ਨੇ? ਹਰ ਬੰਦਾ ਸਤਿਕਾਰ ਔਰ ਪਿਆਰ ਚਾਹੁੰਦਾ ਹੈ, ਮੈਂ ਵੀ, ਤੁਸੀਂ ਵੀ, ਇਹ ਸਾਡੀਆਂ ਸਾਂਝੀਆਂ ਮੰਗਾਂ ਨੇ। ਹਰ ਬੰਦਾ ਸੁਖ ਚਾਹੁੰਦਾ ਹੈ, ਮੈਨੂੰ ਸੁਖ ਮਿਲੇ। ਦੂਜੀ ਚੀਜ਼ ਮੈਨੂੰ ਪਿਆਰ ਸਤਿਕਾਰ ਮਿਲੇ। ਤੀਜੀ ਚੀਜ਼ ਮੈਨੂੰ ਮੁਕਤੀ ਮਿਲੇ। ਇਹ ਸਾਡੀਆਂ ਸਾਰੀਆਂ ਸਾਂਝੀਆਂ ਮੰਗਾਂ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ ਉਹ ਮਨ ਚਿੰਤਿਤ ਫਲ ਪਾ ਲਵੇਗਾ। ਤਾਂ ਦਰਗਾਹ ਪੈਂਦਾ ਜਾਏ ਸੀ। ਪੈਦਾ ਦਾ ਮਤਲਬ ਪ੍ਰਗਟ, ਮਾਨ। ਤਾਂ ਉਹ ਰੱਬ ਦੀ ਦਰਗਾਹ ਵਿੱਚ, ਭਾਵ ਰੱਬ ਦੀ ਹਜ਼ੂਰੀ ਦੇ ਵਿੱਚ ਉਹਨੂੰ ਮਾਨ ਮਿਲੇਗਾ। ਤਾਂ ਉਹ ਰੱਬ ਦੇ ਅੰਦਰ ਅਭੇਦ ਹੋ ਜਾਏਗਾ ਜੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਮੁਤਾਬਕ ਕੇਵਲ ਧਾਰਮਿਕ ਚਿੰਨ੍ਹ ਧਾਰਨ ਕਰ ਲੈਣੇ ਕਾਫੀ ਨਹੀਂ ਹਨ, ਚਾਹੇ ਉਹ ਕਿਸੇ ਵੀ ਧਰਮ ਦੇ ਨੇ, ਚਾਹੇ ਕਿਸੇ ਵੀ ਧਰਮ ਮਜ਼ਹਬ ਦੇ ਨੇ। ਕੇਵਲ ਧਾਰਮਿਕ ਚਿੰਨ੍ਹ ਔਰ ਧਾਰਮਿਕ ਪਹਿਨਾਵਾ ਪਹਿਨ ਕੇ ਬਾਹਰੀ ਵਿਖਾਵਾ ਬਣਾਉਣ ਦੇ ਨਾਲ ਕੁਝ ਨਹੀਂ ਮਿਲਦਾ। ਸਗੋਂ ਸਾਨੂੰ ਆਪਣੇ ਗਿਆਨ ਇੰਦਰੀਆਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਹਰ ਇਨਸਾਨ ਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਔਰਤ ਨੂੰ ਬਿਲਕੁਲ ਬਰਾਬਰ ਦਾ ਮਾਨ, ਆਦਰ ਔਰ ਸਤਿਕਾਰ ਦੇਣਾ ਚਾਹੀਦਾ ਹੈ। ਔਰ ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਚਾਹੀਦਾ ਹੈ। ਫਿਰ ਸਾਡਾ ਇਹ ਜੀਵਨ ਸਵਰਗ ਬਣ ਜਾਏਗਾ। ਅਗਲੇ ਸਵਰਗ ਦੀ ਸਾਨੂੰ ਲੋੜ ਨਹੀਂ ਔਰ ਨਾ ਸਾਨੂੰ ਵੇਟ ਕਰਨ ਦੀ ਲੋੜ ਹੈ। ਜੋ ਕਿਤੇ ਅਗਲੇ ਸਵਰਗ ਦੀ ਇੰਤਜ਼ਾਰ ਦੇ ਵਿੱਚ ਬੈਠਾ ਹੈ ਤਾਂ ਸਮਝ ਲਓ ਇਹ ਜ਼ਿੰਦਗੀ ਉਹਦੀ ਨਰਕ ਹੈ। ਇਸ ਲਈ ਆਪਣੇ ਜੀਵਨ ਨੂੰ, ਸਮਾਜ ਦੇ ਜੀਵਨ ਨੂੰ ਨਰਕ ਬਣਨ ਤੋਂ ਬਚਾਓ ਔਰ ਇਸ ਆਪਣੇ ਜੀਵਨ ਨੂੰ, ਪਰਿਵਾਰ ਨੂੰ ਔਰ ਸਮਾਜ ਨੂੰ ਸਵਰਗ ਬਣਾਓ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਹੁਣ ਸਤਿਕਾਰਯੋਗ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਇੱਥੇ ਹੀ ਫਤਿਹ ਬੁਲਾਓ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ।
ਹਮੇਸ਼ਾ ਦੀ ਤਰ੍ਹਾਂ ਅੱਜ ਦੀ ਵੀ ਕਥਾ ਆਪ ਜੀ ਨੇ ਬਹੁਤ ਡਿਟੇਲ ਦੇ ਵਿੱਚ ਕੀਤੀ ਹੈ ਤੇ ਅਸੀਂ ਸਾਰਿਆਂ ਨੇ ਸਰਵਣ ਕਰ ਲਈ ਹੈ। ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤਵਟ, ਇਹ 500 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ। ਉਸ ਟਾਈਮ ਤੇ ਜਿਹੜਾ ਰਿਲੀਜਨ ਸਾਡੇ ਨਾਲ ਕੰਸਰਨ ਚੱਲਦਾ ਸੀਗਾ ਉਹਦਾ ਹਿੰਦੂਇਜ਼ਮ ਸੀਗਾ। ਉਹਦੇ ਵਿੱਚ ਪੁਜਾਰੀ ਬ੍ਰਾਹਮਣ ਜਿਹਨੂੰ ਜਿੱਦ ਮਰਜ਼ੀ ਕਹਿ ਲਓ, ਉਹਨੇ ਇੱਕ ਤਰ੍ਹਾਂ ਦਾ ਕਬਜ਼ਾ ਹੀ ਕੀਤਾ ਸੀਗਾ ਤੇ ਉਹਦੇ ਵਾਸਤੇ ਉਹਨਾਂ ਨੇ ਇਹ ਸਾਰੀ ਵਿਆਖਿਆ ਕਰਨੀ ਪਈ, ਉਹਨਾਂ ਨੂੰ ਲਿਖਣੀ ਪਈ ਸਾਡੇ ਵਾਸਤੇ। ਤੇ ਅੱਜ ਆਪ ਜੀ ਨੇ ਜੋ ਸਾਰਾ ਕੁਝ ਐਕਸਪਲੇਨ ਕੀਤਾ ਹੈ ਉਹਦੇ ਵਿੱਚ ਸਾਡੇ ਨਾਲ ਸਾਰੀਆਂ ਚੀਜ਼ਾਂ ਇਹ ਕੰਸਰਨਡ ਹੈਗੀਆਂ ਜੀ ਉਸ ਟਾਈਮ ਤੇ। ਜੇ ਅਸੀਂ ਗੁਰੂ ਸਾਹਿਬ ਦੀ ਕ੍ਰਾਂਤੀਕਾਰੀ ਸੋਚ ਦੇ ਮੁਤਾਬਕ ਚੱਲੀਏ ਤਾਂ ਇਹ 500 ਸਾਲ ਪਹਿਲਾਂ ਉਹਨਾਂ ਟਾਈਮਾਂ ਦੇ ਵਿੱਚ ਜੋ ਗੱਲਾਂ ਘਟਦੀਆਂ ਸੀਗੀਆਂ ਉਹਨਾਂ ਨੇ ਸਾਡੇ ਸਮਾਜ ਮੋਰੇ ਤੇ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਦਰਜ ਕਰ ਦਿੱਤਾ। ਤੇ ਇਹਨਾਂ ਨੂੰ ਐਕਸਪਲੇਨ ਕਰਨ ਵਾਸਤੇ ਜਿੱਦਾਂ ਗਿਆਨੀ ਮੋਹਰ ਸਿੰਘ ਇਸ ਤਰ੍ਹਾਂ ਦੇ ਸਾਨੂੰ ਸੱਜੇ ਗਿਆਨੀ ਚਾਹੀਦੇ ਜਿਹੜੇ ਮਤਲਬ ਪੂਰੀ ਤਰ੍ਹਾਂ ਐਕਸਪਲੇਨ ਕਰ ਸਕਣ। ਤੁਹਾਡਾ ਬਹੁਤ ਧੰਨਵਾਦ ਜਿੱਦਾਂ ਆਪ ਜੀ ਨੇ ਦੱਸਿਆ। ਤੇ ਅਗਲੀਆਂ ਪੰਕਤੀਆਂ ਦੇ ਵਿੱਚ ਜਿੱਦਾਂ ਉਸ ਟਾਈਮ ਤੇ ਚੱਲਦਾ ਸੀਗਾ ਤੇ ਅੱਜ ਵੀ ਜੋ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ, ਸਾਡੇ ਤੇ ਵੀ ਇਹ ਲਾਗੂ ਹੋ ਰਹੀਆਂ ਗੱਲਾਂ। ਸੋ ਇੱਥੇ ਬਹੁਤ ਧੰਨਵਾਦ ਜੀ। ਮੈਂ ਕੁਛ ਨਵੇਂ ਫੇਸ ਸੀਗੇ ਜੀ ਅੱਜ, ਉਹਨਾਂ ਦਾ ਧੰਨਵਾਦ ਕਰਦਾ ਹਾਂ। ਇੱਕ ਤਾਂ ਹਰਵੰਸ ਸਿੰਘ ਜੀ, ਮੈਨੂੰ ਪਤਾ ਨਹੀਂ ਕਿੱਥੋਂ ਜੁੜੇ ਸੀਗੇ, ਉਹਨਾਂ ਦਾ ਬਹੁਤ ਧੰਨਵਾਦ ਅੱਜ ਆਏ ਆ। ਤੇ ਨਵਦੀਪ ਕੌਰ ਰੈਟਿੰਗ ਤੋਂ ਥੈਂਕ ਯੂ ਵੈਰੀ ਮੱਚ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਵਾਸਤੇ ਵੀ ਇਸੇ ਤਰ੍ਹਾਂ ਆਇਓ ਜੀ। ਤੇ ਅਵਤਾਰ ਸਿੰਘ ਨਿਊ ਕਾਸਲ ਤੋਂ ਕੱਲ੍ਹ ਸਾਡੇ ਨਾਲ ਆਏ ਸੀ, ਅੱਜ ਵੀ ਆਏ ਹੋ। ਤੇ ਬਾਕੀ ਹੋਰ ਸਾਰੇ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਹੋ ਆ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦ। ਤੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਹੋਣ ਤਾਂ ਤੁਸੀਂ ਜ਼ਰੂਰ ਸਾਨੂੰ ਦੱਸੋ। ਤੇ ਗਿਆਨੀ ਜੀ ਹੁਣ ਵੀ ਬੜੇ ਧੰਨਵਾਦੀ ਹੋਣਗੇ ਇਸ ਚੀਜ਼ ਬਾਰੇ ਨੋਟ ਜਾਣ ਕੇ ਕਿ ਤੁਸੀਂ ਸੁਣਦੇ ਤਾਂ ਸਾਰੇ ਆਪਾਂ ਹੈਗੇ ਹਾਂ, ਪਰ ਜੇ ਤੁਹਾਡੀ ਕੋਈ ਆਪਣੀ ਇਹਦੇ ਬਾਰੇ ਸਲਾਹ ਮਸ਼ਵਰਾ ਜੋ ਵੀ ਹੈਗਾ, ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਲੱਗਦਾ ਨਹੀਂ ਪਤਾ ਲੱਗਦਾ, ਉਹ ਤੁਸੀਂ ਹੁਣ ਪੁੱਛ ਸਕਦੇ। ਫੀਡਬੈਕ ਚਾਹੀਦੀ ਹੈ ਜੀ। ਸੋ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਅਨਮਿਊਟ ਹੋ ਜਾਓ। ਤੇ ਨਾਗਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜਿਸ ਤਰ੍ਹਾਂ ਆਪਨੇ ਦੱਸਿਆ ਵੀ 50 ਗ੍ਰਾਮ ਦੀ ਜਵਾਨ ਤੇ ਕੰਟਰੋਲ ਕਰ ਲਿਆ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਬਹੁਤ ਹੀ ਅੱਛਾ। ਤੇ ਜਿਸ ਤਰ੍ਹਾਂ ਦਇਆ ਸੰਤੋਖ ਦਾ ਆਪਨੇ ਦੱਸਿਆ ਹੈ ਤੇ ਕਈ ਹੁਣ ਇਸ ਦੇ ਅੰਮ੍ਰਿਤ ਛਕ ਕੇ ਵੀ ਜਾਂ ਗੁਰੂ ਘਰ ਦੇ ਮੋਹਤਵਾਨ ਵੀ ਇਹਦੇ ਦਇਆ ਸੰਤੋਖ ਤੇ ਗੁਣਾਂ ਦੇ ਵਿੱਚ ਹੋਣੇ ਚਾਹੀਦੇ ਹਨ। ਇਹਨਾਂ ਵਿੱਚ ਵੀ ਹੋਣੇ ਚਾਹੀਦੇ ਨੇ। ਬ੍ਰਾਹਮਣ ਦੇ ਜਨੇਊ ਵਾਲੇ ਪਾਉਣ ਵਾਲੇ ਵਿੱਚ ਨਹੀਂ, ਇਹਨਾਂ ਅੰਮ੍ਰਿਤ ਛਕਿਆ ਵਾਲਿਆਂ ਵਿੱਚ ਵੀ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਇੱਕ ਮਿਸਾਲ ਮੈਂ ਦਿੰਦਾ, ਲੰਗਰ ਹਾਲ ਦੇ ਵਿੱਚੋਂ ਕੋਈ ਬਜ਼ੁਰਗ ਲੰਗਰ ਪਵਾ ਕੇ ਇੱਕ ਹੱਥ ਵਿੱਚ ਲੰਗਰ ਹੈ ਤੇ ਦੂਜੇ ਹੱਥ ਗਲਾਸ ਦਾ ਪਾਣੀ, ਤੇ ਲੰਗਰ ਲਿਜਾ ਰਿਹਾ ਹੈ ਤੇ ਉਹ ਦਾਲ ਡੁੱਲ ਜਾਂਦੀ ਹੈ ਤਾਂ ਉਹੋ ਹੀ ਜਿਹੜਾ ਅੰਮ੍ਰਿਤ ਛਕਿਆ ਜਾਂ ਉਹ ਗੁਰੂ ਘਰ ਦਾ ਮੁਹਤਬਾਰ ਉਹਨੂੰ ਕਹਿੰਦਾ ਵੀ ਤੂੰ ਦਾਲ ਡੋਲ ਕੇ ਲੰਗਰ ਦੀ ਬੇਅਦਬੀ ਕਰਤੀ ਹੈ ਜਾਂ ਲੰਗਰ ਫਲੋਰ ਖਿਲਾਫ ਕਰ ਦਿੱਤਾ ਹੈ। ਤੇ ਇਸ ਤਰ੍ਹਾਂ ਉਹ ਦਇਆ ਵਾਲੇ ਗੁਣ ਉਹਨਾਂ ਵਿੱਚ ਹੈ ਨਹੀਂ। ਇਹ ਹੋਣੇ ਚਾਹੀਦੇ ਹਨ ਜਿਹੜੇ ਮੋਤਬਾਰ ਹਨ। ਤੇ ਦੂਜਾ ਮੈਂ ਇੱਕ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਜਨੇਊ ਦੇ ਧਾਗੇ ਆ, ਇਹ ਵੀ ਕੋਈ ਧਾਗਿਆਂ ਦੀ ਵੀ ਗਿਣਤੀ ਹੁੰਦੀ ਹੈ ਬ੍ਰਾਹਮਣਾਂ ਵਾਸਤੇ ਜਾਂ ਖੱਤਰੀਆਂ ਵਾਸਤੇ ਜਾਂ ਹੋਰ? ਪਤਾ ਨਹੀਂ, ਉਹ ਹੁੰਦਾ ਵੱਖਰਾ ਵੱਖਰਾ। ਹਾਂਜੀ, ਉਹਨਾਂ ਜਨੇਊ ਵੱਖਰਾ ਹੁੰਦਾ, ਪਰ ਮੈਂ ਪੱਕਾ ਕਨਫਰਮ ਨਹੀਂ। ਉਹਦੇ ਵਾਸਤੇ ਜਿਹੜਾ ਬ੍ਰਾਹਮਣ ਹੈ ਉਹਦੇ ਵਾਸਤੇ ਜਨੇਊ ਵੱਖਰਾ ਹੈ, ਹਾਂਜੀ, ਖੱਤਰੀ ਵਾਸਤੇ ਵੱਖਰਾ ਹੈ ਔਰ ਵੈਸ਼ਯ ਵਾਸਤੇ ਵੱਖਰਾ ਹੈ। ਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਔਰ ਔਰਤ ਨੂੰ ਵੀ ਜਨੇਊ ਪਾਉਣ ਦਾ ਅਧਿਕਾਰ ਨਹੀਂ, ਵੱਖਰਾ। ਵੈਸੇ ਮੈਂ ਸੁਣਿਆ ਵੀ ਇਹਨਾਂ ਧਾਗਿਆਂ ਦੀ ਗਿਣਤੀ ਹੁੰਦੀ ਹੈ, ਖੱਤਰੀ ਵਾਸਤੇ ਗਿਣਤੀ। ਹਾਂਜੀ, ਬ੍ਰਾਹਮਣ ਲਈ 3 ਹੈ, ਖੱਤਰੀ ਲਈ 2 ਹੈ। ਇਸ ਤਰ੍ਹਾਂ ਕਰਕੇ ਗਿਣਤੀ ਵੀ ਹੈ। ਇੱਕ ਹੋਰ ਜੀ, ਜਿਹੜਾ ਇੱਕ ਸ਼ਬਦ ਦਾ ਤੁਸੀਂ ਪਾਇਆ, ਕੋ ਬੱਕਰਾ ਨਹੀਂ ਖਾਈਏ ਸਭ ਕੋ ਆਖੇ ਪਾਏ, ਇਹ ਉਸ ਟਾਈਮ ਫਿਰ ਇਹ ਬੱਕਰੇ ਖਾਂਦੇ ਹੋਣਗੇ ਜਾਂ ਕੀ ਇਹਦਾ ਹਿਸਾਬ ਤਾਂ? ਹਾਂਜੀ, ਬਿਲਕੁਲ ਖਾਂਦੇ ਸੀ, ਬਿਲਕੁਲ ਤਾਂ ਹੀ ਲਿਖਿਆ ਕੋਹ ਬੱਕਰਾ ਨਹੀਂ ਖਾਇਆ ਸਭ। ਥੈਂਕ ਯੂ ਜੀ, ਯਾਨੀ ਧੰਨਵਾਦ। ਹਾਂਜੀ, ਖਾਂਦੇ ਸੀ ਉਦੋਂ ਨਾ, ਔਰ ਵੱਢਿਆ ਜਾਂਦਾ ਸੀ ਬੱਕਰਾ ਉਦੋਂ। ਹਾਂਜੀ, ਧੰਨਵਾਦ ਜੀ। ਸਤਿੰਦਰ ਸਿੰਘ ਜੀ, ਤੁਸੀਂ ਵੀ ਅਨਮਿਊਟ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਫਤਿਹ ਜੀ। ਭਾਈ ਸਾਹਿਬ ਜੀ, ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਸਾਡੇ ਅੰਦਰ ਕੁਆਲਿਟੀਜ਼ ਹੋਣੀ ਚਾਹੀਦੀਆਂ, ਦਇਆ, ਸੰਤੋਖ, ਜਤ, ਸਤ,
ਤੇ ਉਸੇ ਤਰ੍ਹਾਂ ਅੱਜ ਕੀ ਹੋਇਆ ਸਰ ਕਿ ਮੈਂ ਕਿਸੇ ਨਾਲ ਡਿਸਕਸ ਕਰ ਰਿਹਾ ਸੀਗਾ ਤੇ ਉਹ ਕਹਿੰਦੇ ਨੇ ਕਿ ਸਾਡੇ ਇਧਰ ਹਜ਼ੂਰ ਸਾਹਿਬ ਵਿੱਚ ਜਿਸ ਤਰ੍ਹਾਂ ਤੁਸੀਂ ਜਨੇਊ ਦੀ ਗੱਲ ਚੱਲੀ ਨਾ, ਕਹਿੰਦੇ ਨੇ ਕਿ ਉਧਰ ਸਿੰਘਾਂ ਨੂੰ ਜਿਹੜਾ ਹੈ ਖੰਡੇ ਦਾ ਪੌਲ ਚਕਾਉਂਦੇ ਨੇ ਤੇ ਜਿਹੜੀ ਸਿੰਘਣੀਆਂ ਨੂੰ ਆਪਣਾ ਕਿਰਪਾਨ ਦਾ ਹਾਂਜੀ ਅਲੱਗ-ਅਲੱਗ ਹੋ ਗਿਆ। ਹਾਂਜੀ ਉੱਥੇ ਹਾਂਜੀ ਬਿਲਕੁਲ ਹਾਂਜੀ। ਤੇ ਸੋਚੋ ਇੱਕ ਪ੍ਰਿੰਸੀਪਲ ਤੋਂ ਚੱਲਣ ਵਾਲੇ ਲੋਕ ਇੱਕੋ, ਹਾਲਾਂਕਿ ਸਭ ਤੋਂ ਸਾਡਾ ਵੱਡਾ ਅਸੀਂ ਤਖਤ ਮੰਨਿਆ ਜਿਸ ਨੂੰ, ਉਧਰ ਵੀ ਇਸ ਤਰ੍ਹਾਂ ਦੇ ਡਿਫਰੈਂਟ ਖਿਆਲਾਤ ਹੈਗੇ ਨੇ। ਹਾਂਜੀ ਬਹੁਤ ਕੁਝ ਸਾਨੂੰ ਵਿਚਾਰਨ ਦੀ ਜ਼ਰੂਰਤ ਹੈਗੀ ਹੈ ਔਰ ਕਾਫੀ ਕੁਝ ਜਦੋਂ ਅਸੀਂ ਗੁਰਬਾਣੀ ਦੇ ਤਲ ਤੇ ਅਸੀਂ ਪੜ੍ਹਦੇ ਹਾਂ, ਜੇਕਰ ਹੁਣ ਇਹ ਸ਼ਬਦ ਨੂੰ ਹੀ ਅੱਜ ਵਾਲੇ ਨੂੰ ਲਵੀਏ ਤਾਂ ਦਇਆ ਜਾਂ ਸੰਤੋਖ ਔਰ ਗਿਆਨ ਇੰਦਰੀਆਂ ਦੇ ਉੱਤੇ ਕੰਟਰੋਲ ਜਾਂ ਜਿੰਨੇ ਵੀ ਗੁਣ ਦੱਸੇ ਨੇ ਔਰ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਤਾਂ ਸਾਡੇ ਵਿੱਚ ਕਿੱਥੇ ਵੇ। ਬਿਲਕੁਲ ਅੰਮ੍ਰਿਤਧਾਰੀਆਂ ਦੀਆਂ ਪੱਗਾਂ ਲਾ ਰਹੇ ਨੇ, ਇਹ ਤਾਂ ਸਾਡੇ ਸਾਹਮਣੇ ਨਾ ਸਾਰਾ ਕੁਝ। ਤਾਂ ਇਹ ਗੱਲ ਇਕੱਲੇ ਦੀ ਨਹੀਂ, ਕਿਸੇ ਵੀ ਧਰਮ ਦੇ ਜੇ ਧਾਰਮਿਕ ਚਿੰਨ੍ਹ ਪਾਏ ਨੇ, ਬੇਸ਼ੱਕ ਉਹ ਅਸੀਂ ਕਿਰਪਾਨ ਹੀ ਪਾਈ ਹੈ, ਪਰ ਜੇ ਅਸੀਂ ਉਹਦੇ ਅਸੂਲਾਂ ਦੇ ਉੱਤੇ ਨਹੀਂ ਚੱਲਦੇ ਤਾਂ ਸਾਡਾ ਬਾਹਰ ਦਾ ਵਿਖਾਵਾ ਬਣ ਕੇ ਰਹਿ ਜਾਂਦਾ। ਜੀ ਕੁਆਲਿਟੀਜ਼ ਦੀ ਬਿਲਕੁਲ। ਔਰ ਦੂਸਰਾ ਇੱਕ ਜਿਹੜਾ ਤੁਸੀਂ ਇਹਦੇ ਸ਼ਬਦ ਵਿੱਚ ਕਿਹਾ ਨਾ, ਲੈ ਪਹਾੜ ਕਰੇ ਵਿਆਹੋ, ਅਸੀਂ ਦੇਖੋ ਇਹ ਚੀਜ਼ ਭੇਟਾਂ ਨੂੰ ਕਿੰਨਾ ਓਵਰਲੁੱਕ ਕਰ ਦਿੰਦੇ ਆ ਗੁਰਦੁਆਰਿਆਂ ਦੇ ਵਿੱਚ। ਸਾਨੂੰ ਐਜ਼ ਕਮਿਊਨਿਟੀ ਹੀ ਇਹਨੂੰ ਬਿਲਕੁਲ ਇਰੈਡੀਕੇਟ ਕਰ ਦੇਣਾ ਚਾਹੀਦਾ ਨਾ। ਰੀਜ਼ਨ ਨੇ ਦੇਖੋ, ਜਿਸ ਤਰ੍ਹਾਂ ਨਾ ਈਸਾਈ ਮਿਸ਼ਨਰੀ ਨੇ, ਪਾਦਰੀ ਨੇ, ਉਹਨਾਂ ਦੀ ਮੋਟੀ ਤਨਖਾਹ ਹੈ, ਉਹਨਾਂ ਨੂੰ ਨਾ ਵੱਖਰੀ ਕੋਠੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਾਰ ਡਰਾਈਵਰ ਦਿੱਤਾ ਜਾਂਦਾ ਹੈ ਔਰ ਉਹਨਾਂ ਨੂੰ ਗਜ਼ਟਡ ਆਫੀਸਰ ਜਿੰਨੀ ਤਨਖਾਹ ਤੇ ਉਹਨਾਂ ਦੇ ਬੱਚਿਆਂ ਦੀ ਫ੍ਰੀ ਸਿੱਖਿਆ ਹੁੰਦੀ ਹੈ, ਐਜੂਕੇਸ਼ਨ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਉਹਨਾਂ ਨੂੰ ਤਨਖਾਹ ਵਗੈਰਾ। ਤਾਂ ਸਾਨੂੰ ਚਾਹੀਦਾ ਵੀ ਜਿਹੜੇ ਰਾਗੀ ਜਾਂ ਗ੍ਰੰਥੀ ਸਾਹਿਬਾਨ ਨੇ ਇਹਨਾਂ ਦਾ ਆਦਰ ਸਤਿਕਾਰ ਹੋਏ ਵਧੀਆ। ਔਰ ਜਦੋਂ ਅਸੀਂ ਰਾਗੀ ਗ੍ਰੰਥੀ ਕਥਾਵਾਚਕ ਕੋਈ ਵੀ ਰੱਖਣਾ ਹੈ ਆਪਣਾ, ਤਾਂ ਉਹਦੀ ਪਹਿਲਾਂ ਉਹਦੀ ਕੁਆਲਿਟੀ ਦੇਖ ਲਈ ਜਾਵੇ। ਤਾਂ ਘੱਟ ਤੋਂ ਘੱਟ ਗਜ਼ਟਡ ਆਫੀਸਰ ਜਿਹੜੇ ਡਾਕਟਰ ਜਾਂ ਡੀਸੀ ਜਿੰਨੇ ਨੇ, ਉਹਨਾਂ ਜਿੰਨੀ ਤਨਖਾਹ ਹੋਵੇ ਰਾਗੀ ਗ੍ਰੰਥੀਆਂ ਦੀ। ਔਰ ਇਹਨਾਂ ਤੋਂ ਨਾ ਸਹੀ ਕੰਮ ਲਿਆ ਜਾਏ। ਇਹਨਾਂ ਤੋਂ ਇਹ ਨਹੀਂ ਵੀ ਤੁਸੀਂ ਦਾਲ ਬਣਾਈ ਜਾਓ ਜਾਂ ਕੁਛ ਕਰੀ ਜਾਓ। ਜੇਕਰ ਇਹਨਾਂ ਤੋਂ ਕੰਮ ਲਿਆ ਜਾਏ ਨਾ, ਜਿਸ ਤਰ੍ਹਾਂ ਮੰਨ ਲਓ ਹੁਣ ਫੈਮਿਲੀ ਰਿਲੇਸ਼ਨਸ ਦੀ ਕੋਈ ਪ੍ਰੋਬਲਮਸ ਨੇ, ਤਾਂ ਮੈਂ ਇਹਦੇ ਬਾਰੇ ਕਾਫੀ ਸਟੱਡੀ ਕੀਤੀ ਹੈ। ਮੈਂ ਜੇ ਰਾਗੀ ਸਾਹਿਬਾਨ ਨੇ ਜਾਂ ਗ੍ਰੰਥੀ ਸਾਹਿਬਾਨ ਨੇ ਨਾ, ਤਾਂ ਇੱਕ ਵੱਖਰਾ ਹਾਲ ਹੋਏ। ਇੱਕ ਮੇਰੇ ਸੁਜੈਸ਼ਨ ਨੇ ਬਸ, ਕੁਰਸੀਆਂ ਵਗੈਰਾ ਲੱਗੀਆਂ ਹੋਣ, ਉੱਥੇ ਇੱਕ ਲਾਇਬ੍ਰੇਰੀ ਹੋਏ ਔਰ ਉਹਦੇ ਵਿੱਚ ਇੱਕ ਪ੍ਰਚਾਰਕ ਦੀ ਡਿਊਟੀ ਹੋਈ ਸਵੇਰ ਦੇ 6 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਕੋਈ ਵੀ ਵੀਰ ਭੈਣ ਆਏ, ਜੇ ਉਹਨੇ ਸੰਥਾ ਲੈਣੀ ਹੈ ਸੰਥਾ ਲੈ, ਇਤਿਹਾਸ ਬਾਰੇ ਜਾਣਕਾਰੀ ਲੈਣੀ ਹੈ ਉਹ ਲਵੇ, ਗੁਰਮਤ ਬਾਰੇ ਜਾਣਨਾ ਹੈ ਤਾਂ, ਉਹਦੀ ਕੋਈ ਪਰਿਵਾਰਕ ਸਮੱਸਿਆ ਹੈ ਤਾਂ ਇਹ ਸਾਰਾ ਦਿਨ ਅਸੀਂ ਜਿਸ ਤਰ੍ਹਾਂ ਕਰਦੇ ਹਾਂ ਤਾਂ ਬਹੁਤ ਕੁਛ ਹੋ ਸਕਦਾ ਹੈ। ਲੇਕਿਨ ਉਹ ਸਾਹਿਬਾਨ ਨੂੰ ਤਨਖਾਹ ਦੇਵੇ ਨਾ ਪੂਰੀ, ਤਾਂ ਫਿਰ ਉਹਨਾਂ ਨੂੰ ਇੱਕ ਪਾਸੇ ਵੱਲ ਵੇਖਣਾ ਨਹੀਂ ਪਵੇਗਾ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਤੇ ਸਾਊਥ ਹਾਲ ਕਥਾ ਕਰ ਰਿਹਾ ਸੀ, ਉਦੋਂ ਪੌਂਡ ਦਾ ਰੇਟ ਸੀ 70 ਰੁਪਏ। ਅੱਛਾ। ਤੇ ਮੈਂ ਕਥਾ ਕਰ ਰਿਹਾ ਸੀ, ਤੇ ਕਥਾ ਕਰਦਿਆਂ ਤੁਹਾਨੂੰ ਪਤਾ ਹੀ ਵੀ ਪੈਸੇ ਸੰਗਤਾਂ ਰੱਖ ਜਾਂਦੀਆਂ ਨੇ, ਤੇ ਮੈਂ ਦੂਜੇ ਪਾਸੇ ਸੀ, ਪੈਸਿਆਂ ਵਾਲੇ ਪਾਸੇ ਇੱਕ ਪੋਥੀ ਪੜ੍ਹਨ ਵਾਲਾ ਵੀਰ ਸੀ, ਤੇ ਮੈਂ ਕਾਫੀ ਦੂਰ ਸੀ, ਮੈਨੂੰ ਨਹੀਂ ਪਤਾ ਵੀ ਕੌਣ ਕੀ ਰੱਖ ਰਿਹਾ। ਇੱਕ ਬਜ਼ੁਰਗ ਆਇਆ ਤੇ ਉਹਨੇ 50 ਪੈਨਿੰਗਾਂ ਰੱਖੀਆਂ ਤੇ 50 ਪੈਨਿੰਗਾਂ ਰੱਖ ਕੇ ਤੇ ਵਾਪਸ ਚਲਾ ਗਿਆ। ਤੇ ਸੰਗਤ ਸਾਊਥ ਹਾਲ ਕਾਫੀ ਹੁੰਦੀ ਹੈ। ਉਹ ਫਿਰ ਨਾ ਬਾਪੂ ਵਾਪਸ ਆਇਆ ਮੁੜ ਕੇ, ਤੇ ਫਿਰ ਮੇਰੇ ਸਾਹਮਣੇ ਹੋ ਕੇ ਕਹਿੰਦਾ, ਗਿਆਨੀ 35 ਰੁਪਏ ਬਣਦੇ ਆ ਇੰਡੀਆ ਦੇ 35। ਮੈਂ ਕਿਹਾ ਬਾਪੂ ਧੰਨਵਾਦ, ਮੇਰਾ ਵੀ ਹਾਸਾ ਨਿਕਲ ਗਿਆ ਤੇ ਸੰਗਤ ਵੀ ਸਾਰੀ ਹੱਸਣ ਲੱਗ ਗਈ। ਹੁਣ ਦੇਖੋ ਸਾਡੀ ਪ੍ਰੋਬਲਮ ਹੈ ਨਾ ਵੀ ਜਦੋਂ ਅਸੀਂ ਹੁਣ ਪੌਂਡ ਵੱਲ ਵੇਖਾਂਗੇ ਤਾਂ ਉਦੋਂ ਅਸੀਂ ਸੱਚ ਨਹੀਂ ਕਹਿ ਪਾਵਾਂਗੇ। ਇਸ ਲਈ ਰਾਗੀ ਗ੍ਰੰਥੀ ਜਿਹੜੇ ਨੇ ਇਹਨਾਂ ਨੂੰ ਤਨਖਾਹ ਦਿੱਤੀ ਜਾਏ, ਗਜ਼ਟਡ ਆਫੀਸਰ ਦੀ, ਫਿਰ ਇਹ ਸਾਰਾ ਕੁਝ ਹੋ ਸਕਦਾ ਹੈ ਤੇ ਇਧਰ ਧਿਆਨ ਦੇਣ ਦੀ ਲੋੜ ਹੈ। ਬਿਲਕੁਲ। ਪਰ ਇਹ ਮਸਲਾ ਜਿਹੜਾ ਨਾ ਸਾਡੇ ਇਕੱਲੇ ਦੇ ਨਾਲ ਨਹੀਂ, ਇਹ ਸਾਰੀ ਕੌਮ ਜਿਹੜੀ ਹੈ, ਜਿਹੜੇ ਸਾਡੇ ਸਕਾਲਰ ਬੰਦੇ ਨੇ, ਜਿਹੜੇ ਲੀਡਰ ਨੇ ਜਾਂ ਹੋਰ ਸਾਰੇ, ਅਸੀਂ ਰਲ ਮਿਲ ਕੇ ਇਸ ਪਾਸੇ ਕੁਝ ਕਾਰਜ ਕਰ ਸਕਦੇ ਹਾਂ। ਬਿਲਕੁਲ। ਕੋਈ ਇਸ ਤਰ੍ਹਾਂ ਹੀ ਹੋਇਆ ਨਾ ਭਾਈ ਸਾਹਿਬ ਜੀ, ਜਿਸ ਤਰ੍ਹਾਂ ਫੋਰਮੈਨ ਚੰਗਾ ਹੋਇਆ ਤਾਂ ਫੈਕਟਰੀ ਵੀ ਅੱਛੀ ਤਰ੍ਹਾਂ ਚੱਲੇਗੀ। ਹਾਂਜੀ। ਬਿਲਕੁਲ। ਜੇ ਮਤਲਬ ਤੁਹਾਡੇ ਰਾਗੀ ਗ੍ਰੰਥੀ ਸਾਹਿਬਾਨ ਜਿਹੜੇ ਪੜ੍ਹੇ ਲਿਖੇ ਨੇ, ਤਾਂ ਉਹਨਾਂ ਨੂੰ ਜੇ ਅਸੀਂ ਤਨਖਾਹ ਵੀ ਠੀਕ ਦਿੰਦੇ ਆ ਨਾ, ਤਾਂ ਉਹ ਆਪਣੀ ਇਨਕਮ ਵੀ ਬਣਾ ਲੈਣਗੇ, ਮਤਲਬ ਉਨੀ ਸੰਗਤ ਵੀ ਜੁੜੇਗੀ ਔਰ ਉਸ ਹਿਸਾਬ ਦੇ ਨਾਲ ਸੰਗਤਾਂ ਨੂੰ ਪ੍ਰੇਰ ਵੀ ਲੈਣਗੇ। ਸਿੱਖ ਧਰਮ ਕੋਲ ਪੈਸੇ ਦੀ ਕੋਈ ਕਮੀ ਨਹੀਂ, ਤੁਸੀਂ ਪੈਸੇ ਦੇ ਅਨਾਉਂਸ ਕਰੋ, ਲੋਕ ਬਹੁਤ ਨੇ ਦੇਣ ਵਾਲੇ। ਤਾਂ ਇਹਨਾਂ ਚੀਜ਼ਾਂ ਨੂੰ ਨਾ ਬੜੇ ਪਿਆਰ ਦੇ ਨਾਲ
ਦੀਰਘ ਦ੍ਰਿਸ਼ਟੀ ਨਾਲ 2-4 ਸਾਲ ਲਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਸੋਲਵ ਕੀਤਾ ਜਾ ਸਕਦਾ ਹੈ ਜੇ ਅਸੀਂ ਕਰੀਏ। ਬਿਲਕੁਲ ਬਿਲਕੁਲ। ਪਰ ਇਕੱਲਾ ਤੇ ਇਕੱਲਾ ਨਹੀਂ ਕਰ ਪਾਏਗਾ, ਜੇ ਇਕੱਲਾ ਤੇ ਇਕੱਲਾ ਕਰੋਗੇ ਤੇ ਫਿਰ ਰੌਲਾ ਰਪਈਆ। ਇਸ ਕਰਕੇ ਨਾ ਇਹ ਦੀਰਘ ਦ੍ਰਿਸ਼ਟੀ ਨਾਲ ਪੂਰਾ ਪੰਥ ਇਸ ਪਾਸੇ ਧਿਆਨ ਦੇਵੇ, ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਵੱਲੋਂ ਕੁਛ ਐਸਾ ਹੋਵੇ। ਧੰਨਵਾਦ ਭਾਈ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ ਸਤਿੰਦਰ ਸਿੰਘ ਜੀ। ਨਰਿੰਦਰ ਸਿੰਘ ਜੱਸਲ, ਮੈਂ ਤੁਹਾਡੇ ਕੋਲ ਆ ਰਿਹਾ ਜੀ। ਉਹਦੇ ਬਾਅਦ ਦੇ ਵਿੱਚ ਆਪਣੇ ਰਵਿੰਦਰ ਸਿੰਘ ਟੂਰ, ਜੇ ਤੁਸੀਂ ਕੁਝ ਕਹਿਣਾ ਤੇ ਹਰਨੇਕ ਸਿੰਘ ਤੁਸੀਂ ਕੁਝ ਕਹਿਣਾ, ਮੈਂ ਤੁਹਾਡੇ ਕੋਲ ਆਉਣਾ। ਹਾਂਜੀ ਨਰਿੰਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਦੇ ਵਿੱਚ ਜਦੋਂ ਤੁਸੀਂ ਦੱਸਿਆ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਸਾਹਿਬ ਜੀ ਇਨਕਲਾਬੀ ਸਨ, ਬਹੁਤ ਹੀ ਅੱਛਾ ਲੱਗਿਆ ਜੀ। ਉਹਨਾਂ ਦੇ ਜਿਹੜੇ ਸੁਭਾ ਤੋਂ ਮਤਲਬ ਸ਼ੁਰੂ ਤੋਂ ਹੀ ਉਹਨਾਂ ਦੇ ਵਿਚਾਰ ਕ੍ਰਾਂਤੀਕਾਰੀ ਸੀਗੇ। ਉਹਨਾਂ ਦੇ ਹਰੇਕ ਚੀਜ਼ ਜਿਹੜੀ ਨਾਰਮਲ ਸੀ ਉਹਨਾਂ ਨੂੰ ਚੈਲੰਜ ਕੀਤਾ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੇ ਇਹਦਾ ਕੀ ਕਾਰਨ ਹੈਗਾ, ਉਹਨਾਂ ਨੂੰ ਸਹੀ ਪਾਸੇ ਪਾਇਆ। ਤੇ ਦੂਸਰਾ ਜਿਹੜਾ ਤੁਸੀਂ ਅੱਜ ਦਾ ਟੌਪਿਕ ਸੀਗਾ, ਧਾਰਮਿਕ ਚਿੰਨ੍ਹ ਪਾਉਣ ਨਾਲ ਕੋਈ ਬੰਦਾ ਚੰਗਾ ਨਹੀਂ ਬਣ ਸਕਦਾ, ਇਹ ਵੀ ਬਹੁਤ ਅੱਛਾ ਵਿਚਾਰ ਹੈ ਜੀ। ਸਾਨੂੰ ਸਾਰਿਆਂ ਨੂੰ ਹੀ ਆਪਣੇ ਵੱਲ ਝਾਤੀ ਮਾਰਨੀ ਚਾਹੁੰਦੀ ਹੈ ਤੇ ਹਾਂਜੀ, ਤੇ ਉਹਦੇ ਨਾਲ ਆਪਾਂ ਨੂੰ ਅੰਦਰੋਂ ਬਾਹਰ ਨੂੰ ਚੇਂਜ ਹੋਣੀ ਚਾਹੀਦੀ ਹੈ। ਅੰਦਰੋਂ ਪਹਿਲਾਂ ਚੇਂਜ ਹੋਣੀ ਚਾਹੀਦੀ ਹੈ, ਫਿਰ ਬਾਹਰ ਨੂੰ ਆਉਣੀ ਚਾਹੀਦੀ ਹੈ। ਫਿਰ ਬਾਹਰ। ਵੈਰੀ ਗੁੱਡ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸਿੰਘ ਟੂਰ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਆਤਮਿਕ ਜੀਵਨ ਨੂੰ ਇੱਕ ਸਹੀ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਸ ਦੇ ਨਾਲ ਸਾਨੂੰ ਜਦ ਤੱਕ ਇੰਪਲੀਮੈਂਟ ਅਸੀਂ ਕਰਾਂਗੇ, ਇਹ ਸਾਨੂੰ ਵੀ ਚਾਹੀਦਾ ਕਿ ਇਸ ਤੇ ਤੁਰ ਕੇ ਅਸੀਂ ਕਿਸੇ ਪਾਸੇ ਲੱਗੀਏ। ਦੂਜੀ ਗੱਲ ਇਹ ਹੈ ਜੀ, ਸਾਡੀ ਇੱਕ ਆਪਣੀ ਕਰੈਕਸ਼ਨ ਆ ਵੀ ਜਿੱਦਾਂ ਆਪਾਂ ਉਹ ਬੀਬੀ ਨੀਨਾ ਜੀ ਪੁੱਛਦੇ ਸੀਗੇ ਵੀ ਕਿਹੜਾ ਪੇਜ ਹੈ, ਉਹ ਪੇਜ ਹੈਗਾ, ਪੇਜ ਨਨ ਲਾਈਵ ਹੈ। ਗੁਰੂ ਗ੍ਰੰਥ ਸਾਹਿਬ ਤੁਸੀਂ ਵੀ ਦੱਸਦੇ ਹੋ, ਅਸੀਂ ਵੀ ਜਿੱਦਾਂ ਪੜ੍ਹਿਆ, ਇਹ ਲਾਈਵ ਹੈ। ਇਹਨੂੰ ਆਪਾਂ ਸਹੀ ਅਰਥਾਂ ਵਿੱਚ ਇਸ ਦਾ ਉਚਾਰਨ ਅੰਗ ਹੈ। ਹਾਂ ਠੀਕ, ਧੰਨਵਾਦ ਜੀ। ਧੰਨਵਾਦ, ਥੈਂਕ ਯੂ। ਓਕੇ ਜੀ, ਥੈਂਕ ਯੂ। ਹਰਨੇਕ ਸਿੰਘ ਜੀ, ਤੁਸੀਂ ਕੁਝ ਕਹਿਣਾ ਤਾਂ? ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਅੱਜ ਕੋਈ ਕੁਐਸਚਨ ਨਹੀਂ, ਤੁਸੀਂ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਉਦਾਹਰਨਾਂ ਦੇ ਕੇ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਆ। ਥੈਂਕ ਯੂ ਜੀ, ਕੋਈ ਕੁਐਸਚਨ ਨਹੀਂ। ਧੰਨਵਾਦ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਤੁਹਾਡੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਜਿਹੜੀ ਐਕਸਪਲੇਨੇਸ਼ਨ ਹੁੰਦੀ ਤੁਹਾਡੀ ਉਹ ਬਹੁਤ ਵਧੀਆ ਹੁੰਦੀ। ਇਸੇ ਕਰਕੇ ਬਹੁਤਿਆਂ ਨੇ ਅਨਮਿਊਟ ਨਹੀਂ ਕੀਤਾ ਕਿਉਂਕਿ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ। ਗਿਆਨੀ ਜੀ ਕੁਐਸਚਨ ਜੋਗੇ ਛੱਡਦੇ ਹੀ ਨਹੀਂ, ਸਹੀ ਗੱਲ ਹੈ। ਕਰਮਜੀਤ ਸਿੰਘ ਜੀ, ਮੈਂ ਤੁਹਾਨੂੰ ਅਨਮਿਊਟ ਕੀਤਾ ਹੈ, ਜੇ ਤੁਸੀਂ ਆਉਂਗੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਭਾਈ ਸਾਹਿਬ ਜੀ, ਆਪ ਜੀ ਨੇ ਬੜੇ ਸੋਹਣੇ ਸੁਚੱਜੇ ਤਰੀਕੇ ਨਾਲ ਦੱਸਿਆ ਆਰਟ ਆਫ ਲਿਵਿੰਗ ਵਾਸਤੇ ਕੀ ਹੈਗਾ, ਸਾਨੂੰ ਆਪਣੇ ਜੀਵਨ ਵਿੱਚ ਕੀ ਬਦਲਾਅ ਚਾਹੀਦੇ ਨੇ। ਬਈ everybody has got good qualities, we have to look at those good qualities and nobody is perfect। ਕੋਈ ਨਾ ਕੋਈ ਕਮੀ ਰਹੇਗੀ ਤੇ ਪੋਜ਼ਿਟਿਵ ਥਿੰਕਿੰਗ ਜਿਹਦੇ ਵਿੱਚ ਅੱਛਾਈਆਂ ਨੇ, ਉਹ ਜਿਵੇਂ ਆਪ ਜੀ ਨੇ ਐਗਜ਼ਾਮਪਲ ਦਿੱਤਾ ਵੀ 3 ਲੋਕ ਜਾਂ 3 ਪਰਸਨ ਦੀ ਅੱਛਾਈਆਂ ਨੂੰ ਹਾਈਲਾਈਟ ਕਰੋ, ਉਹਦੇ ਬਾਰੇ ਵਿਚਾਰ ਕਰੋ, ਕਹੋ। ਇਹ ਡੈਫੀਨੇਟਲੀ ਐਸੀ ਅਗਰ ਕੰਟੀਨਿਊਸ ਪ੍ਰੋਸੈਸ ਰੱਖੀਏ ਤੇ ਸਾਡੇ ਜੀਵਨ ਵਿੱਚ ਡੈਫੀਨੇਟਲੀ ਕਾਫੀ ਚੇਂਜ ਆ ਸਕਦਾ ਹੈਗਾ। ਤੇ ਪਲੱਸ ਆਪ ਜੀ ਨੇ ਬੜੇ ਸੁਚੱਜੇ ਤਰੀਕੇ ਨਾਲ ਦੱਸਿਆ ਕਿ ਅੱਜ ਤੋਂ 500 ਸਾਲ ਤੋਂ ਪਹਿਲੇ ਵੀ ਗੁਰੂ ਨਾਨਕ ਸਾਹਿਬ ਨੇ ਜੈਂਡਰ ਇਕੁਐਲਿਟੀ ਦੀ ਜਾਂ ਹੋਰ ਜਿਹੜੀਆਂ ਮਿਸਕਨਸੈਪਸ਼ਨ ਸੀਗੇ, ਅਨਨੈਸੈਸਰੀ ਜਸਟ ਡੂ ਇਟ ਫॉर द ਸੇਕ ਆਫ ਡੂਇੰਗ ਇਟ, ਉਹਨਾਂ ਨੇ ਹਰ ਇੱਕ ਚੀਜ਼ ਨੂੰ ਸਮਝ ਕੇ ਤੇ ਲਾਈਕ ਮਾਸ ਕਮਿਊਨੀਕੇਸ਼ਨ ਅੱਜ ਕੱਲ੍ਹ ਪੜ੍ਹਾਈ ਹੁੰਦੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਵੀ ਜਦ ਸਭ ਇਕੱਠੇ ਹੋ ਗਏ ਤਾਂ ਉਸ ਗੱਲ ਤੇ ਰੋਸ਼ਨੀ ਪਾਈ, ਉਹਨਾਂ ਨੂੰ ਕਿਹਾ ਤਾਂ ਕਿ ਮਾਸੀ ਜੀ ਇਹ ਗੱਲ ਜਿਹੜੀ ਕੁਰੀਤੀਆਂ ਹੈਗੀਆਂ, ਜਿਹੜੇ ਠੀਕ ਤਰੀਕੇ ਨਾਲ ਨਹੀਂ ਕੀਤੇ ਜਾ ਰਹੇ, ਉਹਨਾਂ ਬਾਰੇ ਪਤਾ ਚੱਲੇ। ਬਹੁਤ ਸੁਚੱਜੇ ਤਰੀਕੇ ਜੀ ਆਪ ਦੱਸਦੇ ਹੋ, ਕੁਐਸਚਨ ਪ੍ਰੈਕਟੀਕਲੀ ਰਹਿੰਦਾ ਹੀ ਨਹੀਂ ਹੈਗਾ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ। ਹਰਬੰਸ ਸਿੰਘ ਜੀ, ਜੇ ਤੁਸੀਂ ਕੁਝ ਕਹਿਣਾ ਤਾਂ ਮੈਂ ਤੁਹਾਨੂੰ ਅਨਮਿਊਟ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਜੇ ਤੁਸੀਂ ਅਨਮਿਊਟ ਹੋ ਕੇ ਕੋਈ ਗੱਲ ਕਰਨੀ ਆ ਤਾਂ ਜੀ ਠੀਕ ਹੈ ਜੀ, ਨੋ ਪ੍ਰੋਬਲਮ। ਹਾਂਜੀ ਹਰਬੰਸ ਸਿੰਘ ਜੀ, ਕਹੋ ਕੁਛ ਨਾ ਕੁਛ, ਤੁਹਾਡੇ ਵਿਚਾਰ ਕੀ ਨੇ? ਅਨਮਿਊਟ ਕਰ ਲਓ। ਇਹ ਆਪ। ਹਾਂਜੀ ਹੁਣ ਠੀਕ ਹੈ ਜੀ, ਕਰ ਲਓ ਗੱਲ। ਹਾਂਜੀ ਬੋਲੋ।
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ ਫਤਿਹ। ਹੋਰ ਠੀਕ ਠਾਕ ਬਾਬਾ ਜੀ, ਸਭ ਵਧੀਆ ਜੀ? ਹਾਂ ਸਭ ਠੀਕ। ਕਿਵੇਂ ਲੱਗਾ ਇਹ ਸਾਰਾ ਸਿਸਟਮ ਕਲਾਸ ਦਾ ਤੁਹਾਨੂੰ? ਆਪਣੇ ਬਹੁਤ ਵਿਚਾਰ। ਬਹੁਤ ਜ਼ਿਆਦਾ ਵਧੀਆ, ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ। ਧੰਨਵਾਦ। ਬਹੁਤ ਚੰਗਾ। ਮਤਲਬ ਮੈਂ ਪਹਿਲੀ ਵਾਰੀ ਤੁਹਾਡੇ ਮਤਲਬ ਏਦਾਂ ਲਾਈਵ ਹੋ ਕੇ ਕਥਾ ਸੁਣੀ ਹੈ, ਮੌਕਾ ਮਿਲਿਆ ਅੱਜ, ਖੜਕੂ ਨੇ ਮੈਨੂੰ ਦੱਸਿਆ। ਠੀਕ ਹੈ ਠੀਕ ਹੈ। ਹਾਂਜੀ, ਬਾਕੀ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ ਮੈਂ, ਫਿਰ ਵੀ ਮੇਰੇ ਦਿਲ 'ਚ ਹੈਗਾ ਇੱਕ ਕੁਐਸਚਨ। ਹਾਂਜੀ ਹਾਂਜੀ ਹਾਂਜੀ। ਕਿ ਆਪਾਂ ਰੱਬ ਨੂੰ ਅੰਮ੍ਰਿਤ ਛਕ ਕੇ ਮਿਲ ਸਕਦੇ ਹਾਂ ਜਾਂ ਬਿਨਾਂ ਅੰਮ੍ਰਿਤ ਛਕ ਕੇ ਵੀ ਮਿਲ ਸਕਦੇ ਹਾਂ? ਬੇਟੇ ਰੱਬ ਨਾਲੋਂ ਤਾਂ ਅਸੀਂ ਨਾ ਵਿਛੜੇ ਹੀ ਨਹੀਂ ਹੈਗੇ, ਰੱਬ ਦੇ ਨਾਲ ਤੇ ਅਸੀਂ ਹਮੇਸ਼ਾ ਹੀ ਮਿਲੇ ਆ। ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਹਾਂਜੀ, ਜੀ, ਮੰਨ ਲਓ ਉਹ ਵੀ ਮੈਂ ਦੱਸ ਰਿਹਾ ਤੁਹਾਨੂੰ, ਰੱਬ ਦੇ ਨਾਲ ਤਾਂ ਅਸੀਂ ਹਮੇਸ਼ਾ ਹੀ ਮਿਲੇ ਹੀ ਹੋਏ ਆ। ਬੰਦਾ ਰੱਬ ਤੋਂ ਨਹੀਂ ਵਿਛੜਿਆ ਹੋਇਆ, ਬੰਦੇ ਤੋਂ ਸੱਚ ਗਵਾਚਿਆ ਹੋਇਆ ਹੈ, ਦਇਆ ਗਵਾਚੀ ਹੈ, ਇਨਸਾਨੀਅਤ ਗਵਾਚੀ ਹੈ, ਪ੍ਰੇਮ, ਇਹ ਗੁਣ ਗਵਾਚੇ ਹੋਏ ਨੇ। ਠੀਕ ਹੈ ਨਾ। ਤੇ ਜਿਹੜਾ ਅੰਮ੍ਰਿਤ ਛਕਣਾ ਇਹ ਸਾਡੀ ਇੱਕ ਕੌਮੀ ਵਰਦੀ ਹੈ, ਇਹ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ। ਤੇ ਰੱਬ ਦੇ ਨਾਲ ਹਰ ਬੰਦਾ ਮਿਲਿਆ ਹੀ ਹੋਇਆ ਹੈ, ਅਸੀਂ ਗੁਣਾਂ ਦੇ ਧਾਰਨੀ ਹੋਣਾ ਹੈ। ਤੇ ਜੇ ਅਸੀਂ ਗੁਣਾਂ ਦੇ ਧਾਰਨੀ ਨਹੀਂ ਹੁੰਦੇ ਤੇ ਅੰਮ੍ਰਿਤ ਛਕ ਲੈਣਾ ਤੇ ਫਿਰ ਉਹ ਜਨੇਊ ਵਾਲਾ ਹਾਲ ਹੀ ਹੈ, ਉਹ ਸਾਰਿਆਂ ਤੇ ਲਾਗੂ ਹੁੰਦਾ ਹੈ, ਸਿੱਖਾਂ ਤੇ ਵੀ ਹਿੰਦੂਆਂ ਤੇ। ਜੀ ਜੀ। ਤੇ ਅੰਮ੍ਰਿਤ ਛਕਣਾ ਸਾਡਾ ਇੱਕ ਕੌਮੀ ਕਨਸੈਪਟ ਹੈਗਾ ਤੇ ਇਸ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਫੌਜੀ ਵਰਦੀ ਹੈ। ਤੇ ਬਾਕੀ ਮਤਲਬ ਜੇ ਅੰਮ੍ਰਿਤ ਛਕ ਕੇ ਅਸੀਂ ਗਲਤ ਕੰਮ ਕਰਨਾ ਤੇ ਇਕੱਲੇ ਅੰਮ੍ਰਿਤ ਛਕਣ ਨਾਲ ਅਸੀਂ ਰੱਬ ਨੂੰ ਨਹੀਂ ਮਿਲਦਾ ਨਾ। ਇਹ ਇੱਕ ਕਰਮ ਕਰਨੇ ਨੇ ਜਿਹੜੇ ਗੁਰੂ ਜੀ ਨੇ ਸਾਨੂੰ ਰਹਿਤ ਮਰਿਆਦਾ ਦਿੱਤੀ ਹੈ। ਜਿਵੇਂ ਜਨੇਊ ਪਾ ਕੇ ਕੋਈ ਰੱਬ ਨੂੰ ਨਹੀਂ ਮਿਲ ਸਕਦਾ, ਤਾਂ ਐਵੇਂ ਇਕੱਲੇ ਅੰਮ੍ਰਿਤ ਛਕ ਕੇ ਨਹੀਂ, ਅਸੀਂ ਅੰਮ੍ਰਿਤ ਛਕ ਕੇ ਉਸ ਰਹਿਤ ਨੂੰ ਪੂਰਾ ਕਰਨਾ ਔਰ ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ। ਠੀਕ ਹੈ ਨਾ। ਧੰਨਵਾਦ। ਧੰਨਵਾਦ। ਓਕੇ ਜੀ, ਧੰਨਵਾਦ ਜੀ। ਹੋਰ ਤਾਂ ਕੋਈ ਅਨਮਿਊਟ ਨਹੀਂ ਹੋਇਆ। ਪਹਿਲਾਂ ਕੁਲਦੀਪ ਕੌਰ ਭੈਣ ਅਨਮਿਊਟ ਹੋਈ ਸੀਗੀ, ਪਰ ਉਹ ਫਿਰ ਹੁਣ ਮੇਰਾ ਖਿਆਲ ਨਹੀਂ ਸਕਰੀਨ ਤੇ। ਠੀਕ ਹੈ ਵੀਰ ਜੀ, ਠੀਕ ਹੈ। ਠੀਕ ਹੈ ਜੀ, ਥੈਂਕ ਯੂ ਜੀ। ਗੁਰਬਖਸ਼ ਸਿੰਘ ਜੀ, ਤੁਸੀਂ ਕੁਝ ਤਾਂ ਨਹੀਂ ਕਹਿਣਾ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਅੱਛਾ, ਮੇਰਾ ਇੱਕ ਕੁਐਸਚਨ ਸੀਗਾ, ਪਰ ਜਿਹੜਾ ਤੁਸੀਂ ਪਿਛਲਾ ਜਿਹੜਾ ਹੁਣ ਤੁਸੀਂ ਜਵਾਬ ਦੇ ਕੇ ਹਟੇ ਆ ਤੇ ਇਹਦੇ ਵਿੱਚ ਮੈਨੂੰ ਜਵਾਬ ਮਿਲ ਗਿਆ। ਮੇਰਾ ਕੁਐਸਚਨ ਇਹੀ ਸੀ ਵੀ ਜਿੱਦਾਂ ਆਪਣੇ ਜਨੇਊ ਦੇ ਕਈ ਰੰਗ ਸੀਗੇ, ਹਾਂਜੀ, ਜਿਹੜੇ ਉਹਨੇ ਵੰਡ ਪਾਏ ਹੋ ਸੀ, ਵੀ ਜੇ ਆਪਾਂ ਥੋੜੀ ਜਿਹੀ ਨਿਗਾਹ ਆਲੇ ਦੁਆਲੇ ਮਾਰੀਏ ਵੀ ਜਿਹੜੇ ਸਿੱਖਾਂ ਦੇ ਵਿੱਚ ਵੀ ਇਸ ਵੇਲੇ ਵੀ ਕੋਈ ਕਹਿੰਦਾ ਮੈਂ ਇੱਥੋਂ ਅੰਮ੍ਰਿਤ ਛਕਿਆ, ਕੋਈ ਕਹਿੰਦਾ ਮੈਂ ਇੱਥੋਂ ਅੰਮ੍ਰਿਤ ਛਕਿਆ ਆ, ਹਾਂਜੀ, ਕੋਈ ਕਹਿੰਦਾ ਮੈਂ ਏਦਾਂ ਦੀ ਪੱਗ ਬੰਨੀ ਹੋਇਆ, ਕੋਈ ਕਹਿੰਦਾ ਮੈਂ ਦਾੜਾ ਖੁੱਲਾ ਹੈ, ਮੇਰਾ ਦਾੜਾ ਬੰਨਿਆ ਆ। ਵੀ ਅਸੀਂ ਵੀ ਇੱਕ ਕਿਸਮ ਦੇ ਵੀ ਉਹ ਜਿਹੜੇ ਉਹ ਸੀਗੇ ਫਰਕ ਪਾਇਓ, ਹਾਂਜੀ। ਪਰ ਉਹਦਾ ਤੁਸੀਂ ਜਵਾਬ ਦੇ ਹੀ ਦਿੱਤਾ ਜਿਹੜਾ ਪਿਛਲਾ ਕੁਐਸਚਨ ਸੀਗਾ, ਤਾਂ ਉਹਦੇ ਵਿੱਚ ਮੇਰਾ ਤਾਂ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੇਮ ਸਾਡੀ ਕੰਡੀਸ਼ਨ ਬਿਲਕੁਲ ਸੇਮ ਹੈਗੀ ਜਿਹੜੀ ਤੁਸੀਂ ਮਤਲਬ ਕਹਿ ਰਹੇ ਹੋ। ਮੈਂ ਇੱਕ ਵਾਰੀ ਨੀਸਨ ਗਿਆ ਸੀ ਕਥਾ ਕਰਨ ਵਾਸਤੇ, ਤੇ ਉਹ ਸਾਡੇ ਰਿਸ਼ਤੇਦਾਰਾਂ ਦੀ ਕਿਸੇ ਦੀ ਡੈਥ ਹੋ ਗਈ ਸੀ, ਉੱਥੇ ਕਿਸੇ ਬਾਬੇ ਨੇ ਆਉਣਾ ਸੀ ਤੇ ਉਹ ਲੇਟ ਹੋ ਗਏ ਤੇ ਮੈਨੂੰ ਕਹਿੰਦੇ ਵੀ ਤੁਸੀਂ ਕਥਾ ਕਰ ਦਿਓ। ਮੈਂ ਕਿਹਾ ਚਲੋ ਕੋਈ ਨਾ। ਤੇ ਉਸ ਤੋਂ ਬਾਅਦ ਉਹ ਬਾਬੇ ਆ ਗਏ ਤੇ ਉਹਨਾਂ ਨੇ ਜਦੋਂ ਕਥਾ ਸੁਣੀ ਤੇ ਉਹ ਫਿਰ ਕਥਾ ਤਾਂ ਉਹਨਾਂ ਨੇ ਨਹੀਂ ਕੀਤੀ, ਤੇ ਕਿਉਂਕਿ ਮੇਰਾ ਮਤਲਬ ਵਿਚਾਰ ਵੱਖਰੀ ਸਨ। ਤੇ ਉਹ ਬਾਅਦ ਦੇ ਵਿੱਚ ਮੈਨੂੰ ਕਹਿਣ ਲੱਗੇ ਜੀ ਗਿਆਨ ਜੀ ਤੁਸੀਂ ਕਾਲਾ ਹੀ ਗਾਤਰਾ ਪਾਇਆ ਤੇ ਕਾਲੀ ਪੱਗ ਬੰਨੀ, ਇਹ ਗਲਤ ਹੈ। ਮੈਂ ਕਾਲੀ ਪੱਗ ਬੰਨੀ ਸੀ ਉਸ ਦਿਨ। ਤੇ ਮੈਂ ਕਿਹਾ ਕਿਉਂ? ਕਹਿਣ ਲੱਗੇ ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਕਾਲਾ ਰੰਗ ਚੂੜਿਆਂ ਦਾ ਹੁੰਦਾ ਹੈ। ਇਹ ਸ਼ਬਦ ਉਹਨਾਂ ਨੇ ਵਰਤਿਆ ਨਾ। ਤੇ ਮੈਂ ਕਿਹਾ ਯਾਰ ਤੁਸੀਂ ਕਿੱਥੇ ਫਸੇ ਹੈਗੇ ਹੋ। ਤਾਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਉਹ ਬ੍ਰਾਹਮਣੀਵਾਦ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਬਦਲਵੇਂ ਰੂਪ ਦੇ ਵਿੱਚ ਸਾਡੇ ਵਿੱਚ ਵੀ ਹੈ। ਅਸੀਂ ਵੀ ਅਲੱਗ-ਅਲੱਗ ਧਾਰਨ ਕਰ ਬੈਠੇ ਹਾਂ। ਇਸ ਪਾਸੇ ਸਾਨੂੰ ਬਚਣ ਦੀ ਜ਼ਰੂਰਤ ਹੈ ਔਰ ਸੱਚ ਨਾਲ ਜੁੜਨ ਦੀ ਜ਼ਰੂਰਤ। ਧੰਨਵਾਦ ਤੁਹਾਡਾ। ਹਾਂਜੀ, ਤੇ ਇਹਦੇ ਵਿੱਚ ਮੈਂ ਕਹੂੰਗਾ ਵੀ ਆਪਾਂ ਸਾਰੇ ਇਸ ਵੇਲੇ ਦੇਖਦੇ ਹੀ ਹਾਂ ਵੀ ਜਿਹੜੇ ਟੀਵੀ ਚੈਨਲ ਤੇ ਵੀ ਜਿਹੜੇ ਪ੍ਰੋਗਰਾਮ ਇਸ ਵੇਲੇ ਆਉਂਦੇ ਆ, ਜਿਹੜੀ ਆਪਣੀ ਕਰੋਨਾ ਵਾਇਰਸ ਦੇ ਵਿੱਚ ਗੁਰਦੁਆਰੇ ਖੋਲਣ ਦੀ ਗੱਲ ਚੱਲਦੀ ਆ, ਵੀ ਮੈਂ ਤਾਂ ਜੀ ਇਹੀ ਦੇਖਦਾ ਵੀ ਜਿਹੜੇ ਟੀਵੀ ਤੇ ਆਉਂਦੇ ਆ ਵੀ ਉਹਨਾਂ ਦਾ ਸੱਚ ਸੰਤੋਖ ਦਾ ਤਾਂ ਗੱਲ ਹੀ ਨਹੀਂ। ਉਹਨਾਂ ਦਾ ਜ਼ਿਆਦਾ ਗੱਲ ਇਹੀ ਆ ਵੀ ਸਾਡੇ ਜਿਹੜਾ ਮੋਹਰੀ ਹੋਵੇ ਉਹਦਾ ਬਾਣਾ ਏਦਾਂ ਦਾ ਹੋਵੇ ਤਾਂ ਉਹਦੇ ਆਪਣੇ ਰਹਿਤ ਆ ਹੋਵੇ, ਹਾਂਜੀ। ਜਿਹੜੀ ਸੱਚ ਸੰਤੋਖ ਦੀ ਗੱਲ ਤਾਂ ਮੇਰੇ ਖਿਆਲ ਟੀਵੀ ਤੇ ਵੀ ਬਿਲਕੁਲ ਨਹੀਂ ਆਉਂਦੀ। ਬਾਕੀ ਆਪਾਂ ਗੱਲ ਨੂੰ ਜ਼ਿਆਦਾ ਲੰਮੀ ਵੀ ਨਾ ਕਰੀਏ ਇਸ ਕਾਲ ਦੇ ਵਿੱਚ। ਇੱਥੇ ਮੈਂ ਫਤਿਹ ਬੁਲਾ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਿਲਕੁਲ ਠੀਕ ਕਹਿ ਰਹੇ ਤੁਸੀਂ ਨਾ। ਬਾਹਰੀ ਪਹਿਨਾਵੇ ਦੇ ਉੱਤੇ ਜ਼ਿਆਦਾ ਜ਼ੋਰ ਹੈਗਾ ਤੇ ਵਾਹਿਗੁਰੂ ਕਿਰਪਾ ਕਰੇ ਵੀ ਅਸੀਂ ਮਤਲਬ ਜਿਹੜੀ ਭਾਈ ਸਾਹਿਬ ਅੱਗੇ ਕਹਿ ਰਹੇ ਸੀ ਸਤਿੰਦਰ ਸਿੰਘ ਜੀ, ਸ਼ਾਇਦ ਜਿਹੜੀ ਸਾਡੇ ਅੰਦਰ ਕੁਆਲਿਟੀ ਚਾਹੀਦੀ ਨਾ, ਕੁਆਲਿਟੀ ਚ ਪੈਦਾ ਕਰੇ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ। ਹੁਣ ਕੋਈ ਵੀ ਹੋਰ ਅਨਮਿਊਟ ਨਹੀਂ ਹੈਗਾ, ਇਸ ਕਰਕੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਧੰਨਵਾਦ ਜੀ ਗਿਆਨੀ ਜੀ, ਤੁਹਾਡਾ ਵੀ ਬਹੁਤ ਬਹੁਤ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਅਸੀਂ ਕੱਲ ਨੂੰ ਫੇਰ ਆਵਾਂਗੇ ਜੀ। ਅੱਜ ਕਾਫੀ ਸੰਗਤ ਜੁੜੀ ਹੋ ਸੀਗੀ ਤੇ ਉਮੀਦ ਹੈ ਵੀ ਇਹਦੇ ਨਾਲ ਵੀ ਜ਼ਿਆਦਾ ਕੱਲ ਨੂੰ ਹੋਊਗੀ। ਤੇ ਇੱਥੇ ਸਮਾਪਤੀ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।